ओके, ਲੈਸਨ ਪਲਾਨ ਇਹ ਹੈ ਕਿ ਅੱਜ ਸਾਡੀ ਰਿਕਾਰਡਡ ਐਪੀਸੋਡ ਜਿਹੜੀ ਹੈ 42 ਹੋਏਗੀ। ਮੂਲ ਮੰਤਰ ਤੇ ਸ਼ਲੋਕ ਪਰਮਜੀਤ ਪੜ੍ਹ ਰਹੀ ਹੈ। ਉਸ ਤੋਂ ਬਾਅਦ ਸੈਚਰਡੇ ਦਾ ਹੁਕਮਨਾਮਾ ਜਿਹੜਾ ਉਹ ਮੈਂ ਪੜਾਂਗਾ। ਹੁਕਮਨਾਮਾ ਚੌਥੀ ਪਾਤਸ਼ਾਹੀ ਦਾ। ਸੋ ਵਿਲ ਟਾਕ ਅਗੇਨ ਅਬਾਊਟ ਗੁਰੂ ਰਾਮਦਾਸ ਜੀ। ਪਿਛਲੇ ਵੀਕ ਵੀ ਉਹਨਾਂ ਦੇ ਬਾਰੇ ਗੱਲ ਕੀਤੀ ਸੀ, ਬਟ ਫਰਮ ਅ ਡਿਫਰੈਂਟ ਪੁਆਇੰਟ ਆਫ ਵਿਊ ਨਾਲ ਵੀ ਲੁੱਕ ਐਟ ਹਿਮ। ਆਨੰਦ ਸਾਹਿਬ ਦੀ ਫਿਰ ਅਸੀਂ 8ਵੀਂ ਪੌੜੀ ਪੜਾਂਗੇ ਤੇ ਉਹਦਾ ਅਰਥ ਕਰਾਂਗੇ। ਨੌਵੀਂ ਪਾਤਸ਼ਾਹੀ ਦੇ ਸ਼ਲੋਕ 17th, 18th, 19th ਐਂਡ 20th ਵੀ ਲੁੱਕ ਐਟ। ਕੋਸ਼ਿਸ਼ ਕਰਾਂਗੇ ਵੀ ਲਾਵਾਂ ਜਿਹੜੀਆਂ ਨੰਬਰ 2 ਐਂਡ ਨੰਬਰ 3 ਅੱਜ ਕਰੀਏ ਤੇ ਉਹਨੂੰ ਰਿਲੇਟ ਕਰੀਏ ਵਿਦ ਲਾਮ ਨੰਬਰ 1। ਫਿਰ ਹੁਕਮਨਾਮੇ ਹੋਣਗੇ। ਪਿਛਲੇ ਵੀਕ ਦੇ ਮੇਰੇ ਖਿਆਲ 3 ਕਹਿ ਰਹੇ ਨੇ। ਤੇ ਫਿਰ ਆਈ ਥਿੰਕ ਦੇਰ ਇਜ਼ ਅ ਟਾਕ ਬਾਈ ਆਵਰ ਐਕਸਪਰਟ ਦਰਪਣਾ। ਉਸ ਤੋਂ ਬਾਅਦ ਅਰਲੀ ਮਾਰਨਿੰਗ ਦੇ ਸ਼ਬਦ ਦੇ ਜਿਸ ਤਰ੍ਹਾਂ ਕੋਈ ਟਾਈਮ ਬਚੇਗਾ ਆਈ ਵਿਲ ਟਾਕ ਅਬਾਊਟ ਉਹਦੇ ਤੇ 2-2, 3-3 ਲਾਈਨਾਂ ਹੀ ਮੈਂ ਬੋਲਦਾ। ਤੇ ਅੱਜ ਜ਼ਰੂਰ ਯਾਦ ਕਰਾ ਦੇਣਾ ਕਿ 40th ਪੌੜੀ ਆਨੰਦ ਸਾਹਿਬ ਦੀ ਜ਼ਰੂਰ ਪੜ੍ਹਨੀ ਹੈ। ਔਰ ਉਹ ਜੈਂਟਸ ਵਿੱਚੋਂ ਕੋਈ ਪੜ੍ਹ ਸਕਦਾ? ਚਲੋ ਮਹਿੰਦਰ ਜੀ ਪੜ੍ਹ ਦੇਣਗੇ। ਮਹਿੰਦਰ ਨੇ ਕਿਹਾ ਮੈਂ ਪੜਾਂਗਾ। ਡਾਕਟਰ ਜੀ ਇੱਕ ਸੰਗਰਾਂਦ ਦਾ ਵੀ ਆਪਾਂ ਕਰਨਾ ਸੀ ਅੱਜ। ਸੌਰੀ, ਹਾਂ ਉਹ ਵਿੱਚੋਂ ਰਹਿ ਗਿਆ। ਸੋ ਹੁਕਮਨਾਮਿਆਂ ਤੋਂ ਬਾਅਦ ਇਮੀਡੀਏਟਲੀ ਟਾਕ ਤੋਂ ਪਹਿਲਾਂ ਸੰਗਰਾਂਦ ਕਰ ਲਓ ਤੇ ਫਿਰ ਦਰਪਣਾ ਦੀ ਟਾਕ ਹੋ ਜਾਏਗੀ। ਅੱਜ ਗੁਰੂ ਰਾਮਦਾਸ ਜੀ ਦਾ ਧਨਾਸਰੀ ਰਾਗ ਦਾ ਸ਼ਬਦ ਹੈ। ਤੇ ਜਦੋਂ ਤੁਸੀਂ ਕੋਈ ਵੀ ਸ਼ਬਦ ਪੜ੍ਹਦੇ ਹੋ, ਇੱਕ ਤੇ ਤੁਸੀਂ ਸ਼ਬਦ ਦੀ ਲਿਟਰਲ ਟ੍ਰਾਂਸਲੇਸ਼ਨ ਕਰਦੇ ਹੋ। ਲਿਟਰਲ ਟ੍ਰਾਂਸਲੇਸ਼ਨ ਦਾ ਮਤਲਬ ਇਹ ਹੈ ਕਿ ਜੇ ਮੈਂ ਕਹਾਂ ਮੇਰੇ ਸਾਹਾ, ਤੇ ਸਾਹਾ ਦਾ ਕੀ ਮਤਲਬ ਹੈ, ਦਰਸ਼ਨ ਦਾ ਕੀ ਮਤਲਬ ਹੈ, ਸੁੱਖ ਦਾ ਕੀ ਮਤਲਬ ਹੈ। ਦੂਸਰਾ ਇਹ ਹੈ ਜਿਹੜਾ ਬਹੁਤ ਇੰਪੋਰਟੈਂਟ ਹੈ, ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਆਲ ਸ਼ੁੱਡ ਬੀ ਇਨਵੋਲਵਡ। ਬਬਲੀ ਤੂੰ ਕੀ ਕਰ ਰਹੀ ਹੈ? ਉਹ ਇਹ ਹੈ ਕਿ ਇਸ ਸ਼ਬਦ ਦਾ ਥੀਮ ਕੀ ਹੈ। ਕਿ ਸ਼ਬਦ ਜਿਹੜਾ ਵੀ ਹੈ, ਜਿਹੜਾ ਅਸੀਂ ਪੜ੍ਹ ਰਹੇ ਹਾਂ, ਗੁਰੂ ਸਾਹਿਬ ਨੇ ਕੁਛ ਤੇ ਆਬਜੈਕਟਿਵ ਸਾਹਮਣੇ ਰੱਖ ਕੇ ਲਿਖਿਆ ਹੋਏਗਾ। You don't write any poetry or anything without having any objective in front of you. So we will also talk about the theme of the Shabad. और ਉਹਦੇ ਬਾਅਦ depending on ਵੀ ਕਿੰਨਾ ਕੁ ਅਸੀਂ ਕਹਿ ਚੁੱਕੇ ਹਾਂ, we can summarize what is in the Shabad. So ਅਗਰ ਅਸੀਂ ਹਰ ਸ਼ਬਦ ਨੂੰ 3 ਹਿੱਸਿਆਂ 'ਚ ਵੰਡ ਦਈਏ, the theme of the Shabad, literal meaning of the Shabad and summary of the Shabad. Here I think we are able to convey the exact meaning of that Shabad. Objective ਤੇ ਹੀ ਹੈ ਨਾ ਕਿ ਅਸੀਂ ਜੋ ਵੀ ਗੁਰਬਾਣੀ ਦਾ ਸ਼ਬਦ ਪੜ੍ਹੀਏ, ਦੇਖੋ ਸੁਣਨ ਵਾਲੇ ਜਾਂ ਵਿਊ ਕਰਨ ਵਾਲੇ 10 ਨੇ ਜਾਂ 20 ਨੇ ਜਾਂ 30 ਨੇ ਜਾਂ 40 ਨੇ, ਉਹ ਵੀ ਸਾਡੇ ਲਈ ਇੰਪੋਰਟੈਂਟ ਨੇ। ਸੋ ਅਸੀਂ ਜੋ ਵੀ ਕਨਵੇ ਕਰਨਾ, ਭਾਵੇਂ ਇਹਨਾਂ 8 ਬੰਦਿਆਂ ਨੂੰ ਕਨਵੇ ਕਰਨਾ ਜਾਂ 40 ਬੰਦਿਆਂ ਨੂੰ ਕਨਵੇ ਕਰਨਾ, ਇਹ ਨਹੀਂ ਕਿ ਅਸੀਂ ਸ਼ਬਦ ਫਟਾਫਟ ਪੜ੍ਹ ਕੇ ਕਹੀ ਜੀ ਸ਼ਬਦ ਹੋ ਗਿਆ। ਗੁਰੂ ਰਾਮਦਾਸ ਜੀ ਨੇ ਸ਼ਬਦ ਲਿਖਿਆ, ਮੇਰੇ ਹਿਸਾਬ ਸਿਰ ਉਹਨਾਂ ਦਾ ਜਿਹੜਾ ਆਬਜੈਕਟਿਵ ਸੀ, ਉਹ ਕੁਝ ਚੀਜ਼ਾਂ ਨੂੰ ਡਿਫਾਈਨ ਤੁਹਾਨੂੰ ਕਰਨਾ ਚਾਹੁੰਦੇ ਸਨ, ਤੁਹਾਨੂੰ ਦੱਸਣਾ ਚਾਹੁੰਦੇ ਸਨ। ਪਰਮਾਤਮਾ ਦੀ ਸ਼ਕਤੀ, ਪਰਮਾਤਮਾ ਦੀ ਪਾਵਰ। ਸੋ ਉਹ ਥੀਮ ਦੇ ਵਿੱਚ ਉਹਨਾਂ ਨੇ ਸੁੱਖ ਤੇ ਦੁੱਖ ਦੇ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਪਰਮਾਤਮਾ ਇੱਕ ਹੈ ਤੇ ਉਹਦੇ ਬਿਨਾਂ ਹੋਰ ਕੋਈ ਨਹੀਂ ਹੈ। ਇਹਨਾਂ ਚੀਜ਼ਾਂ ਨੂੰ ਨਾ ਸਾਨੂੰ ਸੋਚਣ ਦੀ ਲੋੜ ਆ। ਅਸੀਂ ਰੋਜ਼ ਸ਼ਬਦ ਪੜ੍ਹਦੇ ਹਾਂ ਔਰ ਸਾਨੂੰ ਪਤਾ ਹੈ ਕਿ ਸੁੱਖ ਤੇ ਦੁੱਖ ਜੀਵਨ ਦੇ 2 ਅੰਗ ਨੇ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਮੈਂ ਸੁਖੀ ਹਾਂ ਤੇ ਮੈਨੂੰ ਕਦੀ ਦੁੱਖ ਆਇਆ ਹੀ ਨਹੀਂ, ਤੇ ਨਾ ਹੀ ਮੇਰੇ ਕੋਲ ਕੋਈ ਬੰਦਾ ਇਹ ਕਹੇਗਾ ਯਾਰ ਮੈਂ ਬਹੁਤ ਦੁਖੀ ਹਾਂ, ਪਰ ਕਦੀ ਕਦੀ ਹਾਂ, ਕਦੀ ਕਦੀ ਹੱਸ ਲਈਦਾ, ਕਦੀ ਕਦੀ ਸੁੱਖ ਆ ਜਾਂਦਾ। ਸਾਈਕਲ ਹੈ ਲਾਈਫ ਦਾ। ਦੈਟ ਇਜ਼ ਹਾਊ ਦਾ ਵਰਲਡ ਹੈਜ਼ ਬੀਨ ਮੇਡ। ਔਰ ਇਹਨੂੰ ਪੈਗੰਬਰ ਆ ਕੇ ਵੀ ਚੇਂਜ ਨਹੀਂ ਕਰ ਸਕਦੇ। ਪੈਗੰਬਰ ਵੀ ਜਿਹੜੇ ਆਉਂਦੇ ਨੇ ਉਹ ਵੀ ਪਰਮਾਤਮਾ ਦਾ ਇੱਕ ਟਾਈਮ ਟੇਬਲ ਲੈ ਕੇ ਆਉਂਦੇ ਨੇ। ਗੁਰੂ ਰਾਮਦਾਸ ਜੀ ਵੀ ਇੱਕ ਪੈਗੰਬਰ ਨੇ, ਪਰਮਾਤਮਾ ਦਾ ਕੋਈ ਸੁਨੇਹਾ ਲੈ ਕੇ ਆਏ ਨੇ। ਤੇ ਜੇ ਉਹ ਕਹਿੰਦੇ ਨੇ ਕਿ ਪਰਮਾਤਮਾ ਤੋਂ ਇਲਾਵਾ ਹੋਰ ਕੋਈ ਨਹੀਂ ਹੈ, ਤੇ ਹੋਰ ਕੋਈ ਨਹੀਂ ਹੈ। ਡਿਊਲਿਟੀ ਵਿੱਚ ਉਹਨਾਂ ਨੂੰ ਕਿਹਾ ਬਿਲੀਵ ਨਹੀਂ ਕਰਨਾ। ਸੋ ਦੈਟ ਇਜ਼ ਇੰਪੋਰਟੈਂਟ। ਫਿਰ ਉਹਨਾਂ ਨੇ ਇੱਕ ਗੱਲ ਕੀਤੀ ਹੈ ਹੋਪ ਦੀ। ਪਰਮਜੀਤ ਜੀ ਜੀਵਨ ਦੇ ਵਿੱਚ, ਕਿਉਂਕਿ ਤੁਹਾਡੇ ਨਾਲ ਮੇਰੇ ਨਾਲ ਤੁਹਾਡੀਆਂ ਕਈ ਵਾਰੀ
ਬਹੁਤ ਸਾਰੀਆਂ ਦੁਨੀਆ ਦੇ ਬਾਰੇ ਗੱਲਾਂ ਹੁੰਦੀਆਂ। ਜੀਵਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਹੋਪ। ਕਿਉਂਕਿ ਜੇ ਇਨਸਾਨ ਨੂੰ ਕਿਸੇ ਚੀਜ਼ ਦੀ ਹੋਪ ਹੀ ਨਹੀਂ ਹੈ ਤੇ ਉਹ ਤਾਂ ਡਿਪਰੈਸ਼ਨ 'ਚ ਜਾਏਗਾ ਹੀ ਜਾਏਗਾ ਨਾ। ਗੁਰਬਾਣੀ ਤੁਹਾਨੂੰ ਇੱਕ ਉਮੀਦ ਦਿੰਦੀ ਹੈ, ਗੁਰਬਾਣੀ ਤੁਹਾਨੂੰ ਇੱਕ ਉਮੀਦ ਦਿੰਦੀ ਹੈ, ਇੱਕ ਹੋਪ ਦਿੰਦੀ ਹੈ ਕਿ ਜੀਵਨ ਵਿੱਚ ਬਹੁਤ ਕੁਝ ਹੈ। ਪਰਮਾਤਮਾ ਨੇ ਜਿਹੜਾ ਤੁਹਾਨੂੰ ਜੀਵਨ ਦਿੱਤਾ ਹੈ ਉਹ ਬਹੁਤ ਵੈਲਿਊਏਬਲ ਹੈ, ਉਹ ਪ੍ਰਾਈਸਲੈਸ ਹੈ। ਔਰ ਉਸ ਜੀਵਨ ਨੂੰ ਤੁਸੀਂ ਪਰਮਾਤਮਾ ਦੇ ਹੁਕਮ ਅਨੁਸਾਰ ਜਿਓ। ਸੋ ਉਹਨਾਂ ਨੇ ਇਹਦੇ ਵਿੱਚ ਨਵਤੇਜ ਜੀ ਹੁਕਮ ਦੇ ਬਾਰੇ ਵੀ ਗੱਲ ਕੀਤੀ ਹੈ। ਜਿਹੜੀ ਚੀਜ਼ ਤੇ ਉਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ ਉਹ ਬਹੁਤ ਸ਼ਬਦਾਂ ਦੇ ਵਿੱਚ ਆਉਂਦਾ, ਉਹ ਹੈਗਾ ਜਿਵੇਂ ਭਾਵੇਂ ਤਿਉਂ ਰੱਖ। ਇਹ ਪਰਮਾਤਮਾ, ਜੇ ਤੁਸੀਂ ਜਸਵੀਰ ਜੀ ਅਰਦਾਸ ਇਹ ਕਰੋ ਨਾ, ਇਹ ਅਰਦਾਸ ਕਰੋ ਨਾ, ਜੋ ਤੈਨੂੰ ਭਾਵਦਾ ਉਸੇ ਤਰ੍ਹਾਂ ਤੂੰ ਸਾਨੂੰ ਰੱਖ ਤੇ ਸਾਨੂੰ ਕਦੇ ਦੁੱਖ ਆਏਗਾ ਹੀ ਨਹੀਂ। ਕਿਉਂਕਿ ਸਾਨੂੰ ਪਤਾ ਵੀ ਸਾਡੇ ਹੱਥ 'ਚ ਸੁਆਹ ਵੀ ਨਹੀਂ, ਸਾਡੇ ਹੱਥ 'ਚ ਕੁਝ ਹੈ ਹੀ ਨਹੀਂ, ਤੇ ਦੁੱਖ ਕਾਹਦਾ ਫਿਰ। ਚਿੰਤਾ ਤਾਂ ਕੀ ਕੀਜੀਏ ਜੋ ਅਨहोनी ਹੋਏ, ਇਹ ਮਾਰਗ ਸੰਸਾਰ का ਨਾਨਕ ਥਿਰ ਨਹੀਂ ਕੋਏ। ਜਿਹੜੀ ਚੀਜ਼ ਮਹਿੰਦਰ ਸਾਡੇ ਹੱਥ 'ਚ ਨਹੀਂ, ਉਹਦੀ ਚਿੰਤਾ ਕਿਵੇਂ ਕਰੋਗੇ। ਚਿੰਤਾ ਤਾਂ ਕਰੋਗੇ ਯਾਰ ਮੈਂ ਕਰ ਸਕਦਾ ਪਰ ਉਹ ਠੀਕ ਨਹੀਂ ਕਰ ਰਿਹਾ, ਗਲਤ ਹੋ ਗਈ ਹੈ ਮੇਰੇ ਕੋਲੋਂ, ਉਹਦੀ ਮੈਨੂੰ ਮਦਦ ਨਹੀਂ ਮਿਲੀ। ਉਹ ਜੇ ਤੁਸੀਂ ਕਰ ਹੀ ਨਹੀਂ ਸਕਦੇ, ਜੇ ਤੁਸੀਂ ਆਕਾਸ਼ ਤੇ ਪਹੁੰਚ ਹੀ ਨਹੀਂ ਸਕਦੇ ਤੇ ਆਕਾਸ਼ ਦੀ ਗੱਲ ਕਿਵੇਂ ਕਰੋਗੇ। ਸੋ ਉਹ ਸ਼ਬਦ ਸ਼ੁਰੂ ਕਰਦੇ ਨੇ ਔਰ ਉਹਨਾਂ ਨੇ ਵਰਡ ਸ਼ੁਰੂ ਕੀਤਾ ਹੈ ਵਾਹਿਗੁਰੂ ਵਾਸਤੇ ਸਾਹਾ। ਸਾਹਾ ਨੂੰ ਤੁਸੀਂ ਅੰਗਰੇਜ਼ੀ ਵਿੱਚ ਲਾਰਡ ਵੀ ਕਹਿ ਸਕਦੇ ਹੋ, ਕਿੰਗ ਵੀ ਕਹਿ ਸਕਦੇ ਹੋ, ਸਤਿਗੁਰੂ ਵੀ ਕਹਿ ਸਕਦੇ ਹੋ, ਪਾਤਸ਼ਾਹ ਵੀ ਕਹਿ ਸਕਦੇ ਹੋ। ਇਹ ਐਡਰੈਸ ਕਰ ਰਹੇ ਹੋ ਤੁਸੀਂ ਵਾਹਿਗੁਰੂ ਨੂੰ। ਔਰ ਗੁਰੂ ਸਾਹਿਬ ਨੇ ਉਹਨੂੰ, ਅਕਾਲ ਪੁਰਖ ਨੂੰ ਕਿੰਨੇ ਹੀ ਰੰਗ ਦੇ ਵਿੱਚ ਉਹਨੂੰ ਐਡਰੈਸ ਕੀਤਾ। ਐਡਰੈਸ ਮੀਨਸ ਉਹਨੂੰ ਕਿਹਾ, ਉਹਨੂੰ ਮੁਖਾਤਬ ਕੀਤਾ। ਮੈਂ ਹਰ ਦਰਸ਼ਨ ਸੁਖ ਹੋਏ। ਪਰਮਾਤਮਾ ਦੇ ਦਰਸ਼ਨ ਜਿਹੜੇ ਨੇ, ਜਿਹੜਾ ਮੈਂ ਰੋਜ਼ ਤੁਹਾਨੂੰ ਸਵੇਰ ਦੇ ਸ਼ਬਦ ਦੱਸਦਾ ਕਿ ਜਿਸ ਵੇਲੇ ਬਾਬਾ ਜੀ ਦੀ ਭੀੜ ਹੁੰਦੀ ਹੈ ਤੇ ਜਿਹੜੇ ਉਹ ਸ਼ਬਦ ਪੜ੍ਹੇ ਜਾਂਦੇ ਨੇ, ਜਿਹੜੇ ਸ਼ਬਦ ਉਹ ਸੁਣ ਸਕਦੇ ਨੇ, ਮੈਂ ਸੱਚੀ ਕਹਿਣਾ ਉਹਨਾਂ ਦੇ ਜੀਵਨ 'ਚ ਦੁੱਖ ਆਏਗਾ ਹੀ ਨਹੀਂ, ਆਏਗਾ ਕਦੀ, ਕਿਉਂਕਿ ਉਹ ਦਰਸ਼ਨ ਦੇ ਸ਼ਬਦ ਨੇ। ਔਰ ਤੁਸੀਂ ਦਰਸ਼ਨ ਵੀ ਕਰਦੇ ਹੋ ਉਸ ਵੇਲੇ, ਫਸਟ ਟਾਈਮ ਇਨ ਦਾ ਮਾਰਨਿੰਗ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੁੰਦੀ ਹੈ, ਤੁਸੀਂ ਉਹਨਾਂ ਦੇ ਦਰਸ਼ਨ ਕਰੋ, ਤੁਸੀਂ ਆਪ ਹੀ ਮਹਿਸੂਸ ਕਰੋਗੇ ਕਿ ਤੁਸੀਂ ਅਕਾਲ ਪੁਰਖ ਦੇ ਦਰਸ਼ਨ ਕੀਤੇ ਨੇ। ਕਿਉਂਕਿ ਤੁਸੀਂ ਇਸ ਕਲਾਸ 'ਚ 1000 ਵਾਰੀ ਪੜ੍ਹ ਚੁੱਕੇ ਹੋ ਕਿ ਟੂ ਮੀਟ ਵਾਹਿਗੁਰੂ ਦੀ ਪਾਥ ਦੀ ਬ੍ਰਿਜ ਇਜ਼ ਸ਼ਬਦ। ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਗੁਰੂ ਹੈ, ਉੱਥੇ ਤੇ ਇਹੀ ਸ਼ਬਦ ਹੈ। ਸੋ ਮੇਰੇ ਸਾਹਿਬਾ ਮੈਂ ਹਰ ਦਰਸ਼ਨ ਸੁਖ ਹੋਏ। ਫਿਰ ਕੀ ਕਹਿੰਦੇ ਨੇ, ਹਮਰੀ ਬੇਦਨ, ਪਹਿਲੇ ਸੁਖ ਦੀ ਗੱਲ ਕੀਤੀ ਹੈ, ਹੁਣ ਬੇਦਨ ਦੀ ਗੱਲ ਕੀਤੀ ਹੈ, ਦੁੱਖ ਪੀੜ ਦਰਦ। ਹਮਰੀ ਬੇਦਨ ਤੂੰ ਜਾਣਤਾ, ਮੇਰੇ ਅੰਦਰ ਕਿੰਨੀ ਕੁ ਪੀੜ ਹੈ, ਮੇਰੇ ਅੰਦਰ ਕਿੰਨੀ ਕੁ ਦਰਦ ਹੈ, ਮੇਰੇ ਅੰਦਰ ਤੈਨੂੰ ਮਿਲਣ ਦੀ ਕਿੰਨੀ ਕੁ ਤਾਂਘ ਹੈ, ਇਹ ਸਿਰਫ ਤੈਨੂੰ ਹੀ ਪਤਾ। ਵੈਨ ਯੂ ਆਰ ਇਨ ਲਵ ਨਾ, ਤੇ ਤੁਹਾਡੇ ਬਿਲਵਡ ਨੂੰ ਹੀ ਪਤਾ ਹੁੰਦੀ ਹੈ ਤੁਸੀਂ ਕਿੰਨਾ ਤੜਪ ਰਹੇ ਹੋ ਜੋ ਤੁਹਾਨੂੰ ਨਹੀਂ ਮਿਲਦਾ। ਇਹ ਮਾਂ ਨੂੰ ਪੁੱਛੋ ਜਿਹਦਾ ਪੁੱਤਰ ਵਿਛੜ ਜਾਂਦਾ, ਉਹਨੂੰ ਪੁੱਛੋ, ਉਹ ਤਾਂਘ ਹੈ। ਇਹ ਹੈ ਉਹ ਬੇਦਨ, ਪੀੜ ਕਿ ਮੇਰੀ ਬੇਦਨ ਜਿਹੜੀ ਹੈ, ਹਮਰੀ ਬੇਦਨ ਤੂੰ ਜਾਣਤਾ, ਮੇਰੇ ਸਾਹਾ ਤੇਰਾ ਕੀਆ ਸਭ ਸੱਚ ਹੋਏ। ਫਿਰ ਕੀ ਕਹਿੰਦੇ ਨੇ, ਝੂਠਾ ਕਿਸ ਨੂੰ ਆਖੀਏ ਸਾਹਾ, ਦੂਜਾ ਨਾ ਹੀ ਕੋਈ, ਤੂੰ ਹੈ ਸੱਚ ਹੀ ਸੱਚ ਹੈ, ਮੈਨੂੰ ਕਿਸੇ ਦੂਜੇ ਨਾਲ ਗੱਲ ਹੀ ਨਹੀਂ ਹੈ, ਮੇਰੀ ਜ਼ਿੰਦਗੀ ਦੇ ਵਿੱਚ ਕੋਈ ਦੂਜਾ ਹੈ ਹੀ ਨਹੀਂ। ਮੇਰੇ ਜੀਵਨ ਦੇ ਵਿੱਚ ਸਿਰਫ ਇੱਕ ਹੈ, ਉਹ ਹੈ ਅਕਾਲ ਪੁਰਖ। ਮੇਰੇ ਜੀਵਨ ਦੇ ਵਿੱਚ ਸਿਰਫ ਇੱਕ ਹੈ, ਇੱਕ ਓੰਕਾਰ। ਤੁਹਾਡੀ ਅਗਰ ਸਾਰੀ ਕਨਸੈਂਟਰੇਸ਼ਨ ਉੱਥੇ ਹੀ ਹੈ ਤੇ ਪਰਮਾਤਮਾ ਤੁਹਾਨੂੰ ਸੁੱਖ ਦੇਗਾ ਹੀ ਦੇਗਾ। ਸਾਡੀ ਜਦੋਂ ਪਰਮਜੀਤ ਦੀ ਬੁੱਧੀ ਜਾਂ ਆਤਮਾ ਭਟਕਦੀ ਹੈ ਨਾ, ਭਟਕਦੀ ਸਮਝਦੀ, ਵਾਂਡਰ ਕਰਦੀ ਹੈ, ਕਦੀ ਇੱਧਰ ਕਦੀ ਇੱਧਰ ਕਦੀ ਇੱਧਰ, ਤਾਂ ਦੁੱਖ ਹੁੰਦਾ ਨੇ। ਕਿਉਂਕਿ ਨਾ ਅਸੀਂ ਇੱਧਰ ਤੇ ਰਹਿੰਦੇ ਹਾਂ, ਨਾ ਅਸੀਂ ਇੱਧਰ ਤੇ ਰਹਿੰਦੇ ਹਾਂ, ਸਾਨੂੰ ਪਤਾ ਹੀ ਨਹੀਂ ਅਸੀਂ ਕੀ ਲੱਭ ਰਹੇ ਹਾਂ, ਸਾਡੀ ਡੈਸਟੀਨੇਸ਼ਨ ਹੀ ਗਵਾਚ ਜਾਂਦੀ ਹੈ। ਪਰ ਜੇ ਤੁਸੀਂ ਇੱਕ ਓਂਕਾਰ ਤੇ ਕਨਸੈਂਟਰੇਟ ਕਰੋ, ਸਿਰਫ ਗੁਰੂ ਨਾਨਕ ਦੇ ਚਰਨ ਹੀ ਪਕੜ ਕੇ ਰੱਖੋ, ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਿਪਾਹੀ ਬਣ ਕੇ ਉਹਨਾਂ ਦੇ ਦਿੱਤੇ ਹੋਏ ਘੋੜੇ ਦੇ ਉੱਤੇ ਹੀ ਬੈਠੇ ਰਹੋ, ਤੇ ਫਿਰ ਨਿਸ਼ਚੈ ਕਰ ਆਪਣੀ ਜੀਤ ਕਰੋ, ਫਿਰ ਤੇ ਜੀਤ ਹੋਏਗੀ ਹੋਈ ਨਾ। ਐਵੇਂ ਤਾਂ ਨਹੀਂ ਉਹਨਾਂ ਸ਼ਬਦ ਲਿਖਿਆ ਨਾ, ਜੀਤ ਕਰਨੀ ਹੈ, ਮੰਜ਼ਿਲ ਤੇ ਪਹੁੰਚਣਾ, ਤੇ ਫਿਰ ਤੁਸੀਂ ਅਕਾਲ ਪੁਰਖ ਦੇ ਚਰਨ ਤੁਹਾਨੂੰ ਫੜਨ ਦੀ ਲੋੜ ਹੈ। ਸਭਨਾ ਵਿੱਚ ਤੂੰ ਵਰਤਦਾ ਸਾਹਾ, ਤੂੰ ਤੇ ਹੈ ਹੀ ਹਰ ਜਗ੍ਹਾ।
ਮੈਂ ਤੇ ਐਵੇਂ ਜੰਗਲਾਂ 'ਚ ਆ ਕੇ ਭਟਕਦਾ ਫਿਰਦਾ, ਪਹਾੜਾਂ 'ਤੇ ਤੈਨੂੰ ਲੱਭਦਾ ਫਿਰਦਾ। ਸਭਨਾਂ ਵਿੱਚ ਤੂੰ ਵਰਤਦਾ, ਸਭ ਤੁਝੇ ਤਿਹਾਵੇ ਦਿਨ ਰਾਤ। ਕੋਈ ਮੰਨੇ ਨਵਤੇਜੀ ਜਾਂ ਨਾ ਮੰਨੇ, ਹਰ ਬੰਦਾ ਉਹਨੂੰ ਹੀ ਤਿਆਰਿਆ। ਕੋਈ ਕਹਿ ਦਿੰਦਾ ਮੈਂ ਗੁਰਦੁਆਰੇ ਜਾਨਾ, ਤੇ ਕੋਈ ਰਾਤ ਦੇ ਅੰਧੇਰੇ ਵਿੱਚ ਗੁਰਦੁਆਰੇ ਚਲੇ ਜਾਂਦਾ, ਕੋਈ ਸਵੇਰੇ 4 ਵਜੇ ਗੁਰਦੁਆਰੇ ਚਲਾ ਜਾਂਦਾ, ਕੋਈ ਦੁਪਹਿਰੀ ਚਲੇ ਜਾਂਦਾ, ਕੋਈ ਗੁਰਦੁਆਰੇ ਨਹੀਂ ਵੀ ਜਾਂਦਾ, ਬਾਹਰੋਂ ਮੱਥਾ ਟੇਕ ਕੇ ਚਲਾ ਜਾਂਦਾ, ਕੋਈ ਗੁਰਦੁਆਰੇ ਨਹੀਂ ਜਾਂਦਾ, ਮੰਦਿਰ ਚਲਾ ਜਾਂਦਾ, ਕੋਈ ਆਪਣੇ ਦਿਲ ਦੇ ਗੁਰਦੁਆਰੇ ਵਿੱਚ ਹੀ ਮੱਥਾ ਟੇਕ ਲੈਂਦਾ। ਜਿਹੜੇ ਐਥੀਸਟ ਜਿਹਨੂੰ ਕਹਿੰਦੇ ਹੋ ਨਾ, ਐਥੀਸਟ, ਜਿਸ ਵੇਲੇ ਤੁਸੀਂ ਕਿਸੇ ਨਹੀਂ ਕਹਿੰਦੇ ਕਿ ਮੈਂ ਉਹਨੂੰ ਨਫ਼ਰਤ ਕਰਦਾ, ਨਫ਼ਰਤ ਵੀ ਇੱਕ ਰਿਸ਼ਤਾ ਹੈ। ਨਫ਼ਰਤ ਇਜ਼ ਆਲਸੋ ਏ ਰਿਲੇਸ਼ਨਸ਼ਿਪ। ਪਰਮਾਤਮਾ ਨੂੰ ਨਾ ਮੰਨਣਾ ਵੀ, ਪਰਮਾਤਮਾ ਨੂੰ ਨਾ ਮੰਨਣਾ। ਕਿਹਨੂੰ ਨਹੀਂ ਮੰਨ ਰਹੇ? ਕਿਸੇ ਦੀ ਗੱਲ ਤੇ ਕਰ ਰਹੇ ਹੋ ਨਾ, ਪਰਮਾਤਮਾ। ਜਿਸੇ ਤੁਸੀਂ ਡੈਫੀਨੇਸ਼ਨ ਲੱਭਦੇ ਹੋ ਨਾ ਥੀਸਟ ਦੀ ਕਿਧਰੇ ਵੀ, ਉਹ ਜਿਹਨੂੰ ਨਹੀਂ ਮੰਨ ਰਹੇ ਤੇ ਉਹ ਵੀ ਪਰਮਾਤਮਾ ਹੀ ਹੈ ਨਾ। ਇਹਦਾ ਮਤਲਬ ਹੈ ਮੰਨ ਰਹੇ ਨੇ ਉਹਨਾਂ ਨੇ, ਪਰ ਉਹ ਕਹਿ ਨਹੀਂ ਸਕਦੇ ਕਿ ਅਸੀਂ ਪਰਮਾਤਮਾ ਦੀ ਹੋਂਦ ਹੀ ਕੋਈ ਨਹੀਂ ਹੈ। ਸਭ ਤੁਝੇ ਹੀ ਥਾਵੋ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ, ਦਾਤਾ ਦੇਣ ਵਾਲਾ ਤੂੰ ਹੈ। ਰੋਜ਼ ਸਵੇਰੇ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਗੁਰ ਪ੍ਰਸਾਦ, ਗੁਰ ਪ੍ਰਸਾਦ, ਗੁਰ ਪ੍ਰਸਾਦ। ਸੋਚ ਲਓ ਮਨ ਵਿੱਚ, ਫਿਰ ਆਪਣੇ ਘਰ ਦੇ ਵਿੱਚ ਚਾਰੋਂ ਪਾਸੇ ਨਜ਼ਰ ਪਾਓ, ਫਿਰ ਦੇਖੋ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਨੇ ਕਿੰਨਾ ਕੁਝ ਦਿੱਤਾ ਤੁਹਾਨੂੰ। ਘਰ ਦਿੱਤਾ ਰਹਿਣ ਨੂੰ, ਬੱਚੇ ਦਿੱਤੇ ਨੇ, ਸਾਥੀ ਦਿੱਤੇ ਨੇ, ਦੋਸਤ ਦਿੱਤੇ ਨੇ, ਹੋਰ ਤੁਹਾਨੂੰ ਕੀ ਚਾਹੀਦਾ? ਹਰ ਚੀਜ਼ ਜੀਵਨ ਦੀ ਜਿਹੜੀ ਤੁਹਾਨੂੰ ਲੋੜ ਹੈ ਉਹ ਤੁਹਾਨੂੰ ਅਕਾਲ ਪੁਰਖ ਨੇ ਮੁਹੱਈਆ ਕੀਤੀ ਹੈ। ਕਿਸੇ ਕੋਲ ਥੋੜੀ ਹੈ, ਕਿਸੇ ਕੋਲ ਬਹੁਤੀ ਹੈ। ਕੋਈ ਸਮਝ ਸਕਦਾ। ਕਈ ਜਸਵੀਰ ਕੌਰ ਜੀ ਝੁੱਗੀ ਵਿੱਚ ਰਹਿ ਕੇ ਵੀ ਖੁਸ਼ ਨੇ, ਤੇ ਕਈ ਮਹਿਲਾ ਵਿੱਚ ਰਹਿ ਕੇ ਵੀ ਉਦਾਸ ਨੇ। ਗੱਲ ਤੇ ਖੁਸ਼ੀ ਦੀ ਹੈ, ਗੱਲ ਤੇ ਸੰਤੁਸ਼ਟੀ ਦੀ ਹੈ। ਇੱਕ ਫਕੀਰ ਹੈ ਤੇ ਉਹਦਾ ਇੱਕ ਚੇਲਾ, ਇੱਕ ਝੌਂਪੜੀ 'ਚ ਰਹਿੰਦੇ ਨੇ। ਉਹ ਬਾਹਰ ਗਏ ਨੇ ਕਿਧਰੇ ਫੇਰੀ ਲਾਉਣ, ਬਹੁਤ ਹਨੇਰੀ ਚੱਲੀ, ਅਰਦਾਸ ਕੀਤੀ ਵੀ ਰੱਬਾ ਝੌਂਪੜੀ ਨੂੰ ਬਚਾ ਲਈ। ਘਰ ਆਏ, ਅੱਧੀ ਤੋਂ ਜ਼ਿਆਦਾ ਝੌਂਪੜੀ ਉੱਡ ਗਈ ਸੀ। ਬੜਾ ਛੋਟਾ ਸੀ, ਉਹ ਆਪਣੇ ਵੱਡੇ ਗੁਰੂ ਨੂੰ ਕਹਿਣ ਲੱਗਾ ਤੇਰੀ ਅਰਦਾਸ ਦਾ ਕੀ ਬਣਿਆ ਬਈ? ਰੱਬ ਨੇ ਅੱਧੀ ਉਡਾਤੀ ਆ। ਤੇ ਜਿਹੜਾ ਵੱਡਾ ਸੀ ਉਹ ਕਹਿੰਦਾ ਸ਼ੁਕਰ ਕਰ, ਰੱਬ ਨੇ ਅੱਧੀ ਬਚਾਤੀ। ਸਿਰ ਲੁਕਾਉਣ ਨੂੰ ਸਾਨੂੰ ਹਾਲੀ ਵੀ ਜਗ੍ਹਾ ਹੈ। ਸੋ ਗੱਲ ਇਹ ਹੈ ਕਿ ਅਸੀਂ, ਸਾਨੂੰ ਜੋ ਹੈ ਉਹਦਾ ਸ਼ੁਕਰ ਕਰਨਾ ਚਾਹੀਦਾ ਅਕਾਲ ਪੁਰਖ। ਐਜ਼ ਏ ਹਿਊਮਨ ਬੀਇੰਗ, ਐਜ਼ ਏ ਰੋਂਗ ਹਿਊਮਨ ਬੀਇੰਗ, ਐਜ਼ ਰੋਂਗ ਟੀਚਿੰਗ, ਅਸੀਂ ਹਮੇਸ਼ਾ ਗਿਲਾ ਕਰਦੇ ਰਹਿੰਦੇ ਹਾਂ, ਸ਼ਿਕਾਇਤ ਕਰਦੇ ਰਹਿੰਦੇ ਹਾਂ ਉਸ ਚੀਜ਼ ਦੀ ਜਿਹੜੀ ਸਾਡੇ ਕੋਲ ਨਹੀਂ ਹੈ। ਦੈਟ ਇਜ਼ ਦੀ ਵੇ ਵੀ ਆਰ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਦੇਖੋ ਪਹਿਲਾਂ ਉਹਨਾਂ ਨੇ ਵਰਡ ਯੂਜ਼ ਕੀਤਾ ਸਾਹਾ, ਸਾਹਾ। ਇਹ ਲਾਸਟ ਦੋ ਲਾਈਨ 'ਚ ਉਹਨਾਂ ਵਰਡ ਯੂਜ਼ ਕੀਤਾ ਬਿਲਵਡ ਕਿਹਾ, ਪਰਮਾਤਮਾ ਨੂੰ ਪਿਆਰਾ ਕਿਹਾ। ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ। ਤੂੰ ਆਪੇ ਕਿਹਾ, ਵਾਹਿਗੁਰੂ ਨੇ ਸਾਨੂੰ ਕਿਹਾ ਤੁਸੀਂ ਕਿਸੇ ਹੋਪ ਤੇ ਜੀਓ, ਹੋਪ ਰੱਖੋ ਆਪਣੇ ਮਨ 'ਚ, ਡਿਪਰੈਸ਼ਨ 'ਚ ਨਹੀਂ ਜਾਣਾ, ਹੋਪ ਨਹੀਂ ਛੱਡਣੀ, ਕਰਦੇ ਰਹੋ, ਮਿਲੇਗਾ ਵਾਹਿਗੁਰੂ, ਮਿਲੇਗਾ। ਸੋ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵੇ ਮੇਰੇ ਸਾਹ, ਜਿਉਂ ਪਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ। ਆ ਗਈ ਨਾ ਉਹ ਲਾਈਨ, ਜਿਉਂ ਪਾਵੇ, ਜਿਉਂ ਪਾਵੇ ਤਿਉਂ ਰੱਖ ਤੂੰ ਮੇਰੇ ਪਿਆਰੇ। ਸਤ ਨਾਨਕ ਕੇ ਪਾਤਸ਼ਾਹ, ਤੂੰ ਤੇ ਪਾਤਸ਼ਾਹ ਦਾ ਪਾਤਸ਼ਾਹ ਹੈ। ਯੂ ਆਰ ਦੀ ਕਿੰਗ ਆਫ ਕਿੰਗਸ, ਗ੍ਰੇਟੈਸਟ ਆਫ ਦੀ ਗ੍ਰੇਟ। ਸੋ ਹੁਣ ਤੁਸੀਂ ਇਹਦੀ ਸਮਰੀ ਸਿਰਫ ਇੰਨੀ ਕਰ ਸਕਦੇ ਹੋ ਕਿ ਗੁਰੂ ਰਾਮਦਾਸ ਜੀ ਉਸ ਅਕਾਲ ਪੁਰਖ ਨੂੰ ਕਹਿ ਰਹੇ ਨੇ, ਦੁੱਖ ਤੇ ਸੁੱਖ, ਉਮੀਦ ਤੇ ਨਾ ਉਮੀਦੀ, ਸਭ ਤੇਰੇ ਹੱਥ 'ਚ ਹੈ। ਮੈਂ ਆਪਣਾ ਸੀਸ ਤੇਰੇ ਅੱਗੇ ਝੁਕਾਣਾ, ਜਿਉਂ ਪਾਵੇ ਤਿਉਂ ਰੱਖ ਲੈ। ਸੋ ਦਿਸ ਇਜ਼, ਜਦੋਂ ਤੁਸੀਂ ਸ਼ਬਦ ਨੂੰ ਆਪਣੇ ਦਿਲ ਦੇ ਅੰਦਰ ਉਤਾਰ ਲੈਂਦੇ ਹੋ। ਦੇਖ ਦੋ ਗੱਲਾਂ ਨੇ ਬਬਲੀ, ਧਿਆਨ ਨਾਲ ਸੁਣ ਮੇਰੀ ਗੱਲ। ਇੱਕ ਤੇ ਮੇਰੀ ਗੱਲ ਸੁਣਨੀ, ਇੱਕ ਮੇਰੀ ਗੱਲ ਸੁਣ ਕੇ ਉਹਨੂੰ ਸਾਂਭਣਾ, ਤੇ ਤੀਜਾ ਉਹਨੂੰ ਸਾਂਭੀ ਹੋਈ ਗੱਲ ਨੂੰ ਫਿਰ ਕਿਸੇ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਕਿ ਅੱਜ ਅਸੀਂ ਇਹ ਸ਼ਬਦ ਪੜ੍ਹਿਆ ਤੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਇਹ ਕਹਿ ਰਹੇ। ਗੁਰੂ ਰਾਮਦਾਸ ਜੀ ਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਬਹੁਤ ਕੁਝ ਪਤਾ ਹੈ। ਬਹੁਤ ਸਾਰੇ ਸਾਡੇ ਗੁਰੂ ਸਾਹਿਬਾਨ, ਮੈਨੂੰ ਹੋ ਸਕਦਾ ਮੈਂ ਜਿਹੜੇ ਵਰਡ ਹੁਣ ਯੂਜ਼ ਕਰਨ ਲੱਗਾ ਗਲਤ ਹੋਣ,
ਤੇ ਪਿੰਡਾਂ ਤੇ ਸ਼ਹਿਰਾਂ ਵਿੱਚ ਰਹਿਣ ਵਾਲੇ ਮੈਨੂੰ ਪਲੀਜ਼ ਕਰੈਕਟ ਕਰ ਦੇਣ। ਮੈਂ ਸੋਚਦਾ ਕਿ ਬਹੁਤ ਸਾਰੇ ਗੁਰੂ ਸਾਹਿਬਾਨ ਸਾਡੇ ਸ਼ਹਿਰਾਂ ਵਿੱਚ ਨਹੀਂ ਜੰਮੇ। ਮੈਨੂੰ ਕੋਈ ਦੱਸ ਸਕਦਾ ਕਿਹੜੇ ਕਿਹੜੇ ਗੁਰੂ ਸਾਹਿਬਾਨ ਸ਼ਹਿਰ ਵਿੱਚ ਜੰਮੇ ਨੇ? ਮਹਿੰਦਰ ਗੁਰੂ ਰਾਮਦਾਸ ਜੀ ਪਹਿਲੇ ਸ਼ਹਿਰ ਦਾ ਨਾਮ ਹੀ ਲਓ। ਸ਼ਹਿਰ ਦਾ ਨਾਮ ਜੀ ਚੂਨਾ ਮੰਡੀ ਲਾਹੌਰ। ਓਕੇ, ਹੋਰ ਕਿਹੜਾ ਗੁਰੂ ਸ਼ਹਿਰ ਜੰਮਿਆ? ਗੁਰੂ ਅਰਜਨ ਜੀ, ਗੁਰਦੀਪ ਗੁਰੂ ਅਰਜਨ ਜੀ ਗੋਇੰਦਵਾਲ ਸਾਹਿਬ। ਗੋਇੰਦਵਾਲ ਸ਼ਹਿਰ ਨਹੀਂ ਹੈ, ਉਸ ਵੇਲੇ ਸ਼ਹਿਰ ਨਹੀਂ ਸੀ। ਨਨਕਾਣਾ ਸਾਹਿਬ ਉਹ ਵੀ ਸ਼ਹਿਰ ਨਹੀਂ ਸੀ। ਉਹ ਵੀ ਸ਼ਹਿਰ ਨਹੀਂ ਨਾ। ਵਜ਼ੀਰ ਜੀ ਅੰਮ੍ਰਿਤਸਰ। ਗੁਰੂ ਤੇਗ ਬਹਾਦਰ ਅੰਮ੍ਰਿਤਸਰ। ਹਾਂ, ਪਰਮਜੀਤ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ। ਐਕਸਲੈਂਟ। ਸੋ ਤਿੰਨ ਗੁਰੂ ਸਾਹਿਬ ਦੇ ਨਾਂ ਤੇ ਤੁਸੀਂ ਇਜ਼ੀਲੀ ਕਹਿ ਸਕਦੇ ਹੋ ਨਾ, ਪਟਨਾ ਸਾਹਿਬ, ਅੰਮ੍ਰਿਤਸਰ ਤੇ ਲਾਹੌਰ। ਠੀਕ ਹੈ, ਬਾਕੀ ਹੁਣ ਸ਼ਹਿਰ ਵੱਡੇ ਹੋ ਗਏ ਨੇ, ਮਤਲਬ ਪਿੰਡ ਵੱਡੇ ਹੋ ਗਏ ਨੇ, ਪਰ ਉਸ ਵੇਲੇ ਦੇ ਮੁਤਾਬਕ ਉਹ ਤੁਸੀਂ ਉਹਨਾਂ ਨੂੰ ਪੂਰਨ ਸ਼ਹਿਰ ਸ਼ਾਇਦ ਨਾ। ਮੈਂ ਪਹਿਲਾਂ ਤੁਹਾਨੂੰ ਕੋਲੋਂ ਮਾਫੀ ਮੰਗ ਲਈ ਸੀ ਕਿ ਮੈਂ ਨਹੀਂ ਹੋ ਸਕਦਾ ਮੈਂ ਗਲਤ ਕਵਾਂ, ਪਰ ਮੇਰੇ ਖਿਆਲ ਦੇ ਵਿੱਚ ਲਾਹੌਰ, ਅੰਮ੍ਰਿਤਸਰ ਤੇ ਪਟਨਾ ਸਾਹਿਬ ਤਿੰਨ ਵੱਡੇ ਸ਼ਹਿਰ ਸਨ ਜਿੱਥੇ ਗੁਰੂ ਰਾਮਦਾਸ ਜੀ ਨੇ, ਗੁਰੂ ਤੇਗ ਬਹਾਦਰ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਨਮ ਲਿਆ। ਹੁਣ ਮੈਂ ਤਿੰਨ ਏਜਸ ਬੋਲਾਂਗਾ, 5 ਸਾਲ, 7 ਸਾਲ, 6 ਸਾਲ ਤੇ 22 ਸਾਲ। ਇਹ what I'm trying to say। ਉਹਨਾਂ ਦੀ ਏਜ ਸੇਵਾ ਜੀ। ਵਜ਼ੀਰ ਜੀ ਨੇ ਹੱਥ ਚੁੱਕਿਆ, ਮਹਿੰਦਰ ਨੇ ਹੱਥ ਚੁੱਕਿਆ, ਪਰਮਜੀਤ ਨੇ ਹੱਥ ਚੁੱਕਿਆ, ਬਾਕੀ ਕੀ ਕਰ ਰਹੇ ਨੇ? ਨਵਤੇਜ ਨੇ ਵੀ ਇਸ ਤਰ੍ਹਾਂ ਕੀਤਾ ਹੌਲੀ ਹੌਲੀ ਇੰਜਨ ਸ਼ਾਇਦ। ਚੱਲ ਨਵਤੇਜ ਤੂੰ ਹੀ ਦੱਸ। ਹਾਂ, 5 ਗੁਰੂ ਰਾਮਦਾਸ ਦੀ ਗੱਲ ਕਰ ਰਹੇ ਹਾਂ। ਗੁਰੂ ਰਾਮਦਾਸ ਦੀ ਗੱਲ ਹੋ ਰਹੀ ਹੈ ਸਿਰਫ, ਇਹ ਸੇਵਾ ਦੀ ਗੱਲ ਨਹੀਂ ਸੇਵਾ ਕੀ ਗੁਰੂ ਰਾਮਦਾਸ ਦੀ ਗੱਲ ਹੈ। ਤੇ ਮੈਂ ਜਿਸ ਸੀਕੁਐਂਸ ਵਿੱਚ ਮੈਂ ਬੋਲਾਂਗਾ ਉਸ ਸੀਕੁਐਂਸ ਵਿੱਚ ਮੈਂ ਪੁੱਛਣਾ ਚਾਹਨਾ, 5 ਫਿਰ 5 ਫਿਰ 7 ਫਿਰ 6 ਫਿਰ 22 ਜਾਂ 25। ਗੁਰਦੀਪ ਦਾ ਹੱਥ ਉੱਤੇ ਆ। ਚੱਲ ਗੁਰਦੀਪ ਤੂੰ ਬੋਲਦੇ, ਬਾਕੀ ਪਰਮਜੀਤ ਵੀ ਇਸ ਵਾਰੀ ਸੋਚ ਰਹੀ ਹੈ। ਹਾਂ, ਗੁਰੂ ਰਾਮਦਾਸ ਜੀ ਜਿੱਥੇ ਰਹੇ ਆ ਸ਼ਹਿਰਾਂ ਵਿੱਚ, ਲਾਹੌਰ ਵਿੱਚ 7 ਸਾਲ। ਹੌਲੀ ਹੌਲੀ ਮੈਂ 5 ਕੀ ਹੈ? 5 ਸਾਲ ਕੀ ਹੈ? 5 ਬਸ ਕੇ ਸੀ ਆਪਣੇ ਨਾਨਕੇ ਨਾ। ਮਹਿੰਦਰ ਲਾਹੌਰ ਰਹੇ ਜੀ 5 ਸਾਲ ਪਹਿਲੇ। 5 ਸਾਲ ਉਹ ਜਿੱਥੇ ਜੰਮੇ ਉੱਥੇ ਰਹੇ। 5 ਰਹੇ ਜੀ ਕਿ 7 ਸਾਲ? ਸੌਰੀ 7 ਸਾਲ ਉਹ ਜਿੱਥੇ ਜੰਮੇ ਉੱਥੇ ਰਹੇ। 5 ਸਾਲ ਤੁਸੀਂ ਠੀਕ ਕਿਹਾ। 5 ਸਾਲ ਕੀ ਹੋਇਆ ਉਹਨੂੰ? ਬਸ ਕੇ ਨਾਨਕੇ ਰਹੇ। ਠੀਕ ਹੈ, 7 ਸਾਲ ਜਿੱਥੇ ਜੰਮੇ ਉੱਥੇ ਰਹੇ। ਹਾਂਜੀ, ਲਾਹੌਰ। ਉਹ ਲਾਹੌਰ ਸੀ। 5 ਸਾਲ ਉਹ ਨਾਨਕੇ ਰਹੇ, ਜਿਹੜਾ ਕਿਹੜੀ ਜਗ੍ਹਾ ਸੀ? ਬਾਸਰ ਕੇ। ਬਾਸਰ ਕੇ। ਹੋਰ ਕਿਹੜੇ ਗੁਰੂ ਨਾਲ ਸੰਬੰਧਿਤ? ਗੁਰੂ ਅਮਰਦਾਸ ਜੀ ਉੱਥੇ born ਹੋਏ ਸੀ। ਉੱਥੇ ਉਹਨਾਂ ਦਾ ਜਨਮ ਹੈ। ਦੇਖੋ ਕੁਦਰਤ ਦੀ ਖੇਡ ਦੇਖੋ। ਗੁਰੂ ਰਾਮਦਾਸ ਜੀ 1541 ਵਿੱਚ ਬਾਸਰ ਕੇ ਗਏ ਨਵਤੇਜ ਜੀ ਆਪਣੀ ਨਾਨੀ ਨਾਲ, ਔਰ 1540 ਵਿੱਚ ਗੁਰੂ ਅਮਰਦਾਸ ਖਡੂਰ ਸਾਹਿਬ ਚਲੇ ਗਏ ਸੀ। ਗੁਰੂ ਰਾਮਦਾਸ ਜੀ ਦੇ ਬਾਸਰ ਕੇ ਪਹੁੰਚਣ ਤੋਂ ਪਹਿਲਾਂ, ਹੁਣੇ ਤੁਸੀਂ ਦੱਸਿਆ ਬਾਸਰ ਕੇ ਕਿਹੜੇ ਗੁਰੂ ਸਾਹਿਬ ਦਾ ਜਨਮ ਹੈ? ਅਮਰਦਾਸ ਦਾ। ਗੁਰੂ ਅਮਰਦਾਸ ਜੀ ਕਿਹੜੇ ਗੁਰੂ ਸਾਹਿਬ ਦੀ ਸੇਵਾ ਲਈ ਗਏ ਸਨ? ਗੁਰੂ ਅੰਗਦ ਦੇਵ ਜੀ ਕਿੱਥੇ ਸਨ? ਖਡੂਰ। ਉਧਰੋਂ ਗੁਰੂ ਰਾਮਦਾਸ ਜੀ ਹਾਲੀ ਗੁਰੂ ਨਹੀਂ ਬਣੇ, ਆਪਣੀ ਨਾਨੀ ਨਾਲ ਲਾਹੌਰ ਤੋਂ ਬਾਸਰ ਕਾ ਪਹੁੰਚਦੇ ਨੇ, ਤੇ ਉਹਨਾਂ ਦੇ ਪਹੁੰਚਣ ਤੋਂ 1 ਸਾਲ ਪਹਿਲਾਂ ਜਾਂ ਕੁਝ ਮਹੀਨੇ ਪਹਿਲਾਂ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਚਲੇ ਜਾਂਦੇ ਨੇ। ਸੋ ਗੁਰੂ ਰਾਮਦਾਸ ਜੀ, ਗੁਰੂ ਅਮਰਦਾਸ ਉਦੋਂ ਵਾਲੇ ਗੁਰੂ ਨਹੀਂ ਬਣੇ, ਉਹ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਨੂੰ ਬਾਸਰ ਕੇ ਨਹੀਂ ਮਿਲਦੇ। ਹੁਣ ਖਡੂਰ ਸਾਹਿਬ 3 ਗੁਰੂ ਇਕੱਠੇ ਨੇ, ਕਿਹੜੇ ਕਿਹੜੇ? ਚਲ ਹੁਣ ਬਹੁਤ ਲਵਤੇ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ। ਹੁਣ 3 ਇਕੱਠੇ ਹੋ ਗਏ। ਗੁਰੂ ਪਰ ਸਿਰਫ ਗੁਰੂ ਅੰਗਦ ਨੇ।
ਗੁਰੂ ਅਮਰਦਾਸ ਆਏ ਨੇ ਉੱਥੇ ਉਹਨਾਂ ਦੀ ਸੇਵਾ ਕਰਨ, ਤੇ ਗੁਰੂ ਰਾਮਦਾਸ ਜੀ ਸੇਵਾ ਕਰਨ ਨਹੀਂ ਮਤਲਬ ਆਏ ਤੇ ਗੁਰੂ ਘਰ ਦੀ ਸੇਵਾ ਕਰਨ ਨੇ, ਬਟ ਨਾਟ ਡਾਇਰੈਕਟਲੀ ਜਿਸ ਤਰ੍ਹਾਂ ਕਿ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੀ ਸੇਵਾ ਕਰ ਰਹੇ ਨੇ ਗੁਰੂ ਘਰ ਵਿੱਚ। ਹੁਣ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਨੇ। ਫਿਰ ਗੁਰੂ ਅਮਰਦਾਸ ਜੀ ਕਿੱਥੇ ਜਾਂਦੇ ਨੇ? ਗੋਇੰਦਵਾਲ। ਗੋਇੰਦਵਾਲ। ਉਹਨਾਂ ਦੇ ਨਾਲ ਹੀ ਭਾਈ ਜੇਠਾ ਜਾਂ ਜਿਹਨੂੰ ਤੁਸੀਂ ਗੁਰੂ ਰਾਮਦਾਸ ਕਹਿੰਦੇ ਹੋ, ਹੁਣ ਉਹਨਾਂ ਦੇ ਨਾਲ ਹੀ ਗੋਇੰਦਵਾਲ ਆ ਜਾਂਦੇ। ਵੈਸੇ ਤੇ ਉਹ 25 ਸਾਲ ਗੋਇੰਦਵਾਲ ਰਹਿੰਦੇ ਨੇ, ਪਰ 22 ਸਾਲ ਕੀ ਹੈ ਉਹਨਾਂ ਦੀ ਸੇਵਾ। ਸੇਵਾ ਕੀਤੀ ਗੁਰੂ ਅਮਰਦਾਸ ਜੀ ਦੀ। ਗੋਇੰਦਵਾਲ ਆਉਣ ਤੋਂ ਬਾਅਦ ਗੁਰਦੀਪ ਠੀਕ ਕਹਿ ਰਿਹਾ, ਧਿਆਨ ਨਾਲ ਸੁਣ ਲਓ, ਉਹ ਗੁਰੂ ਅਮਰਦਾਸ ਕੋਲ ਪਹਿਲਾਂ ਦੇ ਨੇ, ਖਡੂਰ ਸਾਹਿਬ ਦੇ ਵਿੱਚੋਂ ਦੇ, ਪਰ ਗੋਇੰਦਵਾਲ ਆ ਕੇ, ਕਿਉਂਕਿ ਹੁਣ ਗੁਰੂ ਬਣੇ ਨਾ ਗੁਰੂ ਅਮਰਦਾਸ ਜੀ, ਅਮਰਦਾਸ ਜੀ ਖਡੂਰ ਸਾਹਿਬ ਜਿਸ ਵੇਲੇ ਉਹਨਾਂ ਨੂੰ ਗੁਰੂ ਸੰਪਿਆ ਗਿਆ ਤੇ ਉਹ ਗੋਇੰਦਵਾਲ ਆ ਗਏ। ਤੇ ਜੇ ਤੁਸੀਂ ਆਸਾਨ ਸਮਝਣਾ, ਹੁਣ ਉਹਨਾਂ ਦੀ ਗੁਰੂਸ਼ਿਪ ਪੀਰੀਅਡ ਸ਼ੁਰੂ ਹੋਈ। ਇਹ ਗੁਰੂਸ਼ਿਪ ਪੀਰੀਅਡ ਸ਼ੁਰੂ ਹੋਣ ਤੋਂ 22 ਸਾਲ ਬਾਅਦ ਫਿਰ ਗੁਰੂ ਰਾਮਦਾਸ ਨੂੰ ਗੁਰੂਸ਼ਿਪ ਮਿਲੀ, ਪਰ ਉਹ ਹਾਲੇ ਵੀ ਗੋਇੰਦਵਾਲ ਨੇ। 2 ਕੁ ਸਾਲ ਉਹ ਗੋਇੰਦਵਾਲ ਰਹਿ ਕੇ ਫਿਰ ਉਹ ਅੰਮ੍ਰਿਤਸਰ ਸਾਹਿਬ ਗਏ। तो 26 ਜਾਂ 25 डिफरेंट ऑथर्स डिफरेंट कहते हैं 7 साल 5 साल 6 साल 25 साल ਤੇ ਜਿੰਨੇ ਵੀ ਬਾਕੀ ਰਹਿ ਗਏ ਉਹ ਅੰਮ੍ਰਿਤਸਰ ਸਾਹਿਬ, ਕਿਉਂਕਿ ਮੁੜ ਕੇ ਉਹਨਾਂ ਨੇ ਜੋਤੀ ਜੋਤ ਸਮਾਣਾ ਗੋਇੰਦਵਾਲ, ਪਰ ਉਹ ਸਿਰਫ 3 ਦਿਨ ਨੇ, ਸੋ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਵੀ ਕਾਊਂਟ ਨਹੀਂ ਕਰ ਸਕਦੇ। ਕਈ ਚੀਜ਼ਾਂ ਨਵਤੇਜ ਜੀ ਅਸੀਂ ਕਿਤਾਬ ਵਿੱਚ ਪੜ੍ਹ ਕੇ ਵੀ ਯਾਦ ਨਹੀਂ ਕਰ ਸਕਦੇ, ਪਰ ਉਹਨੂੰ ਡਿਸਕਸ ਕਰਕੇ ਯਾਦ ਕਰ ਸਕਦੇ। ਇਹੋ ਚੀਜ਼ਾਂ ਜੇ ਅਸੀਂ ਕਿਤਾਬ ਵਿੱਚ ਪੜ੍ਹੀਏ ਤੇ ਕਿਤਾਬ ਬੰਦ ਕਰਦੇ ਹੀ ਹੈ, ਤੇ ਬਾਅਦ ਚ ਕਹਾਂਗਾ ਠੀਕ ਹੈ ਯਾਰ ਆਇਆ ਸੀ 7 ਸਾਲ। ਪਰ ਹੁਣ ਇਹ ਸਾਰੀ ਚੀਜ਼ ਪੜ੍ਹਨ ਦਾ ਮਤਲਬ ਕੀ ਹੈ ਕਿ ਗੁਰੂ ਰਾਮਦਾਸ ਜੀ ਦਾ ਗੁਰੂ ਘਰ ਦੇ ਵਿੱਚ ਰਹਿਣਾ ਕਿੰਨਾ ਇਹ ਖਾਲੀ ਇਹ 22 ਸਾਲ ਨਹੀਂ ਹੈ, ਉਹ ਇਸ ਤੋਂ ਪਹਿਲਾਂ ਖਡੂਰ ਵੀ ਗੁਰੂ ਘਰ ਵਿੱਚ ਹੀ ਸਨ। ਤੇ ਜੇ ਬਾਸਰ ਕਹਿ ਲਓ ਵੀ ਤੁਸੀਂ ਗੁਰੂ ਘਰ ਦੀ ਧਰਤੀ ਕਹਿੰਦੇ ਹੋ, ਤੇ ਉੱਥੇ ਵੀ ਸਾਨੂੰ ਲਾਹੌਰ ਨੂੰ ਛੱਡ ਕੇ ਜਿੱਥੋਂ ਆਪ ਜੰਮੇ ਨੇ ਉਹ 7 ਸਾਲ ਕੱਢਦੇ ਹੋ ਉਹਨਾਂ ਦੀ ਏਜ ਚੋਂ, ਇਹਦਾ ਮਤਲਬ ਬਾਕੀ 40 ਸਾਲ ਉਹ ਗੁਰੂ ਘਰ 'ਚ ਹੀ ਸਨ, ਡਿਫਰੈਂਟ ਗੁਰੂ ਘਰਾਂ 'ਚ। ਉਹਨਾਂ ਦੀ ਕੰਪੋਜੀਸ਼ਨਾਂ ਕਿੰਨੀਆਂ ਨੇ ਪੁੱਤਰ ਪਰਮਜੀਤ ਕੌਰ? 679। अगर 679 कंपोजिशन नवतेज जी करो और सिर्फ 7 साल गुरु पीरियड रिलेटिव, तुसी ते साइंटिस्ट हो, रिलेटिव कटो वजीर जी 7 साल सिर्फ गुरु पीरियड है और 670 ਉਹਨਾਂ ਦੀਆਂ ਕੰਪੋਜੀਸ਼ਨਾਂ ਨੇ। ਐਂਡ ਆਊਟ ਆਫ ਦੈਟ ਉਹ ਕੰਪੋਜੀਸ਼ਨ ਜਿਹੜੀ ਸਾਨੂੰ ਇੱਕ ਦੂਜੇ ਦੇ ਨਾਲ ਬਣਦੀ ਹੈ, ਗੰਢ ਚਤਰਾਵਾ ਸਾਡਾ ਸ਼ਾਦੀ, ਗੁਰੂ ਰਾਮਦਾਸ ਹੀ ਦੇਣਾ। ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਲਾਵਾਂ ਹੈ ਜੀ ਮੇਰੇ ਖਿਆਲ ਚ। ਉਹੀ ਕਹਿ ਰਹੇ ਨਾ, ਸਾਨੂੰ ਉਹੀ ਬੰਦੇ ਹੈ ਨਾ। ਦੂਸਰਾ ਜਿਹੜੀ ਚੀਜ਼ ਉਹਨਾਂ ਦੇ ਬਾਰੇ ਤੁਸੀਂ ਯਾਦ ਰੱਖਣੀ ਹੋਵੇ, ਜਾਂ ਉੱਥੇ ਜਾ ਨਹੀਂ ਰਿਹਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਬੜੀਆਂ ਚੀਜ਼ਾਂ ਲੱਭਦੇ ਹੋ। ਉੱਥੇ ਕਹਿੰਦੇ ਜੀ ਇੱਥੇ ਮਾਤਾ ਖੀਵੀ ਦਾ ਨਾਂ ਹੈ, ਹੋਰ ਕਿਸੇ ਗੁਰੂ ਘਰ ਦੀ ਔਰਤ ਦਾ ਨਾਂ ਨਹੀਂ, ਮਾਤਾ ਖੀਵੀ ਦਾ ਨਾਂ ਹੈ, ਉਹ ਤੁਹਾਨੂੰ ਯਾਦ ਰਹਿੰਦਾ। ਹੁਣ ਹਰ ਗੁਰੂ ਸਾਹਿਬ ਨੇ ਦੂਜੇ ਗੁਰੂ ਨੂੰ ਗੁਰੂ ਬਣਾਇਆ। ਉਸ ਗੁਰੂ ਬਣਾਉਣ ਵੇਲੇ ਕੀ ਕੁਝ ਹੋਇਆ ਇਹ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੋ ਨਾ, ਕਿਧਰੇ ਕੋਈ ਵੀਡੀਓ ਤਾਂ ਨਹੀਂ ਬਣਿਆ। ਚੌਥੀ ਪਾਤਸ਼ਾਹੀ ਦਾ ਵੀਡੀਓ ਕਿਹਨੇ ਬਣਾਇਆ? ਬਾਬਾ ਸੁੰਦਰ ਨੇ, ਬਾਬਾ ਸੁੰਦਰ ਨੇ। ਸੁੰਦਰ ਦਾ ਸ਼ਬਦ ਪੜੋਗੇ ਤੇ ਪੂਰਾ ਵੀਡੀਓ ਚੱਲੇਗਾ, ਕਿਸ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਇਸ ਸੰਸਾਰ ਨੂੰ ਛੱਡਣ ਵਾਲੇ ਨੇ, ਕਿਸ ਤਰ੍ਹਾਂ ਉਹਨਾਂ ਨੇ ਪਰਿਵਾਰ ਨੂੰ ਇਕੱਠਾ ਕੀਤਾ, ਕੌਣ ਕੌਣ ਪਰਿਵਾਰ ਵਿੱਚ ਆਇਆ, ਕੀ ਉੱਥੇ ਸ਼ਬਦ ਪੜ੍ਹੇ ਗਏ ਨੇ, ਔਰ ਕਿਸ ਪੂਰੀ ਕਹਾਣੀ ਤੁਹਾਨੂੰ ਉੱਥੇ ਸਮਝ ਆਉਂਦੀ ਹੈ। ਹੁਣ ਬਾਬਾ ਸੁੰਦਰ ਦਾ ਨਾਂ ਲਿਆ ਗੁਰਦੇਵ ਜੀ ਤੁਸੀਂ? ਹਾਂਜੀ। ਬਾਬਾ ਸੁੰਦਰ ਕੌਣ ਨੇ, ਇਹ ਜਰਾ ਕਲਾਸ ਨੂੰ ਦੱਸੋ। ਗੁਰੂ ਅਮਰਦਾਸ ਜੀ ਦੇ ਗ੍ਰੇਟ ਗ੍ਰੈਂਡਸਨ ਸੀਗੇ। ਅਗਰ ਅਸੀਂ ਗੁਰੂ ਅਮਰਦਾਸ ਤੋਂ ਚਲੀਏ, ਅੱਜ ਬੀਬੀ ਪਰਮਜੀਤ ਕਿਉਂ ਇੰਨੀ ਚੁੱਪ ਹੈ? ਚੁੱਪ ਨਹੀਂ ਡਾਕਟਰ ਜੀ, ਨਹੀਂ ਚੁੱਪ, ਚੱਲ ਬੋਲ ਫਿਰ, ਇਹਨੂੰ ਉਠਾਣੇ, ਇਹਨੂੰ ਪੁੱਛਦੇ ਹਾਂ। ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਨਾਲ ਹੈ
ਗੁਰੂ ਅਮਰਦਾਸ ਜੀ ਦੇ ਬੱਚਿਆਂ ਦੇ ਨਾਂ ਹੈਗੇ ਆ ਬਾਬਾ ਮੋਹਨ ਤੇ ਮੋਰੀ, ਹਮ। ਬੀਬੀ ਪਾਣੀ ਤੇ ਤਾਨੀ। ਮੋਹਨ ਦੀ ਸ਼ਾਦੀ ਹੋਈ ਸੀ? ਨਾ ਅਗਰ ਫਿਰ ਉਹਨਾਂ ਦੇ ਪੋਤਰੇ ਹੋਏ ਤਾਂ ਫਿਰ ਕਿਹਦੇ ਬੱਚੇ ਹੋਣਗੇ ਫਿਰ ਉਹ? ਬਾਬਾ ਮੋਰੀ। ਸੋ ਹੁਣ ਸੈਕੰਡ ਗੁਰੂ ਦੇ ਸੈਕੰਡ ਬੱਚੇ ਦਾ ਨਾਮ ਮੋਰੀ। ਮੋਰੀ ਦੇ ਜਿਹੜੇ ਦੋ ਬੱਚੇ ਨੇ, ਦੋਨਾਂ ਬੱਚਿਆਂ ਦੀ ਵੀ ਆਪਣੀ ਇੰਪੋਰਟੈਂਸ ਹੈ। ਇੱਕ ਨਵਤੇਜ ਜੀ ਉਹਨਾਂ ਦਾ ਬੱਚਾ ਹੈ ਆਨੰਦ, ਔਰ ਕਹਿੰਦੇ ਨੇ ਮੈਂ ਉਹ ਜਿਸ ਕਹਾਂ ਨਾ ਵਰਡ ਕਹਿੰਦੇ ਨੇ, ਇਹ ਹਿਸਟਰੀ ਨਹੀਂ ਹੈ ਪਰ ਸਾਖੀਆਂ ਚ ਆਉਂਦਾ ਕਿ ਜਦੋਂ ਆਨੰਦ ਜੰਮਿਆ ਉਦੋਂ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਉਚਾਰਿਆ। ਦੂਸਰਾ ਉਹਨਾਂ ਦਾ ਪੁੱਤਰ ਹੈ ਸੈਸਰ ਰਾਮ, ਉਹਦੀ ਕੀ ਇੰਪੋਰਟੈਂਸ ਹੈ ਵਜ਼ੀਰ ਜੀ? ਹੁਣ ਪੋਥੀਆ ਜੀ। ਐਕਸੈਲੈਂਟ। ਮੋਹਨ ਪੋਥੀਆਂ ਦਾ ਜਿਹੜਾ ਲਿਖਾਰੀ ਸੀ ਗੁਰੂ ਅਮਰਦਾਸ ਜੀ ਨੇ ਉਹ ਸੈਸਰ ਰਾਮ ਨੂੰ ਅਪਾਇੰਟ ਕੀਤਾ। ਸੋ ਅਗਰ ਤੁਸੀਂ ਫਿਰ ਉੱਪਰ ਚਲੇ ਜਾਓ, ਗੁਰੂ ਅਮਰਦਾਸ ਦਾ ਜਿਹੜਾ ਸੈਕੰਡ ਸਨ ਹੈ ਮੋਹਰੀ, ਉਹਦੇ ਦੋ ਬੱਚੇ ਨੇ, ਇੱਕ ਆਨੰਦ, ਬਾਬਾ ਆਨੰਦ, ਤੁਸੀਂ ਪਹਿਲਾਂ ਆਨੰਦੇ ਹੋ, ਜਿਹਦੇ ਤੁਸੀਂ ਕਹਿ ਦਿਆ ਕਰੋ ਨਾਲ ਬਈ ਇਹ ਕਹਾਣੀ ਹੈ, ਮਤਲਬ ਸੁਣਿਆ ਸੀ। ਹੁਣ ਐਗਜ਼ੈਕਟਲੀ ਠੀਕ ਹੈ ਜਾਂ ਗਲਤ ਹੈ ਇਹ ਤੇ ਕੰਟਰੋਵਰਸ਼ੀਅਲ ਗੱਲ ਹੈ ਕਿ ਬਾਬਾ ਆਨੰਦ ਜਦੋਂ ਜੰਮਿਆ ਉਦੋਂ ਗੁਰੂ ਸਾਹਿਬ ਨੇ ਆਨੰਦ ਸਾਹਿਬ ਉਚਾਰਿਆ। ਸੈਸਰ ਰਾਮ ਦਾ ਤੇ ਪੱਕਾ ਹਿਸਟੋਰੀਕਲ ਫੈਕਟ ਹੈ ਕਿ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਤੁਸੀਂ ਪੋਥੀ ਸਾਹਿਬ ਬਣਾਓ, ਗੁਰੂ ਨਾਨਕ ਦੀ ਬਾਣੀ, ਗੁਰੂ ਅੰਗਦ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਆਪਣੀ ਬਾਣੀ ਇਕੱਠੀ ਕਰੋ, ਤਾਂ ਉਹਨਾਂ ਨੇ ਆਪਣੇ ਇਸ ਪੁੱਤਰੇ ਨੂੰ ਸੈਸਰ ਰਾਮ ਨੂੰ, ਜਿਹੜਾ ਮੋਰੀ ਦਾ ਪੁੱਤਰ ਹੈ, ਉਹਦੀ ਡਿਊਟੀ ਲਗਾਈ। ਹੁਣ ਸੁੰਦਰ ਕੌਣ ਹੈ? ਉਹਨਾਂ ਦੇ ਸਨ ਇਹਨਾਂ ਦੋਨਾਂ ਵਿੱਚੋਂ ਕਿਹਦਾ ਪੁੱਤਰ ਹੈ? ਆਨੰਦ ਦਾ ਪੁੱਤਰ ਹੈ। ਬਾਬਾ ਆਨੰਦ ਦਾ। ਬਾਬਾ ਆਨੰਦ ਦਾ ਪੁੱਤਰ ਜਿਹੜਾ ਹੈ ਉਹ ਸੁੰਦਰ ਹੈ। ਤੇ ਸੁੰਦਰ ਨੇ ਫਿਰ ਉਹ ਸ਼ਬਦ ਉਚਾਰਿਆ, ਉਹ ਸ਼ਬਦ ਫਿਰ ਗੁਰੂ ਅਰਜਨ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖਿਆ, ਔਰ ਬਿਲਕੁਲ ਜਿੱਥੇ ਆਨੰਦ ਸਾਹਿਬ ਖਤਮ ਹੁੰਦਾ ਹੈ ਉਸ ਤੋਂ ਅਗਲਾ ਸ਼ਬਦ ਜਿਹੜਾ ਉਹ ਸੱਦ ਹੈ। ਉਹ ਬੜਾ ਕੰਟਰੋਵਰਸ਼ੀਅਲ ਸ਼ਬਦ ਹੈ, ਕੋਈ ਡਰ ਨਹੀਂ, ਕੋਈ ਸ਼ੱਕ ਨਹੀਂ ਹੈ, ਕਿਉਂਕਿ ਹਰ ਬੰਦਾ ਉਹਦੀ ਆਪਣੀ ਉਲਥਾ ਕਰਦਾ, ਆਪਣੀ ਟ੍ਰਾਂਸਲੇਸ਼ਨ ਕਰਦਾ। ਜਿਨ੍ਹਾਂ ਨੇ ਸਿੱਖਾਂ ਦੇ ਉਲਟ ਕਰਨਾ ਉਹ ਉਲਟ ਕਰਦੇ ਨੇ, ਜਿਨ੍ਹਾਂ ਸਿੱਖਾਂ ਦੀ ਫੇਵਰ 'ਚ ਕਰਨਾ ਉਹ ਇਹਦੇ 'ਚ ਕਰਦੇ ਨੇ। ਮੈਂ ਜਦੋਂ ਇਹਦੀ ਟ੍ਰਾਂਸਲੇਸ਼ਨ ਕਰ ਰਿਹਾ ਸੀ, ਜਿਸ ਤਰ੍ਹਾਂ ਇੱਕ ਵਾਰੀ ਵਜ਼ੀਰ ਜੀ ਨੇ ਮੈਨੂੰ ਕਿਹਾ ਸੀ ਜਿਹੜਾ ਮਰਜ਼ੀ ਨਾਂ ਲਿਖਿਓ, ਉਸ ਤਰ੍ਹਾਂ ਮੇਰੇ ਬ੍ਰਦਰ ਨੇ ਵੀ ਕਿਹਾ। ਉਹ ਕਹਿੰਦਾ ਭਾਜੀ ਜਿਹੜੇ ਸਟੈਂਡ ਦੇ ਵਿੱਚ ਬਹੁਤ ਸਾਰੀ ਕੰਟਰੋਵਰਸੀ ਹੈ, ਉਹ ਸਟੈਂਡ ਦਾ ਤੁਸੀਂ ਲਿਖੋ ਹੀ ਨਾ। ਮੈਂ ਕਿਹਾ ਜੀ ਤੇਰੀ ਮੈਂ ਕਰਨਾ ਲਿਖਾਂਗਾ, ਮੈਂ ਆਪਣਾ ਵਿਊ ਦੇ ਦੇਣਾ, ਬਾਕੀ ਜਿਹਨਾਂ ਨੂੰ ਨਹੀਂ ਮੰਨਣਾ ਉਹ ਤੇ ਤੁਸੀਂ ਕੁਝ ਕਰ ਨਹੀਂ ਸਕਦੇ। ਸੋ ਗੁਰੂ ਰਾਮਦਾਸ ਜੀ ਦੀ ਬਹੁਤ ਦੇਣ ਹੈ। ਔਰ ਜਿਹੜੀ ਇੱਕ ਅਸੀਂ ਉਹ ਰਾਗ ਗੌੜੀ 'ਚ ਪੜ੍ਹਦੇ ਹਾਂ, ਤੁਸੀਂ ਮੇਰੇ ਖਿਆਲ ਤੁਸੀਂ ਵੀ ਉਹ ਕੋਟੇਸ਼ਨ ਕਈ ਵਾਰੀ ਆਪਣੀ ਜ਼ਿੰਦਗੀ 'ਚ ਪੜ੍ਹੀ ਹੋਣੀ ਹੈ। ਜੋ ਅਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾਬ ਵਿਦ ਤੁਮ ਹਰ ਜਾਨੋ ਆਪੇ। ਐਗਜ਼ੈਕਟਲੀ ਦੇਖੋ ਜੋ ਉਹਨਾਂ ਦੇ ਨਾਲ ਬੀਤੀ ਹੈ। ਹੀ ਬਿਲੋਂਗਡ ਟੂ ਅ ਫੈਮਿਲੀ ਜਿੱਥੇ ਉਹਨਾਂ ਨੂੰ ਕਿੰਨਾ ਮਾਮੂਲੀ ਕੰਮ ਕਰਨਾ ਪਿਆ ਤੇ ਕਿੱਥੇ ਉਹ ਗੁਰੂ ਨਾਨਕ ਦੀ ਗੱਦੀ ਤੇ ਬੈਠੇ। ਧਿਆਨ ਨਾਲ ਸੁਣੋ ਲਾਈਨ, ਉਹਨਾਂ ਦੀ ਆਪਣੀ ਉਚਾਰੀ ਹੋਈ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰੂ ਸਤਿਗੁਰ ਸੰਗ ਕੀੜੇ ਹਮ ਥਾਪੇ। ਨਵਤੇਜ ਜੀ ਕਿ ਮੈਂ ਉਹ ਕਹਿੰਦੇ ਨੇ ਮੈਂ ਇੱਕ ਕੀੜਾ ਸੀ ਜਿਹਨੂੰ ਗੁਰਗੱਦੀ ਥਾਪ ਦਿੱਤੀ ਗਈ। ਫਿਰ ਉਹਨਾਂ ਦੀ ਤਾਰੀਫ ਦੇ ਵਿੱਚ ਇਸ ਵੇਲੇ ਸੱਤ ਤੇ ਬਲਵੰਡ ਨੇ ਲਿਖਿਆ, ਜਿਹੜਾ ਤੁਸੀਂ ਅੰਮ੍ਰਿਤਸਰ 에ਅਰਪੋਰਟ ਤੋਂ ਸੁਣਦੇ ਹੋ, ਧੰਨ ਧੰਨ ਰਾਮਦਾਸ ਗੁਰੂ। ਬੋਲੋਗੇ? ਜਿਨ ਸੇਵਿਆ ਤਿਨੇ ਸਵਾਰਿਆ। ਜਿਹਨੇ ਸਿਰਿਆ ਤਿਨੇ ਸਵਾਰਿਆ। ਤਾਂ ਜਿਹਨੇ ਤੈਨੂੰ ਬਣਾਇਆ ਉਹਨੇ ਹੀ ਫਿਰ ਤੈਨੂੰ ਅਪਲਿਫਟ ਕੀਤਾ, ਉਹਨੇ ਹੀ ਤੈਨੂੰ ਆਨਰ ਦਿੱਤੇ ਨੇ। ਇਹ ਸੱਤ ਤੇ ਬਲਵੰਡ ਨੇ ਫਿਰ ਗੁਰੂ ਰਾਮਦਾਸ ਜੀ ਦੇ ਬਾਰੇ ਕਿਹਾ। ਪਹਿਲੀ ਜਿਹੜੀ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਉਹਦੀ ਸਿਰਫ ਨਵਤੇਜ ਦੀ ਮਹੱਤਤਾ ਇਹ ਹੈ। ਭਾਈ ਸਾਹਿਬ ਡਾਕਟਰ ਵੀਰ ਸਿੰਘ, ਜੇ ਨਾਂ ਤੇ ਸੁਣਿਆ ਨਾ ਤੁਸੀਂ ਡਾਕਟਰ ਵੀਰ ਸਿੰਘ ਦਾ, ਉਹਨੂੰ ਭਾਈ ਵੀਰ ਸਿੰਘ ਜੀ ਵੀ ਕਹਿੰਦੇ ਨੇ ਕਈ ਡਾਕਟਰ ਵੀਰ। ਉਹ ਕੋਈ ਓਰੇਟਰ ਨਹੀਂ ਸਨ, ਗ੍ਰੇਟ ਲਿਖਾਰੀ। ਪਰ ਅਗਰ ਕਦੀ ਨੋਬਲ ਪ੍ਰਾਈਜ਼ ਹੁਣ ਵੀ ਜੇ ਕਦੇ ਮਿਲ ਸਕਦਾ ਤੇ ਉਹ ਭਾਈ ਵੀਰ ਸਿੰਘਾਂ ਦੀ ਲਿਖਤ ਤੇ ਮਿਲ ਸਕਦਾ। ਉਹਨਾਂ ਨੂੰ ਇੱਕ ਵਾਰੀ ਜ਼ਬਰਦਸਤੀ ਖੜਾ ਕਰਤਾ ਗਿਆ ਕਿਸੇ ਸਟੇਜ ਤੇ ਕਿ ਤੁਸੀਂ ਬੋਲੋ। ਮੈਂ ਵੀ ਸੀ ਉੱਥੇ ਉਸ ਮਹਿਫਲ 'ਚ, ਇਹ ਲਾਈਨਾਂ ਉਹਨਾਂ ਬੋਲੀਆਂ ਸਨ।
जो हमरी विद होती मेरे सतगुरा सब विच तुम हर जानो आपे। हथ जोड़ के अखां च उन्हां दे हंझू आ रहे सन। हम रुलते फिरते एंड ही वाज वन ऑफ द रिचेस्ट अमंग द सिक्स, सो हंबल। ਇਹੋ ਜਿਹੇ ਸੇਂਟ ਨੇ ਦੁਨੀਆ ਸਾਡੇ ਸਿੱਖ ਜਗਤ ਦੇ ਵਿੱਚ ਵੀ। ਹੀ ਵਾਸ ਅ ਰੀਅਲ ਸੇਂਟ। ਦੇਹਰਾਦੂਨ ਵਿੱਚ ਸਭ ਤੋਂ ਵੱਡੀ ਕੋਠੀ ਉਹਨਾਂ ਦੀ ਸੀ। ਹੀ ਵਾਸ ਅ ਵੈਰੀ ਰਿਚ ਗਾਈ, ਲੇਕਿਨ ਉਹਨਾਂ ਉਦੋਂ ਜ਼ਿਆਦਾ ਹੰਬਲ ਬੰਦਾ ਮੈਂ ਸੰਸਾਰ ਵਿੱਚ ਨਹੀਂ ਦੇਖਿਆ। ਔਰ ਫਿਰ ਉਹਨਾਂ ਦੇ ਬ੍ਰਦਰ ਵੀ ਉਹਨਾਂ ਜਿਹਦੇ ਹੀ ਲਿਖੀ ਸਨ, ਡਾਕਟਰ ਬਲਬੀਰ ਸਿੰਘ। ਇੱਥੇ ਆ ਕੇ ਕਈ ਵਾਰੀ ਤੁਸੀਂ ਰੱਬ ਦੇ ਉੱਤੇ ਦੇਖਦੇ ਹੋ ਕਿ ਤੁਸੀਂ ਕਹਿੰਦੇ ਨਾ ਰੱਬ ਦਾ ਇੱਕ ਆਪਣਾ ਟਾਈਮ ਟੇਬਲ ਹੈ। ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਭਾਈ ਵੀਰ ਸਿੰਘ ਉਹਨਾਂ ਨੇ ਵੀ ਗੁਰੂ ਗ੍ਰੰਥ ਸਾਹਿਬ ਦਾ ਟ੍ਰਾਂਸਲੇਸ਼ਨ ਸ਼ੁਰੂ ਕੀਤਾ ਸੀ। ਹਾਂਜੀ ਮੈਨੂੰ ਬੜੀ ਜ਼ੋਰ ਤੇ ਸਿਰ ਲਾਇਆ ਨਵਤੇਜ ਨੇ। ਇਹਦਾ ਮਤਲਬ ਇਹਨੇ ਕੰਸਲਟ ਕੀਤੀਆਂ ਉਹਨਾਂ ਦੀਆਂ ਪੋਥੀਆਂ। ਥੋੜਾ ਹੀ ਕਰ ਸਕੇ ਸਨ ਜਦੋਂ ਇਹ ਸੰਸਾਰ ਤੋਂ ਚਲੇ ਗਏ। ਫਿਰ ਡਾਕਟਰ ਬਲਬੀਰ ਸਿੰਘ ਨੇ ਕੋਸ਼ਿਸ਼ ਕੀਤੀ ਟੂ ਕੰਟੀਨਿਊ ਇਟ, ਉਹ ਵੀ ਚਲੇ ਗਏ। ਇਹਦਾ ਮਤਲਬ ਹੈ ਉਹਨਾਂ ਕੋਲੋਂ ਉਹ ਚੀਜ਼ ਕੰਪਲੀਟ ਹੋਣੀ ਨਹੀਂ ਲਿਖੀ ਸੀ। ਇਹ ਜਵਾਬ ਦੇ ਸਕਦੇ, ਹੋਰ ਤਾਂ ਕੋਈ ਜਵਾਬ ਨਹੀਂ ਦੇ ਸਕਦੇ। ਹੁਣ ਅਸੀਂ ਆਉਂਦੇ ਹਾਂ ਗੁਰੂ ਅਮਰਦਾਸ ਜੀ ਦੀ ਆਨੰਦ ਸਾਹਿਬ ਤੇ। ਹੁਣ ਤੁਹਾਨੂੰ ਇਹ ਪਤਾ ਹੀ ਹੈ, ਹੁਣ ਆਪਣਾ ਜਦੋਂ ਉਹਨਾਂ ਦਾ ਪੋਤਰਾ ਜੰਮਿਆ ਤੇ ਉਦੋਂ ਉਹਨਾਂ ਨੇ ਇਹਦੇ ਬਾਰੇ ਕੁਛ ਲਿਖਣਾ ਚਾਹਿਆ। ਇਹ ਰਚਨਾ ਰਚੀ ਹੈ। ਅੱਜ ਜਿਹੜੀ ਕਿੰਨਵੀਂ ਪੌੜੀ ਤੇ ਆ? 8ਵੀਂ ਪੌੜੀ। 8ਵੀਂ ਪਹਿਲੀ ਪੌੜੀ ਦੇਖੋ, ਜਿਸ ਤਰ੍ਹਾਂ ਮੇਰਾ ਤਰੀਕਾ ਹੈ ਤੁਹਾਨੂੰ ਦੱਸਣ ਦਾ, ਮੈਂ ਇੰਡੀਪੈਂਡੈਂਟ ਕੋਈ ਚੀਜ਼ ਵੀ ਨਹੀਂ ਲੈਂਦਾ, ਮੈਂ ਸਭ ਕਲੈਕਟਿਵ ਲੈਣਾ ਕਿ ਇੱਕ ਪੌੜੀ ਦੂਜੀ ਪੌੜੀ ਨੂੰ ਲੀਡ ਕਰਦੀ ਆ। ਤੇ ਦਰਪਣਾ ਜੀ ਪਹਿਲੀ ਪੌੜੀ ਵਿੱਚ ਉਹਨਾਂ ਨੇ ਰਾਗ ਤੇ ਰਤਨਾਂ ਦੀ ਗੱਲ ਕੀਤੀ ਆ, ਜਿਹਨੂੰ ਫਿਰ ਉਹਨਾਂ ਨੇ ਆ ਕੇ ਪੰਜਵੀਂ ਪੌੜੀ ਦੇ ਨਾਲ ਮਿਲਾਇਆ, ਜਿੱਥੇ ਉਹਨਾਂ ਨੇ ਪੰਜ ਸ਼ਬਦ ਦੀ ਗੱਲ ਕੀਤੀ ਆ। ਪਰ ਪਹਿਲਾਂ ਉਹਨਾਂ ਨੇ ਰਾਗ ਰਤਨ ਦੀ ਗੱਲ ਤੋਂ ਬਾਅਦ ਮਨ ਦੀ ਗੱਲ ਕੀਤੀ ਕਿ ਮਨ ਨੂੰ ਤੁਹਾਨੂੰ ਪ੍ਰਭੂ ਦੇ ਨਾਲ ਲਾਉਣ ਦੀ ਲੋੜ ਹੈ। ਤੁਸੀਂ ਗੁਰਬਾਣੀ ਸਾਰੀ ਰਾਗਾਂ 'ਚ ਹੈ। ਗੁਰਬਾਣੀ ਨੂੰ ਗਾਉਣ ਵਾਸਤੇ, ਗੁਰਬਾਣੀ ਨੂੰ ਸੁਣਨ ਵਾਸਤੇ ਮਨ ਤੇ ਲਗਾਓਗੇ ਤੇ ਗੱਲ ਬਣੇਗੀ ਨਾ। ਔਰ ਉਹਦੇ ਬਾਰੇ ਤੁਹਾਨੂੰ ਵਜ਼ੀਰ ਜੀ ਬਹੁਤ ਡਿਟੇਲ ਦੱਸ ਚੁੱਕੇ ਨੇ ਕਿ ਮਨ ਨੂੰ ਲਾਉਣਾ ਜਿਹੜਾ ਕਿੰਨਾ ਕੁ ਅਹਿਮ ਹੈ, ਕਿੰਨਾ ਕੁ ਜ਼ਰੂਰੀ ਹੈ। ਤੀਜੀ ਪੌੜੀ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਰੋਜ਼ ਕੁਛ ਨਾ ਕੁਛ ਆਕਾਸ਼ ਵੱਲ ਦੇਖ ਕੇ, ਆਸਮਾਨ ਵੱਲ ਦੇਖ ਕੇ ਰੱਬ ਤੋਂ ਮੰਗਦੇ ਹਾਂ। ਰੱਬ ਕੋਲ ਹੀ ਸਭ ਕੁਛ ਹੈ। ਐਟ ਦੀ ਐਂਡ ਆਫ ਦ ਡੇ ਉਹਨੇ ਤੁਹਾਨੂੰ ਸਭ ਕੁਝ ਦੇਣਾ। ਉੱਤੇ ਦੇਖ ਕੇ ਮੰਗੋ, ਥੱਲੇ ਦੇਖ ਕੇ ਮੰਗੋ, ਖੱਬੇ ਦੇਖ ਕੇ ਮੰਗੋ, ਸੱਜੇ ਦੇਖ ਕੇ ਮੰਗੋ, ਜਿੱਥੋਂ ਮਰਜ਼ੀ ਮੰਗੋ। ਪਰ ਸਾਨੂੰ ਲੱਗਦਾ ਪਰਮਾਤਮਾ ਉੱਤੇ ਹੀ ਆ ਕਿਧਰੇ, ਅਸੀਂ ਉੱਤੇ ਹੀ ਦੇਖਦੇ ਹਾਂ ਤੇ ਕਹਿ ਦਿੰਦੇ ਹਾਂ ਸਾਚੇ ਸਾਹਿਬਾ ਕਿਆ ਨਹੀਂ ਕਰਤੇ। ਸੱਚੇ ਦਿਲੋਂ ਜਸਵੀਰ ਜੋ ਕੁਛ ਕहेंगी ਨਾ ਉਹ ਜ਼ਰੂਰ ਮਿਲੇਗਾ, ਜ਼ਰੂਰ ਮਿਲੇਗਾ, ਜ਼ਰੂਰ ਮਿਲੇਗਾ। ਇਹ ਗੁਰੂ ਅਮਰਦਾਸ ਨੇ ਇੱਥੇ ਸਟੈਂਪ ਲਗਾਈ ਹੈ। ਮਨ ਦੀ ਗੱਲ ਕੀਤੀ ਉਹਨਾਂ ਨੇ ਪੌੜੀ 2 ਵਿੱਚ, ਔਰ ਮਨ ਦੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਨਾਮ ਦੀ। ਚੌਥੀ ਪੌੜੀ ਵਿੱਚ ਆ ਕੇ ਉਹਨਾਂ ਨੇ ਕਿਹਾ ਕਿ ਨਾਮ ਨੂੰ ਆਪਣਾ ਆਧਾਰ, ਸਾਥੀ, ਸਪੋਰਟ ਉਹ ਬਣਾਓ। ਜਿਸ ਵੇਲੇ ਤੁਸੀਂ ਕੋਈ ਨਵਾਂ ਕੰਮ ਨਹੀਂ ਕਰਦੇ ਸ਼ੁਰੂ, ਸੰਤਾਂ ਕੇ ਕਾਰਜ ਆਪ ਖਲੋ ਯਾਰ ਕੰਮ ਕਰਾਵਾ ਨੇ ਆਇਆ ਰਾਮ, ਜਾਂ ਇੱਕ ਹੋਰ ਕਿਹੜੀ ਲਾਈਨ ਬੋਲਦੇ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ? ਚੱਲ ਲੋੜੀਏ ਕੰਮ, ਕੀਤਾ ਲੋੜੀਏ ਕੰਮ, ਕੀਤਾ ਲੋੜੀਏ ਕੰਮ ਸੋ ਹਰ ਪਾਏ ਆਖੀਏ। ਆਧਾਰ ਬਣਾਓ ਵੀ ਸੋ ਹਰ ਪਾਏ ਆਖੀਏ। ਪਰਮਾਤਮਾ ਨੂੰ ਕਹਿ ਦਿਓ। ਮੈਂ ਉਹ ਪਿੱਛੇ ਕਿਸੇ ਬਹਿਸ ਹੋ ਰਹੀ ਸੀ ਤੇ ਗੱਲ ਹੋ ਰਹੀ ਸੀ ਕਿ ਜਦੋਂ ਤੁਸੀਂ ਕੋਈ ਵੀ ਚੀਜ਼ ਘਰ 'ਚ ਲਿਆ ਕੇ, ਸਪੋਜ਼ ਜਿਸ ਤਰ੍ਹਾਂ ਤੁਸੀਂ, ਇਹ ਵਹਿਮ ਨਹੀਂ ਹੈ, ਤੁਸੀਂ ਨਵੀਂ ਕਾਰ ਲਈ ਹੈ, ਕਾਰ ਲੈ ਕੇ ਚਾਬੀ ਆਈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਰੱਖਦੇ ਹੋ। ਕਈ ਕਹਿੰਦੇ ਜੀ ਇਹ ਵਹਿਮ ਹੈ। what type of ਵਹਿਮ it is? ਤੁਸੀਂ ਉਸ ਅਕਾਲ ਪੁਰਖ ਦਾ ਸ਼ੁਕਰ ਕਰ ਰਹੇ ਹੋ, ਸ਼ੁਕਰਾਨਾ ਕਰ ਰਹੇ ਹੋ। ਪਰਮਾਤਮਾ ਨੇ ਚਾਬੀ ਲੈ ਕੇ ਤੁਹਾਡੀ ਕਾਰ ਨਹੀਂ ਚਲਾਉਣੀ, ਡੋਂਟ ਵਰੀ, ਉਹ ਚੋਰੀ ਨਹੀਂ ਹੋਣੀ। ਪਰ ਇਟ ਇਜ਼ ਸ਼ੁਕਰਾਨਾ। ਕੋਈ ਨਵੀਂ ਚੀਜ਼ ਤੁਸੀਂ ਲੈਂਦੇ ਹੋ, ਪਰਮਾਤਮਾ ਕੇ ਹੱਥ ਜੋੜ ਕੇ ਆਪਣੀ ਮਾਂ ਨੂੰ ਆ ਕੇ ਦੱਸਦੇ ਪਹਿਲਾਂ ਕੋਈ ਚੀਜ਼, ਕੋਈ ਨਵੀਂ ਚੀਜ਼ ਲਾਓ ਤੇ ਤੁਹਾਨੂੰ ਕੋਈ ਵੱਡੀ ਨੌਕਰੀ ਮਿਲਦੀ ਹੈ, ਮਾਂ ਬਾਪ ਨੂੰ ਨਹੀਂ ਦੱਸੇ। ਤੇ ਫਿਰ ਜੇ ਤੁਸੀਂ ਗੁਰੂ ਘਰ ਵਿੱਚ ਜਾ ਕੇ ਮੱਥਾ ਟੇਕ ਕੇ ਉਹ ਗੁਰੂ ਨੂੰ ਅਰਪਣ ਕਰ ਦਿੰਦੇ ਹੋ ਤੇ ਹਰਜ ਕੀ ਆ? ਕਈ ਕਹਿੰਦੇ ਨਹੀਂ ਦੇਖੋ ਕਿੰਨੇ ਪਖੰਡ ਕਰ ਰਹੇ ਹੋ ਤੁਸੀਂ, ਇਹਨੂੰ ਬਾਬਾ ਜੀ ਦੇ ਕਮਰੇ 'ਚ ਰੱਖਣ ਦੀ ਕੀ ਲੋੜ ਸੀ। ਕਈਆਂ ਨੂੰ ਤੁਸੀਂ ਨਹੀਂ ਸਮਝਾ ਸਕਦੇ ਕਿ ਤੁਹਾਡੇ ਮਨ ਦੇ ਅੰਦਰ ਕੀ ਹੈ। ਮਨ ਨੂੰ ਸਮਝਾਣਾ, ਵਿਸ਼ਵਾਸ ਨੂੰ ਸਮਝਾਣਾ ਬਹੁਤ ਮੁਸ਼ਕਲ ਹੈ।
ਐਨੀਵੇ ਇਹ ਇੱਥੇ ਆ ਕੇ ਗੁਰੂ ਅਮਰਦਾਸ ਜੀ ਤੁਹਾਨੂੰ ਨਾਮ ਦਾ ਆਧਾਰ ਕਹਿ ਰਹੇ ਨੇ। ਫਿਰ 6ਵੀਂ ਪੌੜੀ ਦੇ ਵਿੱਚ ਤੇ 7ਵੀਂ ਪੌੜੀ ਵਿੱਚ ਉਹਨਾਂ ਨੇ ਬਹੁਤ ਇੰਪੋਰਟੈਂਟ ਗੱਲ ਕੀਤੀ ਹੈ ਕਿ ਤੁਹਾਨੂੰ ਅਕਾਲ ਪੁਰਖ ਨੂੰ ਲੱਭਣ ਵਾਸਤੇ ਜਿੱਥੇ ਮਨ ਦੀ ਗੱਲ ਹੈ ਨਾ, ਮਨ ਦੇ ਨਾਲ ਹੀ ਵਰਡ ਆਉਂਦਾ ਲਿਵ ਲਾਣੀ, ਲਿਵ ਪੂਰਾ ਧਿਆਨ। ਜੇ ਇਸ ਵੇਲੇ ਕਲਾਸ ਵਿੱਚ ਕਿਸੇ ਦਾ ਧਿਆਨ ਮੇਰੀ ਗੱਲ ਸੁਣਨ ਵਿੱਚ ਨਹੀਂ ਹੈ ਤੇ ਜੋ ਕੁਝ ਮੈਂ ਕਹਿ ਰਿਹਾ ਉਹ ਕੋਈ ਰਿਕਾਰਡ ਨਹੀਂ ਹੋਣਾ। ਉਹ ਕਲਾਸ ਤੋਂ ਬਾਅਦ ਬਿਲਕੁਲ ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਕਲਾਸ 'ਚ ਆਏ ਨਹੀਂ। 1 ਘੰਟਾ ਡਾਕਟਰ ਕਪੂਰ ਬੋਲ ਗਿਆ, ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੋ ਗਈ ਹੈ। ਪਰ ਜੇ ਤੁਹਾਡੀ ਲਿਵ ਲੱਗੀ ਹੈ, ਮਨ ਲੱਗਾ ਹੋਇਆ, ਤੇ ਕੁਛ ਨਾ ਕੁਛ ਤੁਹਾਡੇ ਅੰਦਰ ਜਾਏਗਾ। ਔਰ ਉਸ ਤੋਂ ਬਾਅਦ ਤੁਸੀਂ ਚਾਹੋਗੇ ਕਿ ਉਹਨਾਂ 'ਚ ਕੁਛ ਐਗਜ਼ਾਮਪਲ ਕੱਢ ਕੇ ਆਪਣੇ ਕਿਸੇ ਦੋਸਤ ਨੂੰ, ਕਿਸੇ ਸਾਥੀ ਨੂੰ, ਕਿਸੇ ਬੱਚੇ ਨੂੰ, ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ, ਮੈਂ ਕਈ ਵਾਰੀ ਘਰ ਆਵਾਂ ਨਾ, ਇਹ ਗੱਲ ਬਸ ਬਹੁਤ ਸਾਰੀ ਮਿਸਿਸ ਕਪੂਰ ਨੂੰ ਸੁਣਾਵਾਂ, ਉਹ ਇਹਦਾ ਮਤਲਬ ਲਿਵ ਕੋਈ ਨਹੀਂ, ਸੁਣਿਆ ਕੋਈ ਨਹੀਂ। ਇਹੋ ਹੀ ਚੀਜ਼ਾਂ ਮਸਕੀਨ ਜੀ ਟੀਵੀ ਤੇ ਸੁਣਾ ਰਹੇ ਨੇ। ਉਹ ਬੀਬੀ ਵਿੰਦਰ ਕੌਰ ਦੀ ਲਿਵ ਵੀ ਲੱਗੀ ਹੈ ਤੇ ਧਿਆਨ ਵੀ ਹੈ। ਮੈਂ ਘਰ ਆਇਆ, ਅੱਜ ਮਸਕੀਨ ਜੀ ਨੇ ਬੜੀ ਅੱਛੀ ਗੱਲ ਕਹੀ ਹੈ। ਕੀ ਗੱਲ ਕਹੀ? ਕਿ ਲਿਵ ਲਾਣੀ ਚਾਹੀਦੀ ਹੈ। ਉਹ ਮੈਂ ਕਿਹਾ ਮੈਂ ਤਾਂ ਤੁਹਾਨੂੰ ਸਵੇਰੇ ਦੱਸ ਕੇ ਗਿਆ, ਪਰ ਮੇਰੀ ਲਿਵ ਰਿਕਾਰਡ ਨਹੀਂ ਹੋਈ, ਮਸਕੀਨ ਜੀ ਦੀ ਲਿਵ ਰਿਕਾਰਡ ਹੋ ਗਈ। बड़ी मुश्किल है लिव लगानी। ਪਰ ਮਸਕੀਨ ਜੀ ਦੀ ਹੋ ਗਈ ਨਾ। ਕੁਐਸਚਨ ਇਹ ਹੈ ਕਿ ਲਿਵ ਤੁਸੀਂ ਕਿੱਥੇ ਲਾਉਂਦੇ ਹੋ, ਕਦੋਂ ਲਾਉਂਦੇ ਹੋ, ਤੁਹਾਡੇ ਤੇ ਡਿਪੈਂਡ ਕਰਦਾ ਹੈ। ਮੈਂ ਕਹਿ ਰਿਹਾ ਜੇ ਇਸ ਵੇਲੇ ਤੁਹਾਡਾ ਧਿਆਨ ਬੱਚਿਆਂ 'ਚ ਹੈ, ਇਸ ਵੇਲੇ ਤੇਰਾ ਧਿਆਨ ਕਿਚਨ 'ਚ ਹੈ ਕਿ ਹੁਣ ਦਵਿੰਦਰ ਨੇ ਕੁਛ ਸੌਰੀ ਉਲਟਾ ਕਹਿ ਗਿਆ, ਦਵਿੰਦਰ ਨੇ ਕੁਛ ਬਣਾਇਆ ਜਾਂ ਨਹੀਂ, ਜਾਂ ਤੂੰ ਦਵਿੰਦਰ ਵਾਸਤੇ ਕੁਛ ਬਣਾਇਆ ਕਿ ਨਹੀਂ, ਤੇ ਲਿਵ ਤੇਰੀ ਕਿੱਥੋਂ ਲੱਗੇਗੀ? ਐਨੀਵੇ ਨੈਵਰ ਮਾਈਂਡ। ਸੋ ਅੱਜ ਅਸੀਂ 8ਵੀਂ ਪੌੜੀ ਤੇ ਜਾਂਦੇ ਹਾਂ। ਬਾਬਾ ਹੁਣ ਉਹ ਸਿੱਧਾ ਹੀ परमजीत हंस रही है। ਹੁਣ ਉਹ ਗੁਰੂ ਅਮਰਦਾਸ ਜੀ ਨਰਤੇਜ ਜੀ ਸਿੱਧਾ ਹੀ ਗੱਲ ਕਰ ਰਹੇ ਨੇ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। ਪਹਿਲਾਂ ਕਹਿ ਚੁੱਕੇ ਨੇ ਸੱਚੇ ਸਾਹਿਬ ਕਿਹਾ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਤੂੰ ਪਾਵੇ। ਐਗਜ਼ੈਕਟਲੀ ਉਹੀ ਗੱਲ ਹੈ ਪਰ ਡਿਫਰੈਂਟ ਵਰਡ ਹੀ ਹੈ। ਬਾਬਾ ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਜਿਸ ਤੂੰ ਦੇ। ਹੁਣ ਤੁਸੀਂ ਇੱਥੇ ਸਵਾਲ ਕਰ ਸਕਦੇ ਹੋ, ਇਹਦਾ ਮਤਲਬ ਹੈ ਰੱਬ ਡਿਸਕ੍ਰਿਮੀਨੇਟ ਕਰਦਾ, ਕਿਸੇ ਨੂੰ ਦਿੰਦਾ ਕਿਸੇ ਨੂੰ ਨਹੀਂ ਦਿੰਦਾ? ਬੋਲੋ, ਜਵਾਬ ਦਿਓ। ਕਰਦਾ ਡਿਸਕ੍ਰਿਮੀਨੇਟ? I think so। No, करता है। ਨਹੀਂ no, ਨਹੀਂ ਗੁਰਦੀਪ ਸਾਡਾ ਸਭ ਤੋਂ ਵੱਡਾ ਭਗਤ ਹੋਇਆ, ਉਹ ਬੋਲੇਗਾ। ਹਾਂ ਬੋਲ। बिल्कुल नहीं करते, ਨਹੀਂ ਕਰਦਾ ਡਿਸਕ੍ਰਿਮੀਨੇਟ? बिल्कुल नहीं। ਫਿਰ ਕਿਉਂ ਆ ਕਿ ਕਿਸੇ ਕੋਲ ਕੁਛ ਹੈ ਤੇ ਕਿਸੇ ਕੋਲ ਕੁਛ ਨਹੀਂ ਹੈ? अपने कर्मां के अनुसार मिलता सारा। ਚਲੋ ਇਹ ਤੇ ਹੁਣ ਲੰਬੀ ਚੂੰਕਿ ਬਹਿਸ ਹੈ, ਬਟ ਜੋ ਗੁਰਦੀਪ ਨੇ ਕਿਹਾ ਮੈਂ ਉਹਦੇ ਨਾਲ ਅਗਰੀ ਕਰਦਾ ਕਿ ਪਰਮਾਤਮਾ ਡਿਸਕ੍ਰਿਮੀਨੇਟ ਨਹੀਂ ਕਰੇਗਾ। ਅਸੀਂ ਆਪਣੇ ਕਰਮਾਂ ਦੇ ਨਾਲ ਆਪਣੇ ਆਪ ਨੂੰ ਹੀ ਪਰਮਾਤਮਾ ਤੋਂ ਦੂਰ ਲੈ ਜਾਂਦੇ ਹਾਂ। ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਹੋ ਸੂਰਜ ਚੜ੍ਹਿਆ, ਆਪਣੇ ਕਰਮਾਂ ਦੇ ਨਾਲ ਅਸੀਂ ਦਰਵਾਜ਼ਾ ਬੰਦ ਕਰ ਦਿੱਤਾ ਤੇ ਸੂਰਜ ਦੀ ਰੋਸ਼ਨੀ ਨਹੀਂ ਆਏਗੀ ਨਾ। ਸੂਰਜ ਤੇ ਚੜ੍ਹਿਆ, ਪਰਮਾਤਮਾ ਤੁਹਾਨੂੰ ਸਭ ਕੁਝ ਦੇਣ ਨੂੰ ਤਿਆਰ ਹੈ ਕਿ ਤੁਸੀਂ ਹੀ ਨਹੀਂ ਲੈਣਾ। ਮੈਂ ਤੇ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਦਾ ਕਿ ਪਰਮਾਤਮਾ ਜਦੋਂ ਕਿਸੇ ਨੂੰ ਕੁਝ ਦਿੰਦਾ ਹੈ। ਅਮਰੀਕਾ ਦਾ ਇੱਕ ਪ੍ਰੈਜ਼ੀਡੈਂਟ ਹੋਇਆ ਵਾਸ਼ਿੰਗਟਨ, ਕੋਈ ਲੜਾਈ ਸੀ ਵਰਜੀਨਾ ਦੀ ਔਰ ਅਮਰੀਕਨ ਫੋਰਸਿਸ ਉੱਥੇ ਪਿੱਛੇ ਹਟ ਗਈਆਂ ਸਨ, ਹਾਰ ਗਏ ਫ੍ਰੈਂਚ ਫੋਰਸਿਸ ਤੋਂ। ਇਹਨਾਂ ਦਾ ਜਿਹੜਾ ਜਰਨੈਲ ਸੀ ਉਹ ਮਰ ਗਿਆ ਤੇ ਵਾਸ਼ਿੰਗਟਨ ਜਿਹੜਾ ਅਮਰੀਕਾ ਦਾ ਪ੍ਰੈਜ਼ੀਡੈਂਟ ਬਣਿਆ, ਉਹਨੇ ਕਮਾਂਡ ਸੰਭਾਲੀ। ਉਹਨੂੰ 4 ਗੋਲੀਆਂ ਲੱਗੀਆਂ। ਉਹ ਲੜਾਈ ਬੰਦ ਹੋਈ, ਉਹ ਵਾਪਸ ਆਇਆ ਆਪਣੇ ਕੈਂਪ ਤੇ ਉਹਨੇ ਆਪਣੇ ਬ੍ਰਦਰ ਨੂੰ ਸ਼ਾਇਦ ਇਹ ਵਰਡ ਲਿਖੇ ਕਿ ਅੱਜ ਮੈਂ ਤੁਹਾਨੂੰ ਇੱਕ ਚਮਤਕਾਰ ਦੱਸਣਾ ਚਾਹੁੰਦਾ। ਇਹ ਜਾਰਜ ਵਾਸ਼ਿੰਗਟਨ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਕਹਾਣੀ ਹੈ ਨਰਤੇਜ ਜੀ, ਕਿ ਦੁਨੀਆ ਵਿੱਚ ਚਮਤਕਾਰ ਕਿਵੇਂ ਹੁੰਦੇ ਨੇ। ਉਹ ਕਹਿੰਦਾ ਮੈਨੂੰ 4 ਗੋਲੀਆਂ ਲੱਗੀਆਂ, ਮੇਰੇ ਕੋਟ ਦੇ ਵਿੱਚ 4 ਨਿਸ਼ਾਨ ਨੇ, ਇੱਕ ਗੋਲੀ ਨੇ ਵੀ ਮੇਰੇ ਜਿਸਮ ਨੂੰ ਨਹੀਂ ਛੋਇਆ। ਔਰ ਉਹਦੇ ਵਰਡ ਕੀ ਸਨ? God providence has saved me from these bullets। तो ਮੇਰੇ ਕੋਲ ਦੁਨੀਆ ਵਿੱਚ ਹਰ ਜਗ੍ਹਾ ਹੋਏ ਨੇ। ਮੇਰੇ ਕੋਲ ਸਾਡੀ ਜ਼ਿੰਦਗੀ 'ਚ ਵੀ ਰੋਜ਼ ਹੁੰਦਾ ਹੈ ਜਿਹੜਾ ਤੁਸੀਂ ਕਹਿੰਦੇ ਪਰਮਾਤਮਾ ਜਿਸ ਦੇਸ਼ ਤੋਂ ਪਾਏ।
ਉਸ ਵੇਲੇ ਸ਼ਾਇਦ ਉਹ ਇੱਕ ਰਚਿਤ ਜੰਗ ਲੜ ਰਿਹਾ ਸੀ ਵਾਸ਼ਿੰਗਟਨ ਕਿ ਪਰਮਾਤਮਾ ਨੇ ਬਚਾਤਾ ਉਹਨੂੰ, ਆਜ਼ਾਦੀ ਦੀ ਜੰਗ ਲੜ ਰਿਹਾ ਸੀ। ਸੋ ਕਈ ਵਾਰੀ ਤੁਸੀਂ ਐਗਜ਼ਾਮਪਲਾਂ ਲੈਂਦੇ ਹੋ ਔਰ ਐਗਜ਼ਾਮਪਲਾਂ ਤੁਹਾਡੇ ਦਿਲ ਦੇ ਬਹੁਤ ਕਰੀਬ ਹੁੰਦੀਆਂ। ਇਹ ਮੈਂ ਜਦੋਂ ਵਾਸ਼ਿੰਗਟਨ ਦੀ ਲਾਈਫ ਪੜ੍ਹ ਰਿਹਾ ਸੀ, ਵਾਸ਼ਿੰਗਟਨ in spite of bullets hole found in his coat was unhurt. He believed that he had been spared by God's grace and wrote the following to his brother John Augustine. I now exist and appear in the land of the living by the miraculous care and grace of the providence. ਵਾਹਿਗੁਰੂ। ਸੁਣਿਆ ਬੀਬੀ ਪਰਮਜੀਤ ਜੀ, ਪਰਮਾਤਮਾ ਦਾ ਮਿਰਕਲ ਸੁਣਿਆ। 4 ਗੋਲੀਆਂ, ਇੱਕ ਵੀ ਨਾ ਛੂਏ ਜਿਸਮ ਨੂੰ, ਲੋਕਾਂ ਨੂੰ ਤੇ ਇੱਕ ਹੀ ਗੋਲੀ ਮਾਰ ਦਿੰਦੀ ਹੈ। ਐਂਡ ਦਿਸ ਮੈਨ ਬਿਕੇਮ ਦੀ ਪ੍ਰੈਜ਼ੀਡੈਂਟ ਆਫ ਅਮਰੀਕਾ। ਫਿਰ ਇਹ ਜਿਹੜੀ ਗੱਲ ਕਰ ਰਹੇ ਨੇ ਨਾ, ਇਹ ਗੱਲ ਗ੍ਰੇਸ ਦੀ ਕਰ ਰਹੇ ਨਾ, ਪਰਮਾਤਮਾ ਦੇ ਗ੍ਰੇਸ ਸੀ ਬਹੁਤ ਇੰਪੋਰਟੈਂਟ ਵਰਡ ਹੈ। ਗ੍ਰੇਸ ਤੇ ਅਸੀਂ ਹੁਣ ਲਾਵਾਂ ਫੇਰੇ ਚ ਵੀ ਪੜਾਂਗੇ। ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਕਿ ਸਾਨੂੰ ਸ਼ਕਤੀ ਦੇ, that we live for each other till death, something ਹੈ ਨਾ ਉਹ ਫਰੇਜ਼, till death us do part. ਸੋ ਔਰ ਜਦੋਂ ਤੁਸੀਂ ਵਿਆਹ ਉੱਤੇ ਜਾਂਦੇ ਹੋ, ਈਵਨ ਤੁਸੀਂ ਜਦੋਂ ਕੁਈਨ ਬਣੀ ਹੈ ਇੱਥੋਂ ਦੀ, ਉਹਨੇ ਵੀ ਕਸਮ ਲਈ ਹੈ ਕਿ ਹੇ ਵਾਹਿਗੁਰੂ ਮੈਨੂੰ ਪ੍ਰੋਟੈਕਟ ਕਰੀ ਕਿ ਮੈਂ ਆਪਣੇ ਦੇਸ਼ ਦੀ ਸੇਵਾ ਕਰਾਂ। ਸਾਰੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਜਿਤਨੇ ਆਰਮੀ ਦੇ ਆਫਿਸਰ ਨੇ, ਇਹ ਸਾਰੇ ਕਸਮ ਲੈਂਦੇ ਨੇ ਔਰ ਪਰਮਾਤਮਾ ਦੀ ਗ੍ਰੇਸ ਮੰਗਦੇ ਨੇ। ਆ ਜਿਹੜਾ ਵਰਡ ਤੁਸੀਂ ਪੜ੍ਹਿਆ, ਜਿਸ ਦੇ ਤੂੰ ਪਾਵੇ, ਪਰਮਾਤਮਾ ਕੋਲੋਂ ਇਹ ਮੰਗਦੇ ਨੇ, ਪਰਮਾਤਮਾ ਤੂੰ ਸਾਨੂੰ ਆਪਣੀ ਗ੍ਰੇਸ ਦੇ, ਅਸੀਂ ਦੇਸ਼ ਦੇ ਖਾਤਰ ਜੀਵੀਏ, ਅਸੀਂ ਦੇਸ਼ ਦੇ ਖਾਤਰ ਕੁਝ ਕੰਮ ਕਰੀਏ। ਕਾਸ਼ ਅਸੀਂ ਵੀ ਇੱਕ ਇਹੋ ਜਿਹੀ ਓਥ ਲੈ ਸਕਦੇ ਕਿ ਅਸੀਂ ਹਮੇਸ਼ਾ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜੇ ਰਹੀਏ। ਐਨੀਵੇ, ਪਾਵੇ ਤੇ ਸੋ ਜਨ ਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰੀਆ। ਉਹੀ ਲੈਂਦਾ, ਬਾਕੀ ਜਿਹੜੇ ਉਹ ਵਿਚਾਰਿਆਂ ਨੂੰ ਕੁਛ ਵੀ ਨਹੀਂ ਮਿਲਦਾ। ਇੱਕ ਭਰਮ ਭੂਲੇ ਫਿਰੇ, ਫਿਰ ਉਹਨਾਂ ਨੇ ਐਗਜ਼ਾਮਪਲ ਦੇ ਦਿੱਤਾ ਕਿਹਨਾਂ ਨੂੰ ਤੇਰੀ ਦਇਆ ਨਹੀਂ ਮਿਲਦੀ। ਜੋ ਗੁਰਦੀਪ ਨੇ ਵੀ ਹੁਣੇ ਦੱਸਿਆ ਕੀ ਆ, ਇੱਕ ਭਰਮ ਭੂਲੇ ਫਿਰੇ ਦੇ ਦਿਸ, ਚਾਰੋਂ ਤਰਫ 10 ਦਿਸ਼ਾਵਾਂ, 10 ਡਾਇਰੈਕਸ਼ਨ। ਇੱਕ ਤੈਨੂੰ ਚੂੰਕਿ ਨਹੀਂ ਮੰਨਦੇ, ਭੁਲੇਖੇ ਵਿੱਚ ਨੇ, ਸੁਪਰਸਟੀਸ਼ਨ ਦੇ ਵਿੱਚ ਨੇ, ਉਹ ਚਾਰੋਂ ਪਾਸੇ ਨੱਚੇ ਭੱਜੇ ਫਿਰਦੇ ਨੇ। ਇੱਕ ਨਾਮ ਲਾਗ ਸਵਾਰਿਆ, ਤੇ ਇੱਕ ਤੈਨੂੰ ਇੱਕ ਅੱਖਰ ਦੇ ਨਾਲ ਹੀ ਲੱਭ ਲੈਂਦੇ ਨੇ, ਵਾਹਿਗੁਰੂ ਕਹਿ ਕੇ ਲੱਭ ਲੈਂਦੇ ਨੇ। ਤੇ 10 ਦਿਸ਼ਾਵਾਂ ਤੇ ਤੁਹਾਨੂੰ ਪਤਾ ਹੀ ਹੋਣੀ ਹੈ, 4 ਤੇ ਸਿੱਧੀਆਂ ਨੇ, ਫਿਰ ਉਹਨਾਂ ਵਿੱਚ ਤੁਸੀਂ ਨਾਰਥ ਈਸਟ, ਨਾਰਥ ਵੈਸਟ ਇਸ ਤਰ੍ਹਾਂ ਗਿਣ ਲਓ, ਫਿਰ ਧਰਤੀ ਤੇ ਆਕਾਸ਼ ਮਿਲਾ ਲਓ, ਤੇ 10 ਬਣ ਜਾਂਦੀਆਂ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਭਾਵੇਂ, ਕਹੇ ਨਾਨਕ ਜਿਸ ਦੇ ਪਿਆਰੇ। ਸੋ ਇਹ ਗੱਲ ਨੂੰ ਯਾਦ ਰੱਖਣਾ, ਔਰ ਗੁਰਦੀਪ ਸਿੰਘ ਦਾ ਚਿਹਰਾ ਵੀ ਆਪਣੇ ਮਨ 'ਚ ਯਾਦ ਰੱਖਣਾ। ਗੁਰਦੀਪ ਨੇ ਕਹਿਤਾ ਉਹ ਡਿਸਕ੍ਰਿਮੀਨੇਟ ਨਹੀਂ ਕਰਦਾ। ਤੁਸੀਂ ਆਪਣੇ ਕਰਮਾਂ ਦੇ ਨਾਲ ਖੁਦ ਹੀ ਆਪਣੇ ਆਪ ਨੂੰ ਪਰਮਾਤਮਾ ਤੋਂ ਦੂਰ ਲੈ ਜਾਂਦੇ ਹੋ। ਉਹ ਆਂਦਾ ਨਹੀਂ ਤੁਹਾਡੇ ਪਹਿਲੇ ਸ਼ਲੋਕ ਵਿੱਚ, ਕਿਸ ਨੇੜੇ ਕਿਸ ਦੂਰ, ਕਰਮੀ ਆਪੋ ਆਪਣੇ, ਉਹ ਆਪਣੀ ਕੇ ਨੇੜੇ ਕੇ ਦੂਰ, ਜਿਤਨਾ ਦੇ ਅਸੀਂ ਨਾਮ ਤੇ ਆਇਆ। ਆਪਣੇ ਆਪ ਹੀ ਪਰਮਾਤਮਾ ਕੋਲੋਂ ਦੂਰ ਚਲੇ ਜਾਂਦੇ ਹਾਂ। ਜਿਹੜੇ ਬੱਚੇ ਘਰੋਂ ਨੱਸ ਜਾਂਦੇ ਨੇ, ਮਾਂ ਬਾਪ ਤੋਂ ਦੂਰ ਚਲੇ ਜਾਂਦੇ ਨੇ, ਫਿਰ ਉਹ ਭਟਕਦੇ ਰਹਿਣਾ ਸਾਰੀ ਜ਼ਿੰਦਗੀ। ਅਸੀਂ ਵੀ ਕਈ ਵਾਰੀ ਜਾਣ ਬੁੱਝ ਕੇ ਜਾਂ ਅਣਗਹਿਲੀ ਵਿੱਚ ਜਾਂ ਗਲਤ ਸਲਾਹ ਦੇ ਨਾਲ ਪਰਮਾਤਮਾ ਤੋਂ ਦੂਰ ਚਲੇ ਜਾਂਦੇ ਹਾਂ, ਤੇ ਫਿਰ ਨੈਚੁਰਲੀ ਪਰਮਾਤਮਾ ਦੀ ਬਖਸ਼ਿਸ਼ ਜਿਹੜੀ ਆ ਉਹ ਪੂਰੀ ਇੰਜੋਏ ਨਹੀਂ ਕਰ ਸਕਦੇ, ਸੀ ਪੂਰਾ ਉਹਦਾ ਲਾਭ ਨਹੀਂ ਲੈ ਸਕਦੇ। ਗੁਰੂ ਤੇਗ ਬਹਾਦਰ ਦੀ ਬਾਣੀ ਨੂੰ ਅਸੀਂ ਵਿਰਾਗਮਈ ਬਾਣੀ ਕਹਿੰਦੇ ਹਾਂ, ਮੈਨੂੰ ਪਤਾ ਕਿਉਂ ਕਹਿੰਦੇ ਹਾਂ, ਲੇਕਿਨ ਠੀਕ ਹੈ, ਉਹਨਾਂ ਦੀ ਬਾਣੀ ਸਾਡੇ ਡੇਲੀ ਆਉਣ ਜਾਣ, ਸੰਸਾਰ ਦੇ ਆਉਣ ਜਾਣ ਦੇ ਨਾਲ ਜੁੜੀ ਹੈ, ਇਸ ਕਰਕੇ ਸ਼ਾਇਦ ਉਹਨੂੰ ਵਿਰਾਗਮਈ ਬਾਣੀ ਕਹਿੰਦੇ ਨੇ। ਅਸੀਂ 16 ਸ਼ਲੋਕ ਪਿਛਲੇ ਵੀਕ ਤੱਕ ਕੀਤੇ ਸਨ, ਅੱਜ ਅਸੀਂ 17, 18, 19 ਤੇ 20 ਕਰਾਂਗੇ। ਔਰ ਤੁਸੀਂ ਦੇਖੋਗੇ ਕਿ ਇਹਦੇ ਵਿੱਚ ਜਿਹੜੀ ਆਮ ਗੱਲ ਨਹੀਂ ਅਸੀਂ ਕਰਦੇ, ਜਿਸ ਤਰ੍ਹਾਂ ਤੁਸੀਂ ਪਰਮਾਤਮਾ ਦੇ ਨਾਲ ਜਾਂ ਮਾਂ ਬਾਪ ਦੇ ਨਾਲ, ਭੈਣ ਭਰਾ ਨਾਲ ਇਸ ਤਰ੍ਹਾਂ ਗੱਲ ਕਰਦੇ ਹੋ ਇੱਕ ਮਿਕ ਹੋ ਕੇ। ਗੁਰੂ ਤੇਗ ਬਹਾਦਰ ਇਜ਼ ਜਸਟ ਟਾਕਿੰਗ ਟੂ ਯੂ ਜਸਟ ਲਾਈਕ ਦੈਟ। ਉਹ ਕੀ ਕਹਿ ਰਹੇ ਨੇ, ਜੇ ਵਿਖਿਆ ਸਗਲੀ ਤਜੀ
ਲਿਓ ਭੇਖ ਬੈਰਾਗ। ਇਹ ਤੇ ਪਹਿਲਾਂ ਉਹਨਾਂ ਨੇ ਕਿਹਾ ਅਗਰ ਇਸ ਤਰ੍ਹਾਂ ਤੁਸੀਂ ਕਰਦੇ ਹੋ, ਕਹੋ ਨਾਨਕ ਤੁਨ ਰੇ ਤੁਨ ਰੇ ਮਨਾ ਮਨਾ ਤੇ ਨਰ ਮਾਥੇ ਮਾਥੇ ਭਾਗ। ਭਾਗ। ਹੁਣੇ ਉਹ ਕਹਿ ਰਹੇ ਸਨ ਮੈਂ ਤੁਹਾਨੂੰ ਕਲਾਸ 'ਚ ਬੜੀ ਵਾਰੀ ਕਿਹਾ ਹਾਊ ਯੂ ਮੇਕ ਯਰ ਓਨ ਡੈਸਟਨੀ, ਕਿ ਤੁਹਾਡੀ ਡੈਸਟਨੀ ਵਾਸਤੇ ਜਿਹੜੀ ਇਨਪੁਟ ਹੈ ਉਹ ਤੁਹਾਡੇ ਕਰਮ ਨੇ। ਤੁਸੀਂ ਆਪਣੇ ਕਰਮਾਂ ਦੇ ਨਾਲ ਹੀ ਆਪਣੀ ਡੈਸਟਨੀ ਬਣਾਉਂਦੇ ਹੋ। ਪਰਮਾਤਮਾ ਸਿਰਫ ਉਹਨੂੰ ਲਿਖਦਾ ਤੇ ਉਹਦਾ ਤੁਹਾਨੂੰ ਰਿਵਾਰਡ ਜਾਂ ਪਨਿਸ਼ਮੈਂਟ ਦਿੰਦਾ। ਜੱਜ ਹੈ ਉਹ, ਹਰ ਚੀਜ਼ ਕਰਦੇ ਤੁਸੀਂ ਹੋ। ਜੇ ਵਿਖਿਆ ਜਿਨ੍ਹਾਂ ਮਨੁੱਖਾਂ ਨੇ ਪਾਪ ਤੋਂ ਤੋਬਾ ਕੀਤੀ ਹੈ, ਜੇ ਵਿਖਿਆ ਸਗਲੀ ਤਜੀ, ਤਜੀ ਮੈਨੇ ਛੱਡ ਦੇਣਾ, ਜਿਨ੍ਹਾਂ ਨੇ ਪਾਪਾਂ ਤੋਂ ਤੋਬਾ ਕਰ ਲਈ ਹੈ। ਲਿਓ ਭੇਖ ਬੈਰਾਗ ਤੇ ਸੰਸਾਰ, ਇਹ ਜਿਹੜਾ ਵਰਡ ਹੈ ਨਾ ਇਹ ਥੋੜਾ ਜਿਹਾ ਮਿਸਲੀਡਿੰਗ ਹੈ। ਲਿਏ ਭੇਖ ਬੈਰਾਗ, ਉਹਨਾਂ ਨੇ ਇਹ ਨਹੀਂ ਕਿਹਾ ਕਿ ਬੈਰਾਗੀ ਬਣ ਜਾਓ। ਪਰਿਵਾਰ ਵਿੱਚ ਰਹਿ ਕੇ ਵੀ ਤੁਸੀਂ ਸੰਸਾਰ ਤਿਆਗ ਸਕਦੇ ਹੋ। ਘਰਾਂ ਵਿੱਚੋਂ ਬਾਹਰ ਜਾ ਕੇ ਜੰਗਲਾਂ ਜਾਣ ਦੀ ਲੋੜ ਨਹੀਂ ਹੈ। ਜੀਵਨ ਮੁਕਤ ਦੀ ਗੱਲ ਕਰ ਰਹੇ ਨੇ ਉਹ। ਜੀਵਨ ਵਿੱਚ ਰਹਿੰਦੇ ਹੋਏ ਵੀ ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਸੋ ਦਿਸ ਇਜ਼ ਦਾ ਦੈਟ ਵਰਡ, ਸੰਸਾਰਿਕ ਬੰਧਨਾਂ ਤੋਂ ਮੁਕਤ ਹੋਣਾ। ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਤੇ ਫਿਰ ਉਹਨਾਂ ਦੀ ਕਿਸਮਤ ਜਿਹੜੀ ਹੈ ਉਹ ਪਰਮਾਤਮਾ ਜਿਹੜੀ ਵੀ ਤੁਸੀਂ ਆਪਣੇ ਕਰਮਾਂ ਨਾਲ ਬਣਾਈ ਹੈ ਤੇ ਫਿਰ ਤੁਹਾਨੂੰ ਰਿਵਾਰਡ ਹੀ ਮਿਲੇਗਾ ਨਾ। ਜੇ ਤੁਸੀਂ ਫਜ਼ੂਲ ਚੀਜ਼ਾਂ ਸੰਸਾਰ ਦੀਆਂ ਛੱਡ ਦਿੱਤੀਆਂ, ਪਾਪ ਛੱਡ ਦਿੱਤੇ ਨੇ, ਦੁੱਖ ਦਰਦ ਦੇਣਾ ਲੋਕਾਂ ਨੂੰ ਛੱਡ ਦਿੱਤਾ, ਪਰਿਵਾਰ ਵਿੱਚ ਰਹਿ ਕੇ ਵੀ ਤੁਸੀਂ ਆਹ ਜਿਹੜੇ ਸੰਸਾਰਿਕ ਬੰਧਨ ਨੇ ਉਹਨਾਂ ਤੋਂ ਆਪਣੇ ਆਪ ਨੂੰ ਛੁਡਾ ਲਿਆ। ਫਿਰ ਉਹ ਕਹਿੰਦੇ ਨੇ ਐਗਜ਼ੈਕਟਲੀ ਸੇਮ ਲਾਈਨ, ਜੇ ਮਾਇਆ ਮਮਤਾ ਤਜੀ। ਪਹਿਲੀ ਵਾਰੀ ਵਿੱਚ ਵਰਡ ਤਜੀ ਆਇਆ, ਛੱਡਣਾ। ਉੱਥੇ ਵਿਖਿਆ ਸੀ, ਵਿਖਿਆ ਤਜੀ ਪਾਪ ਛੱਡਨੇ। ਇੱਥੇ ਹੈ ਜੇ ਮਾਇਆ ਮਮਤਾ ਤਜੀ ਸਭ ਸੇ ਭਇਓ ਉਦਾਸ। ਉੱਥੇ ਬੈਰਾਗ ਵਰਡ ਸੀ, ਇੱਥੇ ਉਦਾਸ ਹੈ। ਜੀਵਨ ਮੁਕਤੀ ਦਾ ਵਰਡ ਹੈ। ਘਰ ਵਿੱਚ ਰਹਿੰਦੇ ਹੋਏ ਵੀ ਜੇ ਤੁਸੀਂ ਸਾਰੇ ਬੰਧਨਾਂ ਤੋਂ ਮੁਕਤੀ ਲੈ ਲਈ ਹੈ। ਕਹੋ ਨਾਨਕ ਸੁਨ ਰੇ ਮਨਾ ਤੈ ਘਟ ਬ੍ਰਹਮ ਨਿਵਾਸ। ਤੇ ਘੱਟ ਤਾਂ ਤੁਹਾਨੂੰ ਪਤਾ ਹੀ ਹੈ, ਘੱਟ ਮੀਨਸ ਤੁਹਾਡੇ ਦਿਲਾਂ ਵਿੱਚ। ਤੇ ਫਿਰ ਪਰਮਾਤਮਾ ਤੁਹਾਡੇ ਅੰਦਰ ਵਸੇਗਾ ਹੀ ਵਸੇਗਾ। ਕੱਢੋ ਉਹਨਾਂ ਨੂੰ ਅੰਦਰੋਂ ਮਾਇਆ। ਜੇ ਮਾਇਆ ਮਮਤਾ ਤਜੀ, ਮਾਇਆ ਨੂੰ ਜੇ ਤੁਸੀਂ ਆਪਣੇ ਦਿਲ ਵਿੱਚੋਂ ਕੱਢ ਦਿਓਗੇ। ਜੋ ਸੁਖ ਕੋ ਚਾਹੇ ਸਦਾ, ਫਿਰ ਰਾਮ ਕੀ ਲੈ ਕਰਨ ਰਾਮ ਕੀ ਲੈ। ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇ। ਇਹ ਦੁਬਾਰਾ ਨਹੀਂ ਆਉਣੀ। ਸੋ ਹੁਣੇ ਹੀ ਜੋ ਕੁਝ ਕਰਨਾ ਤਿਆਰ ਹੋ ਜਾਓ। ਇਹਨਾਂ ਕਈਆਂ ਨਾਲ ਤੁਸੀਂ ਗੱਲ ਕਰੋ ਨਾ, ਉਹ ਠੀਕ ਹੈ ਜੀ ਹਾਲੀ ਤੇ ਅਸੀਂ ਹੁਣੇ ਤੇ ਜਵਾਨੀ ਆਈ ਆ, ਠੀਕ ਹੈ 60-70 ਸਾਲਾਂ ਦੇ ਹੋ ਜਾਵਾਂਗੇ, ਅਸੀਂ ਵੀ ਮਾਲਾ ਫੜ ਲਾਂਗੇ ਹੱਥ 'ਚ। ਪਰ ਉਹ ਜਸਵੀਰ ਤੂੰ ਮੁਸਕਰਾਈ ਹੈ, ਪਰ ਉਹ ਬੰਦੇ ਭੁੱਲ ਜਾਂਦੇ ਨੇ ਕਿ ਜਿਹੜਾ ਮੌਤ ਦੀ ਨੌਕ ਹੈ ਨਾ, ਇਹ ਉਮਰ ਦੇਖ ਕੇ ਨਹੀਂ ਆਉਂਦੀ। ਘਰ ਘਰ ਇਹੋ ਪਹੁੰਚਾ ਤੇ ਸਦੜੇ ਨਿਤ ਪਵਨ। ਪਰਮਾਤਮਾ ਨੂੰ ਜੇ ਤੁਸੀਂ ਯਾਦ ਕਰ ਲਓ ਹੁਣ ਵੀ ਤੇ ਕੀ ਹਰਜ ਹੈ। ਐਨੀਵੇ ਨੈਵਰ ਮਾਈਂਡ। ਫਿਰ ਉਹ ਕਹਿੰਦੇ ਨੇ ਜੇ ਪ੍ਰਾਨੀ, ਉਹ ਸੇਮ ਹੀ ਗੱਲ ਹੈ, ਉੱਪਰ ਹੈ ਜੇ ਮਾਇਆ ਮਮਤਾ ਤਜੀ। ਇੱਥੇ ਉਹ ਕਹਿੰਦੇ ਨੇ ਜੇ ਪ੍ਰਾਨੀ ਹਉਮੈ ਤਜੀ। ਤੁਸੀਂ ਆਪੇ ਕਹਿੰਦੇ ਹੋ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹ ਇੱਕ ਇੱਕ ਚੀਜ਼ ਨੂੰ ਲੈ ਕੇ ਇੱਕ ਆਪਣੇ ਸ਼ਲੋਕ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਦੱਸ ਰਹੇ ਨੇ। ਉੱਤੇ ਮਮਤਾ ਆਈ, ਪਹਿਲਾਂ ਉਹ ਪਾਪ ਆਏ ਸਨ। ਜੇ ਸੋ ਕੀ ਕਹਿ ਰਹੇ ਨੇ ਹੁਣ ਉਹ ਕਿ ਜੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਣ। ਖਾਲੀ ਮਾਇਆ ਛੱਡਣ ਨਾਲ ਕੁਝ ਨਹੀਂ ਹੋਣਾ। ਮਾਇਆ ਛੱਡ ਕੇ ਜੇ ਫਿਰ ਤੁਸੀਂ ਰਾਮ ਦੇ ਚਰਨ ਫੜ ਲਏ, ਗੁਰੂ ਨਾਨਕ ਦੇ ਚਰਨ ਫੜ ਲਏ, ਇਹ ਪਛਾਣ ਲਿਆ ਕਿ ਤੁਹਾਨੂੰ ਭਗਤੀ ਪਰਮਾਤਮਾ ਦੀ ਹੀ ਕਰਨ ਦੀ ਲੋੜ ਹੈ। ਪਛਾਣ ਲਓ ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ, ਦੇਨਹਾਰ ਨੂੰ। ਜੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਣ। ਕਹੋ ਨਾਨਕ ਵੋ ਮੁਕਤ ਨਰ, ਇਹ ਮਨ ਸਾਚੀ ਮਾਨ।
ਕਿ ਇਹੋ ਹੀ ਲੋਕ ਜਿਹੜੇ ਨੇ ਫਿਰ ਉਹਨਾਂ ਨੂੰ ਪ੍ਰਮਾਤਮਾ ਮੁਕਤੀ ਦਿੰਦਾ, ਆਪਣੇ ਚਰਨਾਂ ਦਾ ਵਿੱਚ ਨਿਵਾਸ ਬਖਸ਼ਦਾ। ਫਿਰ ਇਸੇ ਨੂੰ ਉਹ ਅੱਗੇ ਲੈ ਜਾਂਦੇ ਨੇ, ਇਸੇ ਥੀਮ ਨੂੰ, ਭੈ ਨਾਸਨ ਦੁਰਮਤ ਹਰਨ। ਦੁਰਮਤ ਸਮਝਦੇ ਹੋ ਨਾ, ਭੈੜੀ ਮਤ। ਭੈੜੀ ਮਤ। ਭੈ ਨਾਸਨ, ਨਾਸਨ ਮਨੇ ਨਾਸ ਕਰਨਾ, ਡਰ ਨੂੰ, ਦੁਰਮਤ ਨੂੰ, ਭੈੜੀ ਮਤ ਨੂੰ। ਕੱਲ ਮੈਂ ਹਰ ਕੋ ਨਾਮ, ਹੁਣ ਉਹ ਤੁਸੀਂ ਜਿਸ ਯੁੱਗ 'ਚ ਰਹਿ ਰਹੇ ਹੋ ਨਾ, ਜਿੱਦਣ ਕਹਿੰਦੇ ਨੇ ਕ੍ਰਿਸ਼ਨ ਜੀ ਨੇ ਸੰਸਾਰ ਛੱਡਿਆ, ਉਸ ਦਿਨ ਦੁਆਪਰ ਦਾ ਐਂਡ ਹੋਇਆ ਔਰ ਉਸ ਦਿਨ ਕਲਯੁਗ ਸ਼ੁਰੂ ਹੋਇਆ। ਸੋ ਹੁਣ ਅਸੀਂ ਕਲਯੁਗ 'ਚ ਰਹਿ ਰਹੇ ਹਾਂ। ਗੁਰਬਾਣੀ ਨੇ ਵੀ ਕਿਹਾ ਸਤਯੁਗ ਦੇ ਵਿੱਚ ਤੁਸੀਂ ਕੋਈ ਮਕਾਨ ਲੈ ਲਓ, ਜੋ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ, 4 ਪਿਲਰ ਨੇ ਉਸ ਮਕਾਨ ਨੂੰ ਖੜੇ ਕਰਨ ਲਈ। ਸਤਯੁਗ ਦੇ ਵਿੱਚ 4 ਪਿਲਰ ਸਨ। ਇਹ ਗੁਰੂ ਅਮਰਦਾਸ ਜੀ ਬਾਣੀ ਚਾਹੁੰਦੇ ਨੇ ਪਿਲਰ ਸੀ ਗੱਲ। ਸਤਯੁਗ ਗਿਆ ਤੇ 1 ਪਿਲਰ ਗਿਰ ਗਿਆ। ਤ੍ਰੇਤਾ ਆਇਆ 3 ਪਿਲਰ ਸਨ। ਤ੍ਰੇਤਾ ਗਿਆ 1 ਪਿਲਰ ਹੋਰ ਡਿੱਗ ਪਿਆ, ਹੁਣ 2 ਹੀ ਰਹਿ ਗਏ। ਫਿਰ ਦੁਆਪਰ ਆਇਆ, 1 ਪਿਲਰ ਹੋਰ ਗਿਰ ਗਿਆ। ਇਹ ਜਿਹੜੇ ਪਿਲਰ ਨੇ ਨਾ, ਇਹ ਕਰਪਸ਼ਨ ਕਿਸ ਤਰ੍ਹਾਂ ਆ ਰਹੀ ਹੈ, ਵੈਰ ਦਵੈਸ਼। ਦੁਨੀਆ ਦੀਆਂ ਸਭ ਤੋਂ 2 ਵੱਡੀਆਂ ਜੰਗ ਜਿਹੜੀਆਂ ਤ੍ਰੇਤਾ ਤੇ ਦੁਆਪਰ 'ਚ ਹੋਈਆਂ, ਭਰਾ ਨੇ ਮਾਰਤਾ, ਫੜ ਦਿੱਤਾ ਉਹਨਾਂ ਨੂੰ। ਸੋ ਇਹ ਅਕਾਲ ਪੁਰਖ ਦੀ ਜਿਹੜੀ ਕਹਾਣੀ ਹੈ ਕਿ ਇਹ ਜਿਹੜਾ ਕਲਯੁਗ ਹੈ ਜਿਹਦੇ 'ਚ ਅਸੀਂ ਰਹਿ ਰਹੇ ਹਾਂ, ਕਲਯੁਗ ਮੇਂ ਕੀਰਤਨ ਪ੍ਰਧਾਨਾ, ਕੀਰਤਨ ਪ੍ਰਧਾਨਾ। ਇੱਥੇ ਪਰਮਾਤਮਾ ਨੂੰ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ। ਜੇ ਤੁਸੀਂ ਕਲਯੁਗ ਦੇ ਵਿੱਚ ਪਾਪਾਂ ਤੋਂ ਬਚਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ, ਤੇ ਆਪਣੇ ਇਰਦ ਗਿਰਦ ਵਾਹਿਗੁਰੂ ਦੇ ਨਾਮ ਦੀ ਇੱਕ ਫਸੀਲ ਮੈਨੇ ਸਟੀਲ ਦੀ ਵਾਇਰ ਜਿਹਦੇ 'ਚ ਇਲੈਕਟ੍ਰਿਕ ਛੱਡ ਦਿਓ ਕਿ ਕੋਈ ਵੀ ਤੁਹਾਡਾ ਦੁਸ਼ਮਣ ਉਹਦੇ ਵਿੱਚੋਂ ਤੁਹਾਡੇ ਆ ਕੇ ਅੰਦਰ ਤੁਹਾਨੂੰ ਬਾਈਟ ਨਾ ਕਰੇ। ਕਹੋ ਨਾਨਕ ਨਿਸ ਦਿਨ ਜੋ ਨਾਨਕ ਭਜੇ, ਰਾਤ ਤੇ ਦਿਨ ਜੋ ਨਾਨਕ ਦੀ ਵਾਹਿਗੁਰੂ ਦੀ ਪੂਜਾ ਕਰਦੇ ਨੇ, ਸਫਲ ਹੋਏ ਤੇ ਕਾਮ, ਉਹ ਹੀ ਫਿਰ ਜੀਵਨ ਦੇ ਵਿੱਚ ਸਫਲਤਾ ਪਾਉਂਦੇ ਨੇ। ਸਭ ਤੋਂ ਆਸਾਨ ਬਾਣੀ ਅਗਰ ਹੈ ਤੇ ਨੋ ਡਾਊਟ ਗੁਰੂ ਤੇਗ ਬਹਾਦਰ ਦੀ ਹੀ ਬਾਣੀ ਹੈ। ਸੋ ਹੁਣ ਅਸੀਂ ਨਾਮਾਂ ਵੱਲ ਦੇਖਦੇ ਹਾਂ, ਜਿੰਨੀਆਂ ਕੁ ਅਸੀਂ ਕਰ ਸਕਦੇ ਹਾਂ ਅੱਜ, ਕਿਉਂਕਿ ਟਾਈਮ ਵੀ ਅਸੀਂ ਦੇਖਣਾ। ਕਈ ਕਹਿੰਦੇ ਨੇ, ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਦੱਸੀ ਸੀ ਕਹਾਣੀ, ਕੋਈ ਸ਼ਬਦ ਲੈ ਲਓ, ਉਹ ਸ਼ਬਦ ਤੁਸੀਂ ਵਜ਼ੀਰ ਜੀ ਨੂੰ ਦੇ ਦਿਓ, ਨਵਤੇਜ ਨੂੰ ਦੇ ਦਿਓ, ਦਰਪਣਾ ਨੂੰ ਦੇ ਦਿਓ, ਪਰਮਜੀਤ ਨੂੰ ਦੇ ਦਿਓ, ਆਪਣਾ ਗੁਰਦੀਪ ਨੂੰ, ਕਿਸੇ ਨੂੰ ਦੇ ਦਿਓ, ਮੈਨੂੰ ਵੀ ਦੇ ਦਿਓ, ਉਹ ਕਹੋ ਜੀ ਇਹਦੀ ਟ੍ਰਾਂਸਲੇਸ਼ਨ ਕਰਕੇ ਲਿਆਓ, ਲਿਟਰਲ ਨਹੀਂ, ਥੀਮ ਸਾਰੇ ਵੱਖਰੇ ਵੱਖਰੇ ਲਿਖ ਕੇ ਲਿਆਵਾਂਗੇ, ਕਿਸੇ ਦਾ ਨਹੀਂ ਮਿਲਣਾ। ਔਰ ਮੈਂ ਨਹੀਂ ਕਹਾਂਗਾ ਇਸ ਕੋਈ ਵੀ ਗਲਤ ਹੈ, ਸਭ ਦਾ ਆਪਣਾ ਹੀ ਕਵੀ ਪੁਆਇੰਟ ਹੈ। ਗੁਰੂ ਰਾਮਦਾਸ ਜੀ ਨੇ ਲਾਵਾਂ ਲਿਖੀਆਂ, ਗੁਰੂ ਰਾਮਦਾਸ ਜੀ ਨੇ ਕੁਝ ਸ਼ਬਦ ਲਿਖੇ, 4 ਸਟੈਂਡੇ ਨੇ ਉਹਨਾਂ ਦੇ, ਜਿਨ੍ਹਾਂ ਦਾ ਹੈਡਿੰਗ ਉਹਨਾਂ ਨੇ ਲਾਵਾਂ ਦਿੱਤਾ। ਲਾਵਾਂ, ਉਹਨਾਂ ਨੇ ਵਰਡ ਯੂਜ਼ ਲਾਵਾਂ ਕੀਤਾ। ਔਰ ਲਾਵਾਂ ਜਿਹੜੀਆਂ ਸਨ ਉਹਦਾ ਮਤਲਬ ਇਹ ਸੀ ਗੁਰੂ ਗ੍ਰੰਥ ਸਾਹਿਬ ਦੇ ਇਰਦ ਗਿਰਦ ਘੁੰਮਣਾ ਤੇ ਕੁਝ ਵਾਅਦੇ ਕਰਨੇ, ਕੁਝ ਪ੍ਰੋਮਿਸਿਸ ਕਰਨੇ ਵਿਆਹ ਵੇਲੇ। ਹੁਣ ਕਈ ਕਹਿੰਦੇ ਨੇ ਜੀ ਤੁਸੀਂ ਐਵੇਂ ਲੱਭਦੇ ਫਿਰਦੇ, ਕੁਝ ਵੀ ਨਹੀਂ ਹੈਗਾ, ਉਹਨੇ ਬਸ ਤੁਸੀਂ ਸੁਣਾ ਦੇ ਲੋਕਾਂ ਨੂੰ ਲਾਵਾਂ, ਦੈਟ ਇਜ਼ ਇਟ। ਉਹਦੇ 'ਚ ਕੁਝ ਨਾ ਕੋਈ ਵਾਅਦੇ ਨੇ, ਨਾ ਕੋਈ ਸਟੇਟਮੈਂਟਸ ਨੇ, ਕੁਝ ਨਹੀਂ ਹੈ। ਜਿਸ ਤਰ੍ਹਾਂ ਬਾਕੀ ਸ਼ਬਦ ਨੇ, ਇਹ ਵੀ ਸ਼ਬਦ ਨੇ, ਉਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਉਹ ਗਲਤ ਨੇ। ਜਦ ਤੱਕ ਨਵਤੇਜ ਜੀ ਤੁਸੀਂ ਖੁਦ ਬੈਠ ਕੇ ਇੱਕ ਲਾਂ ਨਹੀਂ ਪੜ੍ਹਦੇ, ਪਰ ਤੁਹਾਡਾ ਮਨੋਰਥ ਕੀ ਹੈ, ਮਨੋਰਥ ਸਮਝੋ, ਆਬਜੈਕਟਿਵ। ਗੁਰੂ ਰਾਮਦਾਸ ਨੇ ਇਹ ਸ਼ਬਦ ਲਿਖੇ, ਇਹਨਾਂ ਨੂੰ ਉਹਨਾਂ ਨੇ ਲਾਵਾਂ ਕਹੀਆਂ, ਹਿਸਟੋਰੀਕਲ। ਇਹ ਫਿਰ ਸ਼ਬਦ ਸਿੱਖਾਂ ਨੇ ਲਾਵਾਂ ਵੇਲੇ ਯੂਜ਼ ਕੀਤੇ, ਤਾਂ ਫਿਰ ਇਹਦੇ ਵਿੱਚ ਕੋਈ ਨਾ ਕੋਈ ਗੱਲ ਤੇ ਹੋਏਗੀ ਜਿਹੜੀ ਗੁਰੂ ਸਾਹਿਬ ਨਵੇਂ ਜੋੜੇ ਨੂੰ ਸੁਣਾਉਣਾ ਚਾਹੁੰਦੇ।
और एक बार नहीं 2 बारी सुनाना चाहते हैं और दोवें बारी कहते हैं सुन के मत्था टेको। मत्था टेकन का मतलब है कि मैनू जो कुछ मैं सुनिया मैनू मंजूर है। ਹੁਣ ਅਸੀਂ ਇਹੀ ਲੱਭਣਾ ਨਾ ਵੀ ਹੁਣ ਕਹਿ ਕੀ ਰਹੇ ਨੇ। ਸੋ ਇੱਕ ਮੇਰਾ ਤਰੀਕਾ ਲੱਭਣ ਦਾ, ਮੈਂ ਨਹੀਂ ਕਹਾਂਗਾ ਕਿ ਹਰ ਇੱਕ ਬੰਦਾ ਮੇਰੇ ਨਾਲ ਮੁਤਫਿਕ ਹੋਵੇ। ਮੁਤਫਿਕ ਮੀਨਸ ਮੇਰੀ ਗੱਲ ਮੰਨੇ। ਸੋ ਮੈਂ ਆਪਣੇ ਵਿਊ ਪੁਆਇੰਟ ਨਾਲ, ਕਿਉਂਕਿ ਮੈਂ ਹਿੰਦੂਆਂ ਦੀਆਂ ਲਾਵਾਂ ਫੇਰੇ 'ਚ ਦੇਖਿਆ ਕਸਮਾਂ ਕੀ ਖਾਂਦੇ ਨੇ, ਅੰਗਰੇਜ਼ਾਂ 'ਚ ਕ੍ਰਿਸਚਨ 'ਚ ਦੇਖਿਆ, ਯਹੂਦ 'ਚ ਦੇਖਿਆ, ਜਿਹੜੇ ਵੀ ਖਾਂਦੇ ਨੇ। ਫਿਰ ਮੈਂ ਆਪ ਲੱਭਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਵੀ ਵਰਡ ਗੁਰੂ ਰਾਮਦਾਸ ਨੇ ਯੂਜ਼ ਕੀਤੇ ਨੇ ਕਿ ਉਹ ਹਿਸਟੋਰੀਕਲੀ मैं उन्होंने किसी और ढंग नाल कह सकना। तो अगर तुम मेरे नाल नहीं अग्री करोगे तो मैनू कोई गुस्सा कोई शिकवा नहीं होएगा। और जे तुसी उस लाइन ते चलोगे तो आई विल बी हैप्पी। जिथों मैं शुरू किया सी नवतेज जी, पिछले वीक तुसी इत्थे नहीं सो। हिंदू धर्म दे विच लाइफ नू 4 हिस्सियां च वंडिया गया, ब्रह्मचारी, गृहस्थी, सन्यासी ते वनप्रस्थ। ब्रह्मचारी है जिस वेले तुसी स्कूल कॉलेज जांदे हो। गृहस्थी है जो तुसी ब्याह शादी होंदी, बच्चे बुच्चे होंदे ने। और फिर तुसी 2 जड़े बाकी रह गए उदों तुसी रब दा नाम लेंदे हो। अगर इन्हें तुसी लिटरली मंगो मनो तो इसका मतलब है पहले 2 जड़े ने तुहाडे हिस्से उहदे विच तुहाडे कोल टाइम नहीं है रब दा नाम लैण। स्पैशली गृहस्थी जीवन च जिथे तुहाडा नवां नवां विआह होया, उत्थे तुहानूं रोमांस है, उत्थे तुहाडे कोल बच्चे हो गए। हुण तुसीं उन्हां दी देखभाल करोगे कि उत्थे गुरुद्वारे जाओगे ते नितनेम करोगे। सो पहली पौड़ी विच उन्होंने कहा हुण तू गृहस्थी जीवन च जा रहा है, तू रब नूं नहीं भुलना। दैट इज वॉट इज इन दी फर्स्ट लॉ। मैं इहनूं एक्सप्लेन कर चुका, मैं तुहानूं पढ़ देना दोबारा। शुरू इत्थों हुंदी है, हर पहलड़ी लाम प्रवृत्ति। प्रवृत्ति मीन्स गृहस्थ जीवन। दैट इज द लिटरल मीनिंग। कर्म मैंने फर्ज दिलाया बलराम जी हो। हुण मैं तुहानूं ये दस रहा, गुरु रामदास कह रहे हैं कि तुहाडा फर्ज की है। अज तुसीं गृहस्थी जीवन विच जा रहे हो। पहला फर्ज है परमात्मा नूं नहीं भुलना, गुरुद्वारे जाना नहीं छड्डना, नितनेम करना नहीं छड्डना, भावें तुहाडा विआह हो गया। हुण क्योंकि तुसीं है ते उस ते हिंदू सन सारे मोस्टली, तो उन्होंने उत्ते ते उन्होंने वही पढ़िया सी जो हिंदू शास्त्रां च लिखिया। ये गृहस्थ जीवन है। रब दा वेला आएगा जो तुसीं संन्यास लाओगे, जो तुसीं वनप्रस्थ होवोगे। पर सिखां वास्ते ते रब नूं तुसीं पैदा हुंदे ही याद करना। सो दिस इज व्हाट ही इज सेइंग। धर्म दृढ़ावो हर नाम ते आवो, सिमरत नाम दृढ़ाया सतगुर गुर पूरा या राधो। सब किल विक पाप गवाया, सहज आनंद हुआ वड भागी। मन हर हर मीठा लाया। 4 लाइनां में 6 लाइनां ने, सारे लाइनां च सतगुर गुर पूरा या राधो नाम ते आवो। दैट इज व्हाट ही इज सेइंग। और क्या धर्म ये तुहाडी ड्यूटी है कि तुसीं नाम नूं नहीं भुलना। अज असीं दूसरी लाम पढ़ते हैं। हर दूसरी लाम ये अगेन प्लीज दिस इज माई ओन इंटरप्रिटेशन। जे तुसीं नहीं अग्री करोगे आई वोंट बी हर्ट। हर दूसरी लाम सतगुरु पुरख मिलाया। हुण पहली सिक्ख्या तो बाद हुण वो जड़ा जोड़ा बैठा उत्थे मुंडा कुड़ी, गुरु साहब उन्हां नूं की कर रहे हैं, वाहिगुरु ने तुहानूं एक दूजे दे नाल मिलाया, सतपुरख मिलाया। यू हैव फाउंड, कुड़ी नूं कह रहे ने द मैन ऑफ योर चॉइस, और मुंडे नूं कह रहे ने यू हैव फाउंड द पार्टनर ऑफ योर चॉइस, वट एवर यू वांट टू क्वेश्चन। यू हैव मेट द वन who was selected for you। फिर वो की कहते हैं, निर्भव भय मन होमे मैल गवाया बलराम जी हो। जिस वे नरदेव जी विआह हुंदा, ये हर धर्म दे विच एक सिक्ख्या हुंदी है, हर धर्म ये कॉमन है। अज तो बाद तुहाडे अंदर जिहड़ी जसवीर जी होमे दी मैल है, मैं वड्डे करदा, कुड़ी छोटे करदी है, मैं पढ़िया लिखिया, वो अनपढ़ है, वो पिंड दी है। ये जिहड़ी होमे है तुहाडे अंदर, अज तुसीं एक हो गए हो। देयर शुड बी नो होमे दी मैल। Melt it and become one. Now is the start of the vows. You will face together all worldly fears and will remain above all personal ego। फिर वो कहते हैं निर्मल भाव पाया,
दैट इज वेरी इंपॉर्टेंट। हर गुण गाया, 2 लाइनां ने, तीजी लाइन च नवतेज, हर गुण गाया, हर वेखे नाम अधूरे। हुण चारों पासे सिर्फ तुहानू एक दूसरे दी शक्ल ही दिस, मतलब हुण तुहानू थर्ड पार्टी नहीं दिसनी चाहिए। When you have become together as man and woman, now this is the woman in your life, nobody else, and this is the man in your life, nobody else. और इन्हां दियां जिन्नियां अच्छाइयां ने सिर्फ उन्हां नू देखो, ਜਿਹੜੇ ਇਹਨਾਂ ਦੇ ਅਵਗੁਣ ਨੇ ਅੱਜ ਉਹਨਾਂ ਨੂੰ ਭੁੱਲ ਜਾਓ। ਹਰ ਗੁਣ ਗਾਓ, ਵੇਖੇ ਰਾਮ ਨਾਮ ਅਧੂਰੇ। ਤੇ ਇਹ ਹੁਣ ਤੁਹਾਡੇ ਜੀਵਨ ਦੇ ਵਿੱਚ ਇੱਕ ਪੱਕਾ ਸਾਥੀ ਬਣ ਗਿਆ। ਹੁਣ ਤੁਹਾਨੂੰ ਕਿਸੇ ਹੋਰ ਜਗ੍ਹਾ ਝਾਕਣ ਦੀ ਲੋੜ ਨਹੀਂ ਹੈ। We both will appreciate each other's good qualities and be always together in all the good and bad times. Line number 4. हर आत्म राम पसारिया स्वामी, सर्व रिया भरपूरे। मिल जाना, मर्ज हो जाना। या तुसीं नहीं कहते अरदास भी हुण ये 2 शरीर ने एक आत्मा मर्ज हो गए हो। सो अज तो गुरु रामदास जी कह रहे ने मैरिज हुण जिहड़ी है तैनूं अपनी चॉइस दा तुहानूं पार्टनर लभ पिया। नो यू आर जस्ट वन। हुण तुसीं 2 शरीर भावें हो पर आत्मा तुहाडी एक है। From this moment we both will be one spirit and 2 bodies merged in each. अंतर बाहर हर प्रभ एको, सेम रिपीट ही है। मिल हर जन मंगल गाए, अंतर बाहर हर प्रभ एको। We will live as one and be loyal and faithful to each other. जन नानक दूजी लाम चलाई। Next line is very important. Anhad, anhad, anhad means God has spoken now. अनहद ਉਹ ਬਾਣੀ ਹੈ ਜਿਹੜੀ ਤੁਸੀਂ ਨਹੀਂ ਵਜਾਉਂਦੇ, ਉੱਤੋਂ ਵੱਜਦੀ ਹੈ। God has now spoken to you that these are your duties which you have to perform. Now you will live for each other. सर डॉक्टर जी, क्वेश्चन है मेरा। बोलो। ਇਹ ਗੁਰੂ ਰਾਮਦਾਸ ਜੀ ਨੇ ਲਾਵਾਂ ਲਿਖੀਆਂ ਆਪਾਂ ਨੂੰ ਪਤਾ, ਹਾਂਜੀ, ਇਹ ਕੀ ਇਹ ਪ੍ਰੂਫ ਕਿਤੇ ਲਿਖਿਆ ਕਿ ਗੁਰੂ ਅਰਜਨ ਦੇਵ ਜੀ ਦਾ ਜਦੋਂ ਵਿਆਹ ਹੋਇਆ ਉਦੋਂ ਇਹ ਲਾਵਾਂ ਪੜ੍ਹੀਆਂ ਗਈਆਂ? ਉਹਦੇ ਵਿੱਚ ਸਾਨੂੰ 2 ਚੀਜ਼ਾਂ ਲੱਭਣੀਆਂ ਪੈਣਗੀਆਂ ਮਹਿੰਦਰ ਜੀ, ਤਾਂ ਜਵਾਬ ਦਿੱਤਾ ਜਾ ਸਕਦਾ। ਮੈਂ ਜਵਾਬ ਇਸ ਕਰਕੇ ਨਹੀਂ ਦੇ ਸਕਦਾ ਕਿ ਸਾਨੂੰ ਨਹੀਂ ਪਤਾ ਗੁਰੂ ਰਾਮਦਾਸ ਜੀ ਨੇ ਇਹ ਸ਼ਬਦ ਕਿਹੜੇ ਈਅਰ ਵਿੱਚ ਕੰਪੋਜ਼ ਕੀਤੇ ਨੇ। ਸਾਨੂੰ ਇਹ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਵਿਆਹ ਕਦੋਂ ਹੋਇਆ, ਪਰ ਇਹ ਨਹੀਂ ਪਤਾ ਇਹ ਸ਼ਬਦ ਕਦੋਂ ਕੰਪੋਜ਼ ਹੋਏ ਨੇ। ਅਗਰ ਅਸੀਂ ਇਹ ਲੱਭ ਲਈਏ ਕਿ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਤੋਂ ਪਹਿਲਾਂ ਕੰਪੋਜ਼ ਹੋਏ ਨੇ, ਤੇ ਫਿਰ ਤੁਸੀਂ ਕਹਿ ਸਕਦੇ ਹੋ ਸ਼ਾਇਦ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਵਾਸਤੇ ਹੀ ਲਿਖੇ ਹੋਣ, ਉਹਨਾਂ ਦੀ ਸ਼ਾਦੀ ਵਾਸਤੇ ਹੀ ਲਿਖੇ ਹੋਣ। ਇੱਕ ਇਹ ਤੁਸੀਂ ਕਹਿ ਸਕਦੇ ਹੋ। ਚਲੋ ਮੈਂ ਤੁਹਾਡੀ ਗੱਲ ਦਾ ਹੋਰ ਤਰ੍ਹਾਂ ਜਵਾਬ ਦੇਣਾ, ਕਿਉਂਕਿ ਮੈਂ ਕਹਾਣੀ ਕੋਈ ਹੋਰ ਪੜ੍ਹੀ ਸੀ, ਉਹ ਕਹਾਣੀ ਅਸੀਂ ਗੁਰੂ ਅਰਜਨ ਤੇ ਲਾ ਦਿੰਦੇ ਹਾਂ। ਮੈਂ ਵਜ਼ੀਰ ਜੀ ਦੀ ਕਈ ਸਿੱਖਿਆ ਬਿਲਕੁਲ ਆਪਣੇ ਮਨ ਤੋਂ ਮੰਨਣਾ, ਜਿੱਥੇ ਤੁਸੀਂ ਤੁਹਾਨੂੰ ਕੁਛ ਨਹੀਂ ਲੱਗਦਾ ਆਪਣੇ ਆਪ ਕੁਛ ਲਾ ਦਿਓ। ਜਿਹੜੀ ਮੈਂ ਕਹਾਣੀ ਵਜ਼ੀਰ ਜੀ ਪੜ੍ਹੀ ਉਹ ਇਹ ਸੀ ਕਿ ਜਿਸ ਤਰ੍ਹਾਂ ਨਹੀਂ ਸਾਧੂ ਸੰਤਾਂ ਦੀਆਂ ਵੱਡੀਆਂ ਵੱਡੀਆਂ ਬੁੱਕਸ ਨੇ ਜਿਨ੍ਹਾਂ ਵਿੱਚ ਕਹਾਣੀਆਂ ਲਿਖੀਆਂ ਹੁੰਦੀਆਂ ਕਿ ਕਿਸੇ ਦੀ ਕੁੜੀ ਦਾ ਵਿਆਹ ਸੀ। ਮਹਿੰਦਰ ਜੀ ਤੁਹਾਡੀ ਗੱਲ ਦਾ ਜਵਾਬ ਹੈ ਜੀ ਜੀ। ਕੁੜੀ ਦਾ ਵਿਆਹ ਸੀ ਤੇ ਉਹ ਕਿਸੇ ਪੰਡਿਤ ਕੋਲ ਗਿਆ ਤੇ ਪੰਡਿਤ ਨੇ ਕਿਹਾ ਮੈਂ 50 ਰੁਪਏ ਲਾਵਾਂਗਾ, ਲਾਵਾਂ ਫੇੜੇ ਪੜੇ ਵਿਆਹ ਕਰਾਉਣ ਦੇ। ਉਹਨੇ ਕਿਹਾ ਮੇਰੇ ਕੋਲ ਤਾਂ ਨਹੀਂ ਹੈਗੇ 50 ਰੁਪਏ, ਮੈਂ ਤਾਂ ਬੜਾ ਗਰੀਬ ਹਾਂ। ਉਹਨੇ ਕਿਹਾ ਠੀਕ ਹੈ ਫਿਰ ਮੈਂ ਨਹੀਂ ਕਰਾ ਸਕਦਾ। ਉਹਨੇ ਕਿਹਾ 25 ਲੈ ਲਾ। ਨਾ ਮੈਂ 50 ਤੋਂ 1 ਪੈਣੀ ਘੱਟ ਨਹੀਂ ਲਾਣੀ। ਉਹ ਪੰਡਿਤ ਨਵਤੇਜੀ ਚਲਾ ਗਿਆ। ਉਹਨੂੰ ਬੰਦਾ ਰੋਣ ਲੱਗ ਪਿਆ, ਮੇਰੀ ਕੁੜੀ ਆ ਵਿਆਹ ਉਹਦਾ ਕਿਵੇਂ ਹੋਏਗਾ, ਮੇਰੇ ਕੋਲ ਪੈਸੇ ਕੋਈ ਨਹੀਂ। ਕਿਸੇ ਨੇ ਕਿਹਾ ਤੂੰ ਅੰਮ੍ਰਿਤਸਰ ਜਾ, ਨਾਲ ਹੀ ਹੈ ਚੱਕ, ਉੱਥੇ ਨਾਮ ਲਿਆ ਗੁਰੂ ਰਾਮਦਾਸ ਦਾ, ਉਹਨਾਂ ਕੋਲ ਜਾਓ ਤੇ ਉਹ ਕਰਦੇ ਨੇ ਕੁਛ ਨਾ ਕੁਛ ਤੇਰਾ ਇੰਤਜ਼ਾਮ। ਉਹ ਕਹਿੰਦੇ ਨੇ ਅੰਮ੍ਰਿਤਸਰ ਆਇਆ, ਉਹਨੇ ਗੁਰੂ ਰਾਮਦਾਸ ਜੀ ਨੂੰ ਮਿਲੇ। ਗੁਰੂ ਰਾਮਦਾਸ ਨੇ ਕਿਹਾ ਤੈਨੂੰ ਵੀ ਕੀ ਤਕਲੀਫ ਹੈ? ਉਹਨੇ ਕਿਹਾ ਕਿ ਮੇਰੀ ਕੁੜੀ ਦਾ ਵਿਆਹ ਨਹੀਂ ਹੋ ਰਿਹਾ, ਲਾਵਾਂ ਫਿਰ ਕਿਸ ਤਰ੍ਹਾਂ ਪੜੀਏ? ਕਹਿੰਦੇ ਨੇ ਉਦੋਂ ਗੁਰੂ ਰਾਮਦਾਸ ਜੀ ਨੇ ਇਹ ਲਾਵਾਂ ਰਚੀਆਂ। ਤੇ ਜੇ ਅਸੀਂ ਇਸ ਕਹਾਣੀ ਨੂੰ ਪਲਟ ਕੇ ਆਪਣੀ ਮਰਜ਼ੀ ਦੀ ਕਹਾਣੀ ਬਣਾ ਲਈਏ
ਕਿ ਜਦੋਂ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਣਾ ਸੀ, ਗੁਰੂ ਰਾਮਦਾਸ ਜੀ ਕੋਲ ਹੁਣ ਦੋ ਹੀ ਆਪਸ਼ਨ ਸਨ। ਜਾਂ ਤੇ ਜਿਹੜਾ ਹਿੰਦੂ ਸਿਸਟਮ ਸੀ ਉਹਨੂੰ ਅਪਲਾਈ ਕਰਦੇ, ਜੋ ਪਹਿਲਾਂ ਹੁੰਦਾ ਆਇਆ ਸੀ। ਅੱਧਾ ਪਛੱਧਾ ਜੋ ਵੀ ਸੀ ਗੁਰੂ ਨਾਨਕ ਨੇ ਤੇ ਰਿਜੈਕਟ ਕਰਤਾ ਸੀ, ਪਰ ਵੀ ਡੋਂਟ ਨੋ ਅਬਾਊਟ ਗੁਰੂ ਅੰਗਦ ਐਂਡ ਗੁਰੂ ਅਮਰਦਾਸ ਤੇ ਨਾ ਔਰ ਗੁਰੂ ਰਾਮਦਾਸ। ਸੋ ਉਸ ਵੇਲੇ ਸ਼ਾਇਦ ਵਿਆਹ ਦੇ ਵੇਲੇ ਹੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਨੇ ਇਹ ਲਾਵਾਂ ਫੇਰੇ ਉਚਾਰੇ ਹੋਣ। ਫਿਰ ਤੁਹਾਡੀ ਗੱਲ ਦਾ ਜਵਾਬ ਹੋ ਜਾਂਦਾ ਯੈਸ। ਮੈਂ ਉਹ ਪਿੰਡ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੋਇਆ ਸੀ, ਪਰ ਮੈਨੂੰ ਮੈਂ ਇਹ ਚੀਜ਼ ਲੱਭ ਨਹੀਂ ਸਕਿਆ ਕਿ ਉਸ ਵੇਲੇ ਲਾਵਾਂ ਹੋਈਆਂ ਜਾਂ ਨਹੀਂ ਹੋਈਆਂ। ਨਹੀਂ ਅੱਗੋਂ ਤਾਂ ਕਹਿ ਦਿਓ ਨਾ, ਅੱਜ ਤਾਂ ਲੱਭ ਪਿਆ ਜਵਾਬ, ਅੱਜ ਜਵਾਬ ਲੱਭ ਪਿਆ। ਗੁਰੂ ਅਰਜਨ ਦੇਵ ਜੀ ਦੇ ਵਿਆਹ ਦੇ ਵੇਲੇ ਹੀ ਗੁਰੂ ਰਾਮਦਾਸ ਜੀ ਨੇ ਲਾਵਾਂ ਉਚਾਰੀਆਂ। ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਦਰਪਨਾ। ਲਾਵਾਂ ਗੁਰੂ ਗ੍ਰੰਥ ਸਾਹਿਬ ਦੇ ਇਰਦ ਗਿਰਦ ਨਹੀਂ ਹੋਈਆਂ ਹੋਣਗੀਆਂ ਨਾ। ਹਾਂਜੀ ਲਾਵਾਂ ਅਗਰ ਗੁਰੂ ਅਰਜਨ ਦੇਵ ਜੀ ਦੀ ਹੋਈਆਂ ਵੀ ਤਾਂ ਨਾਟ ਅਰਾਊਂਡ ਦ ਗੁਰੂ ਗ੍ਰੰਥ ਸਾਹਿਬ। ਹਾਂਜੀ ਕਰੈਕਟ। ਉਦੋਂ ਗੁਰੂ ਗ੍ਰੰਥ ਸਾਹਿਬ ਤਾਂ ਬਣਿਆ ਹੀ ਨਹੀਂ ਸੀ। ਬਣਿਆ ਨਹੀਂ ਸੀ ਤਾਂ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਨਾ ਆਦਿ ਗ੍ਰੰਥ। ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਤਾਂ ਲੋੜ ਹੀ ਨਹੀਂ ਇਹਨਾਂ ਲਾਵਾਂ ਫੇਰੇ। ਉਸ ਵੇਲੇ ਜੋ ਵੀ ਸੀ, ਜੋ ਵੀ ਪੋਥੀ ਸੀ, ਜੋ ਵੀ ਸ਼ਬਦ ਸਨ, ਲਾਵਾਂ ਫੇਰੇ ਤੇ ਪੜੇ ਜਾ ਸਕਦੇ ਨੇ ਨਾ ਸ਼ਬਦ ਰੱਖ ਕੇ। ਜ਼ਰੂਰੀ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਰੱਖੋ। ਇਹ ਜਿਹੜੀ ਟ੍ਰੈਡੀਸ਼ਨ ਹੈ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਇਰਦ ਗਿਰਦ ਜਾਓਗੇ, ਇਹ ਤੇ ਉਦੋਂ ਹੀ ਆਏਗੀ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਬਣ ਜਾਣਗੇ। ਉਦੋਂ ਪੋਥੀਆਂ ਤੇ ਹੈ ਸਨ ਨਾ, ਗੁਰਬਾਣੀ ਤੇ ਹੈ ਸੀ ਨਾ। ਪਰ ਉਹ ਤੇ ਅਸੀਂ ਡੇਟ ਲੱਭ ਰਹੇ ਹਾਂ ਕਿ ਗੁਰੂ ਅਰਜਨ ਦੇ ਗੁਰੂ ਰਾਮਦਾਸ ਜੀ ਨੇ ਇਹ 4 ਸ਼ਬਦ ਉਦੋਂ ਉਚਾਰੇ। ਹੁਣ ਠੀਕ ਹੈ, ਹੁਣ ਤੇਰੀ ਕਹਾਣੀ ਵਿੱਚ ਅਸੀਂ ਪਾ ਦਿੰਦੇ ਹਾਂ ਕਿ ਉਦੋਂ ਉਹਨਾਂ ਨੇ ਲਾਵਾਂ ਫੇਰੇ ਕਿਹਦੇ ਇਰਦ ਗਿਰਦ ਲਏ। ਇਹ ਹੁਣ ਦਰਪਣਾ ਦਾ ਕੁਐਸਚਨ ਹੈ। ਠੀਕ ਹੈ, ਅਸੀਂ ਤਿਆਰ ਹੋ ਗਏ ਹਾਂ, ਅਗਲਾ ਪੁੱਛ ਸਕਦਾ ਤਾਂ ਤੁਸੀਂ ਕਹਿ ਦਿਓਗੇ ਉਸ ਵੇਲੇ ਜਿਹੜੀਆਂ ਮੋਹਨ ਪੋਥੀਆਂ ਸਨ ਜਾਂ ਜਿੰਨੀ ਗੁਰਬਾਣੀ ਇਕੱਠੀ ਹੋਈ ਸੀ ਉਹਦਾ ਜਿਹੜਾ ਵੋਲੀਅਮ ਸੀ ਗੁਰਬਾਣੀ ਦੇ ਇਰਦ ਗਿਰਦ ਹੀ ਲਾਵਾਂ ਫੇਰੇ ਹੋਏ ਐਂਡ ਦੈਟ ਇਜ਼ ਦੀ ਐਂਡ ਆਫ ਇਟ। ਫਿਰ ਤੇ ਸ਼ੰਕਾ ਨਹੀਂ ਰਹੇਗੀ ਨਾ। ਇੱਥੇ ਥੋੜਾ ਜਿਹਾ ਸ਼ੱਕ ਹੋਰ ਪੈਂਦਾ ਹੈ ਕਿ ਇਹ ਲਾਵਾਂ ਦਾ ਸਿਰਲੇਖ ਇਹਨਾਂ ਤੇ ਕੋਈ ਨਹੀਂ ਹੈ। ਹਾਂਜੀ ਛੰਤਾਂ ਦੀ ਕੰਟੀਨਿਊਟੀ ਹੈ। ਇਹ ਪਹਿਲਾਂ, ਇਹ ਤੋਂ ਪਹਿਲਾਂ ਕਈ ਛੰਤ ਨੇ, ਇਹ ਹਾਫ ਵੇ ਜਾ ਕੇ ਇਹ ਛੰਤ ਨੇ 4। ਨਹੀਂ ਚਲੋ ਮੈਂ ਤਾਂ ਕਿਹਾ ਕਹਾਣੀ ਹੈ, ਤੁਸੀਂ ਕਹਾਣੀ ਬਣਾਣੀ ਹੈ, ਬੰਦਾ ਆਪੇ ਚੁੱਪ ਕਰ ਜਾਏਗਾ ਕਿ ਜਿਸ ਵੇਲੇ ਗੁਰੂ ਅਰਜਨ ਦੇਵ ਜੀ ਦੇ ਇਲਾਵਾ ਵਿਆਹ ਹੋਣਾ ਸੀ, ਗੁਰੂ ਰਾਮਦਾਸ ਜੀ ਨੇ ਸ਼ਬਦ ਉਚਾਰੇ। ਜਿਹੜੀ ਬਾਣੀ ਉਸ ਵੇਲੇ ਇਕੱਠੀ ਹੈ ਸੀ, ਜਿਸ ਬਾਣੀ ਨੂੰ ਨਮਸਕਾਰ ਕਰਦੇ ਸਨ, ਕਿਤੇ ਨਾ ਕਿਸੇ ਤੋਂ ਨਮਸਕਾਰ ਕਰਦੇ ਹੋਣਗੇ ਨਾ। ਗੁਰੂ ਰਾਮਦਾਸ ਜੀ ਵੀ ਕਿਤੇ ਤਾਂ ਮੱਥਾ ਟੇਕਦੇ ਹੋਣਗੇ ਨਾ। ਗੁਰੂ ਅਮਰਦਾਸ ਵੀ ਕਿਸੇ ਗੁਰਬਾਣੀ ਨੂੰ ਮੱਥਾ ਟੇਕਦੇ ਹੋਣਗੇ। ਚਲ ਦਰਪਣਾ ਤੇਰੇ ਸਵਾਲ ਦਾ ਜਵਾਬ ਜਾਂ ਤੂੰ ਕਰੈਕਟ ਕਰ ਸਕਦੀ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਸੀ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਛੱਡ ਗਏ, ਜਿਹੜੀ ਬਾਣੀ ਗੁਰੂ ਅੰਗਦ ਕੋਲ ਸੀ। ਗੁਰੂ ਅੰਗਦ ਦੇਵ ਜੀ ਨੇ ਉਸ ਗੁਰਬਾਣੀ ਦਾ ਪ੍ਰਚਾਰ ਕੀਤਾ ਤੇ ਆਪਣੀ ਬਾਣੀ ਉਚਾਰੀ। ਇਹ ਗੁਰਬਾਣੀ ਉਸ ਵੇਲੇ ਐਗਜ਼ਿਸਟ ਕਰਦੀ ਸੀ। ਹੁਣ ਇਹਦਾ ਆਦਰ ਉਹ ਕਿਵੇਂ ਕਰਦੇ ਸਨ? ਇਸ ਬਾਣੀ ਦਾ ਮੱਥਾ, ਉਸ ਪੋਥੀ ਨੂੰ ਮੱਥਾ ਟੇਕ ਕੇ ਜਾਂ ਉਸ ਪੋਥੀ ਨੂੰ ਸਿਰ ਤੇ ਰੱਖ ਕੇ, ਮੈਨੂੰ ਨਹੀਂ ਪਤਾ। ਫਿਰ ਇਹ ਪੋਥੀ ਗੁਰੂ ਅਮਰਦਾਸ ਕੋਲ ਆਈ। ਗੁਰੂ ਅਮਰਦਾਸ ਨੇ ਆਪਣੀ ਬਾਣੀ ਉਚਾਰ ਕੇ, ਹੁਣ ਬਾਣੀ ਕਾਫੀ ਵੱਡੀ ਹੋ ਗਈ। ਹੁਣ ਉਹਦੀਆਂ ਠੀਕ ਹੈ ਸਾਰੀਆਂ ਮੋਹਨ ਪੋਥੀਆਂ ਗੁਰੂ ਅਰਜਨ ਕੋਲ ਨਹੀਂ ਗਈਆਂ, ਪਰ ਮੋਹਨ ਕੋਲ ਤੇ ਸਨ ਨਾ। ਚਲੋ ਮੋਹਨ ਕੋਲ ਵੀ ਨਾ ਸਹੀ, ਗੁਰੂ ਅਮਰਦਾਸ ਦੀ ਬਾਣੀ ਤੇ ਗੁਰੂ ਰਾਮਦਾਸ ਜੀ ਦੀ ਬਾਣੀ, ਇਹ ਤੇ ਗੁਰੂ ਰਾਮਦਾਸ ਕੋਲ ਹੋਏਗੀ ਨਾ। ਅਗਰ ਗੁਰੂ ਨਾਨਕ ਦੀ ਨਹੀਂ ਵੀ, ਉਹ ਬਾਣੀ ਦਾ ਸਤਿਕਾਰ ਉਹ ਕਿਵੇਂ ਕਰਦੇ ਸਨ? ਉਸ ਬਾਣੀ ਦਾ ਕੀ ਪ੍ਰਕਾਸ਼ ਕਰਕੇ ਉਹਦੀ ਕਥਾ ਹੁੰਦੀ ਸੀ? ਅਗਰ ਪ੍ਰਕਾਸ਼ ਕਰਕੇ ਕਥਾ ਹੁੰਦੀ ਸੀ ਤੇ ਫਿਰ ਉਸ ਬਾਣੀ ਦੀ ਤੁਸੀਂ ਲਾਵਾਂ ਫੇਰੇ ਵੀ ਲੈ ਸਕਦੇ ਹੋ ਕਿ ਜੇ ਲਾਵਾਂ ਫੇਰੇ ਦਾ ਮਤਲਬ ਬਾਣੀ ਨੂੰ ਇਸ਼ਟ ਮੰਨ ਕੇ ਕਸਮ ਖਾਣੀ ਹੈ, ਤੇ ਜੇ ਨਹੀਂ ਤੇ ਫਿਰ ਠੀਕ ਹੈ, ਫਿਰ ਲਾਵਾਂ ਫੇਰੇ ਦੀ ਲੋੜ ਹੀ ਕੋਈ ਨਹੀਂ, ਬੈਠ ਕੇ ਸੁਣ ਲਓ। ਕਿਉਂਕਿ ਅੱਜ ਕੱਲ੍ਹ ਵੀ ਅੱਜ ਤੱਕ ਕਈ ਫਿਰਕੇ ਨੇ ਜਿਹੜੇ ਖਲੋਂਦੇ ਨਹੀਂ, ਲਾਵਾਂ ਫੇਰੇ ਨਹੀਂ ਲੈਂਦੇ, ਸਿਰਫ ਸੁਣਦੇ ਨੇ। ਚਲੋ ਐਨੀਵੇ, ਕੁਛ ਨਾ ਕੁਛ ਜਵਾਬ ਲੱਭਾ ਨਾ ਮਹਿੰਦਰ ਜੀ, ਪੂਰਾ ਤਾਂ ਨਹੀਂ ਪਰ ਕੁਛ ਤੇ ਲੱਭਿਆ। ਤੁਸੀਂ ਇਹ ਕਹਿ ਦਿਓ ਉਦੋਂ ਹੀ ਹੋਈ ਜਦੋਂ ਉਹਨਾਂ ਨੇ ਗੁਰੂ ਅਰਜਨ ਦਾ ਵਿਆਹ ਕਰਨਾ ਸੀ। ਮੈਂ ਤਾਂ ਵੈਸੇ ਇਹ ਐਗਜ਼ਾਮਪਲ ਦਿੱਤੀ ਵੀ ਇੱਥੇ, ਕਿਉਂਕਿ ਅਸੀਂ ਉਸ ਪਿੰਡ ਗਏ ਸੀ ਜਿੱਥੇ ਗੁਰੂ ਅਰਜਨ ਦੇਵ ਦਾ ਵਿਆਹ ਹੋਇਆ। ਕੋਈ ਕਹਿੰਦੇ ਨਾ ਉੱਥੇ ਲਿਖਿਆ ਇਹ ਉੱਥੇ ਲਿਖਿਆ ਹੋਇਆ ਤਹਿਸੀਲ ਫਿਲੌਰ ਨੀਅਰ ਜਲੰਧਰ ਦੇ ਕੋਲ ਹੈਗਾ। ਹਾਂਜੀ ਮੈਂ ਉਹ ਪਿੰਡ ਗਿਆ। ਗੁਰਦੁਆਰਾ ਮੋਹ ਸਾਹਿਬ ਕਹਿੰਦੇ ਨੇ ਉਹਨੂੰ। ਜੀ 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 ਹਾਂਜੀ ਉਹ ਮੈਂ ਵੀ ਗਿਆ ਆ, ਪਰ ਉੱਥੇ ਕੋਈ ਇਤਿਹਾਸ ਤੇ ਨਹੀਂ ਲਿਖਿਆ ਨਾ। ਨਹੀਂ ਲਿਖਿਆ। ਹਾਂ ਉਹ ਤਾਂ ਮੈਂ ਕਹਿ ਰਿਹਾ, ਉਹ ਅਸੀਂ ਬਣਾ ਲਿਆ ਨਾ ਅੱਜ।
ਉਹ ਇਤਿਹਾਸ ਇਹ ਹੈ ਕਿ ਗੁਰੂ ਰਾਮਦਾਸ ਜੀ ਨੇ ਆਪਣੇ ਬੇਟੇ ਦੇ ਵਿਆਹ ਤੇ ਇਹ 4 ਸ਼ਬਦ ਉਚਾਰੇ ਨੇ। ਤੇ ਜੇ ਕੋਈ ਪੁੱਛੇ ਲਾਵਾਂ ਫੇਰੇ ਕਿਸ ਤਰ੍ਹਾਂ, ਕੋ 2 ਉਹਦੀ ਪੋਸੀਬਿਲਿਟੀ ਨੇ। ਉਸ ਵੇਲੇ ਜਿਹੜੇ ਵੀ ਸ਼ਬਦ ਸਨ, ਜਿਹੜੀ ਵੀ ਪੋਥੀ ਸੀ, ਉਸ ਪੋਥੀ ਦੇ ਉਹਨਾਂ ਲਾਵਾਂ ਫੇਰੇ ਲਏ ਜਾਂ ਉਹਨਾਂ ਨੇ ਬੈਠ ਕੇ ਹੀ ਲਾਵਾਂ ਫੇਰੇ ਸੁਣ ਲਏ। ਇਹ ਜਿਹੜੀ ਟ੍ਰੈਡੀਸ਼ਨ ਹੈ ਕਿ ਲਾਵਾਂ ਫੇਰੇ ਭਾਈ ਵੀ ਪੜਨ ਤੇ ਲਾਵਾਂ ਫੇਰੇ ਰਾਗੀ ਵੀ ਜਾਇਆ ਕਰਨ, ਇਹ ਟ੍ਰੈਡੀਸ਼ਨ ਬਾਅਦ ਚ ਵੀ ਆ ਸਕਦੀ ਹੈ। ਟ੍ਰੈਡੀਸ਼ਨ ਇਜ਼ ਦੀ ਸੋਰਸ ਆਫ ਲਾਅ। ਇਹ ਕਦੋਂ ਆਈ ਹੈ ਤੇ ਨਹੀਂ ਸਾਨੂੰ ਪਤਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦਰਪਣਾ ਐਸੀਆਂ ਹੈ ਨੇ ਜਿਨ੍ਹਾਂ ਨੂੰ ਅਸੀਂ ਸਿਰਫ ਬਿਲਡ ਅਪ ਕਰਨਾ, ਜਿਹਦਾ ਸਾਡੇ ਕੋਲ ਵੀ ਪੱਕਾ ਪਤਾ ਨਹੀਂ ਹੈ ਵੀ ਇਹ ਚੀਜ਼ ਕਿਵੇਂ ਹੋਈ। ਪਰ ਇਹ ਤੇ ਪੱਕੀ ਗੱਲ ਹੈ ਕਿ ਗੁਰੂ ਰਾਮਦਾਸ ਜੀ ਦੇ ਕੋਲ ਬਾਣੀ ਸੀ। ਉਹਨਾਂ ਨੇ ਬਾਣੀ ਅਮਰਦਾਸ ਕੋਲੋਂ ਵੀ ਸੁਣੀ ਹੈ, ਅਮਰਦਾਸ ਜੀ ਦੇ ਵੇਲੇ ਵੀ ਸੁਣੀ ਹੈ, ਗੁਰੂ ਅੰਗਦ ਦੇ ਵੇਲੇ ਵੀ ਸੁਣੀ ਹੈ, ਜਿਹੜੇ ਅਸੀਂ ਡਿਸਕਸ ਕਰ ਚੁੱਕੇ ਹਾਂ। ਗੁਰੂ ਨਾਨਕ ਸਾਹਿਬ ਦੀ ਵੀ ਪੋਥੀ ਐਗਜ਼ਿਸਟ ਕਰਦੀ ਹੈ, ਉਹ ਵੀ ਉਹਨਾਂ ਕੋਲ ਸੀ। ਉਹ ਠੀਕ ਹੈ, ਮੋਹਨ ਸਭ ਕੁਝ ਖਤਮ ਕਰ ਗਿਆ, ਉਹਨੇ ਗੁਰੂ ਅਰਜਨ ਨੂੰ ਨਹੀਂ ਦਿੱਤੀਆਂ। ਪਰ ਕੀ ਉਸ ਵੇਲੇ ਉਹ ਗੋਇੰਦਵਾਲ ਸਨ? ਜੇ ਉਹਨਾਂ ਦਾ ਵਿਆਹ ਗੋਇੰਦਵਾਲ ਹੋਇਆ ਤੇ ਕਿਹੜੀ ਜਗ੍ਹਾ ਹੋਇਆ ਜੀ ਉਹਨਾਂ ਦਾ ਵਿਆਹ ਗੁਰੂ ਅਰਜਨ ਦਾ? ਮਾਓ ਪਿੰਡ ਹੈ ਜੀ, ਮਾਓ। ਕਿੱਥੇ ਕਿਹੜੀ ਜਗ੍ਹਾ? ਉਹ ਫਲੋਰ ਦੇ ਨਾ ਤਹਿਸੀਲ ਦੇ ਕੋਲ, ਫਲੋਰ ਫਲੋਰ ਦੇ ਫਲੋਰ ਕੋਲ ਜਿਹੜਾ ਜਲੰਧਰ। ਮਤਲਬ ਮਾਤਾ ਗੰਗਾ ਉੱਥੋਂ ਦੇ ਸਨ ਨਾ। ਹਾਂਜੀ ਮਾਤਾ ਗੰਗਾ। ਚਲੋ ਅੱਜ ਅਸੀਂ ਉਹਦੇ ਆਪਣੇ ਮਾਤਾ ਗੰਗਾ ਦਾ ਇੱਕ ਹੋਰ ਵੀ ਹੈ ਨਾ ਆਪਣੇ ਗੁਰੂ ਗ੍ਰੰਥ ਸਾਹਿਬ ਚ। ਮੈਂ ਨੈਕਸਟ ਵੀਕ ਕੱਢ ਕੇ ਲਿਆਉਂਗਾ। ਮਾਤਾ ਗੰਗਾ ਜੀ ਦੀ ਜਿਹੜੀ ਭੈਣ ਸੀ ਨਾ, ਉਹਨਾਂ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਹਾਂਜੀ, ਮੈਂ ਨੈਕਸਟ ਵੀਕ ਲਿਆਉਂਗਾ। ਠੀਕ ਹੈ। ਹਾਂਜੀ ਸੋ ਪ੍ਰੋਬਲਮ ਜਿਹੜੀ ਵਜ਼ੀਰ ਜੀ ਉਹ ਇਹ ਹੈ, ਜਾਂ ਕਿਉਂਕਿ ਤੁਸੀਂ ਤੇ ਦਰਪਨਾ ਤੇ ਨਵਤੇਜ ਤੇ ਬਾਕੀ ਸਾਰੇ ਕਾਫੀ ਆਪਣੇ ਆਪ ਵੀ ਬਹੁਤ ਰਿਸਰਚ ਕਰਦੇ ਹੋ, that is a great thing, ਕਿ ਅਗਰ ਇਹ ਵਰਡ ਲਾਵਾਂ ਇਹਨਾਂ ਸ਼ਬਦਾਂ ਦੇ ਵਿੱਚ ਗੁਰੂ ਰਾਮਦਾਸ ਯੂਜ਼ ਨਾ ਕਰਦੇ ਤੇ ਫਿਰ ਇਹ ਆਰਡੀਨਰੀ ਚਾਰ ਸ਼ਬਦ ਸਨ, ਹੈ ਦੇ ਛੰਤ ਨੇ। ਪਰ ਚੂੰਕਿ ਉਹਨਾਂ ਨੇ ਵਰਡ ਲਾਵਾਂ ਯੂਜ਼ ਕੀਤੀਆਂ, ਔਰ ਲਾਵਾਂ ਦਾ ਵਰਡ ਨਾਰਥ ਇੰਡੀਆ ਵਿੱਚ ਹਿੰਦੂ ਵੀ ਯੂਜ਼ ਕਰਦੇ ਸਨ, ਦੂਜੇ ਨਾਟ ਸਾਊਥ ਇੰਡੀਆ ਬਾਕੀ ਵਿੱਚ ਫੇਰੇ ਕਹਿੰਦੇ ਨੇ, 7 ਫੇਰੇ, ਅਸੀਂ ਲਾਵਾਂ ਕਹਿੰਦੇ ਹਾਂ। ਸੋ ਅਗਰ ਉਹਨਾਂ ਨੇ ਲਾਵਾਂ ਯੂਜ਼ ਕੀਤੇ ਤੇ ਡੈਫੀਨੇਟਲੀ ਇਹ ਸ਼ਬਦ ਵਿਆਹ ਵਾਸਤੇ ਹੀ ਲਿਖੇ ਗਏ ਨੇ। ਸੋ ਅਗਰ ਇੰਨਾ ਸ਼ੋਰ ਹੈ ਤੇ ਅਗਰ ਅਸੀਂ ਫਿਰ ਕਹਿ ਵੀ ਦਈਏ ਕਿ ਗੁਰੂ ਅਰਜਨ ਦੇ ਵਿਆਹ ਵੇਲੇ ਉਹਨਾਂ ਨੇ ਇਹ ਸ਼ਬਦ ਉਚਾਰੇ ਨੇ ਤੇ ਕੋਈ ਗਲਤ ਨਹੀਂ ਹੋਏਗਾ। ਹੁਣ ਅਸੀਂ ਜਿਹੜਾ ਇਹ ਸਵਾਲ ਅੱਜ ਕੀਤਾ ਦਰਪਨਾ ਨੇ, ਉਹਦਾ ਜਵਾਬ ਮੈਂ ਹੋਰ ਕਿਸੇ ਢੰਗ ਨਾਲ ਸੋਚਾਂਗਾ ਕਿ ਅਗਰ ਉਸ ਵੇਲੇ ਉਹਨਾਂ ਨੇ ਲਾਵਾਂ ਫੇਰੇ ਲਾਏ ਨੇ ਤੇ ਕੀ ਅਸੀਂ ਕੋਈ ਐਸਾ ਰੀਅਲਿਸਟਿਕ ਜਵਾਬ ਬਣਾ ਸਕਦੇ ਹਾਂ ਕਿ ਉਸ ਵੇਲੇ ਗੁਰਬਾਣੀ ਕਿਹੜੇ ਰੂਪ ਵਿੱਚ ਸੀ, ਕਿ ਉਸ ਵੇਲੇ ਕੋਈ ਕਿਸੇ ਚੀਜ਼ ਦਾ ਪ੍ਰਕਾਸ਼ ਹੁੰਦਾ ਸੀ, ਕਿ ਉਸ ਪ੍ਰਕਾਸ਼ ਵੇਲੇ ਕਿਸੇ ਉੱਥੇ ਗੁਰਬਾਣੀ ਨੂੰ ਮੱਥਾ ਟੇਕਿਆ ਜਾਂਦਾ ਸੀ, ਕਿਉਂਕਿ ਅਗਰ ਕਿਸੇ ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਸੀ ਤੇ ਉਸ ਗੁਰਬਾਣੀ ਨੂੰ ਮੱਥਾ ਟੇਕ, ਭਾਵੇਂ ਪੋਥੀਆਂ ਸਨ ਭਾਵੇਂ ਕੁਝ ਸੀ, ਉਹਨਾਂ ਨੂੰ ਮੱਥਾ ਟੇਕਿਆ ਜਾਂਦਾ ਸੀ। ਤੇ ਕੀ ਉਹਨਾਂ ਪੋਥੀਆਂ ਦੀ ਪਰਿਕਰਮਾ ਕੀਤੀ ਜਾਂਦੀ ਸੀ? ਕਿਉਂਕਿ ਦੇਖੋ ਅੱਜ ਵੀ ਦਰਪਨਾ ਗੁਰਦੁਆਰੇ ਜਾਓ ਨਾ, 9 ਆਊਟ ਆਫ 10 ਬਾਬਾ ਜੀ ਦੀ ਪਰਿਕਰਮਾ ਨਹੀਂ ਕਰਦੇ। ਮੈਂ ਕਰਦਾ, ਕਿੰਨੀ ਵੀ ਭੀੜ ਹੋਏ ਮੱਥਾ ਟੇਕ ਕੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਜ਼ਰੂਰ ਕਰਨੀ ਹੈ। ਮੈਂ ਆਪਣੇ ਮਾਂ-ਬਾਪ ਤੋਂ ਹੀ ਸਿੱਖਿਆ ਕਿ ਪਰਿਕਰਮਾ ਕਰਨੀ ਹੈ। ਹੁਣ ਪਰਿਕਰਮਾ ਦਾ ਕੀ ਮਤਲਬ ਹੈ ਮੈਨੂੰ ਨਹੀਂ ਪਤਾ, ਜੋ ਮੇਰੇ ਮਾਂ-ਬਾਪ ਕਰਦੇ ਸਨ ਮੈਂ ਵੀ ਕਰਦਾ, ਲੇਕਿਨ ਅੱਜ ਵੀ 9 ਆਊਟ ਆਫ 10 ਬੰਦਾ ਨੇ ਮੱਥਾ ਟੇਕ ਕੇ ਆ ਕੇ ਆਪਣੀ ਜਗ੍ਹਾ ਬਹਿ ਗਏ। ਸੋ ਪਰਿਕਰਮਾ ਦਾ ਕੀ ਮਹੱਤਵ ਹੈ? ਹਰਿਮੰਦਰ ਸਾਹਿਬ ਜਾਂਦੇ ਹੋ, ਪਰਿਕਰਮਾ ਕਰਦੇ ਹੋ ਨਾ, ਉੱਥੇ ਵੀ ਹੁਣ ਕਈ ਸੱਜਣ ਐਸੇ ਨੇ ਜਿਹੜੇ ਨਹੀਂ ਕਰਦੇ ਹੋਣਗੇ। ਪਰ ਪਰਿਕਰਮਾ ਦਾ ਜਿਹੜਾ ਵੀ ਤੁਹਾਡਾ ਉੱਥੇ ਜਿਹੜੀ ਪਰਿਕਰਮਾ ਕਰਦੇ ਹੋ ਹਰਿਮੰਦਰ ਸਾਹਿਬ, ਕਿਉਂਕਿ ਗੁਰੂ ਗ੍ਰੰਥ ਸਾਹਿਬ ਸੈਂਟਰ 'ਚ ਨੇ, ਤੁਸੀਂ ਉਹਨਾਂ ਨੂੰ ਸੱਜੇ ਪਾਸੇ ਸੱਜੇ ਹੱਥ ਰੱਖ ਕੇ ਪਰਿਕਰਮਾ ਕਰਦੇ ਹੋ। ਜ਼ਰੂਰ ਨਵਤੇਜ ਜੀ ਗੁਰੂ ਅੰਗਦ ਤੋਂ ਲੈ ਕੇ ਗੁਰੂ ਅਮਰ ਰਾਮਦਾਸ ਜੀ ਤੱਕ ਕੋਈ ਨਾ ਕੋਈ ਗੁਰਬਾਣੀ ਦਾ ਪੁਸਤਕ ਜਾਂ ਸਕ੍ਰਿਪਚਰ ਹੋਏਗਾ ਜਿਹਦਾ ਪ੍ਰਕਾਸ਼ ਕਰਦੇ ਹੋਣਗੇ, ਔਰ ਉਹਦੇ ਵਿੱਚੋਂ ਗੁਰਬਾਣੀ ਪੜ੍ਹ ਕੇ ਉਹਦੀ ਕਥਾ ਕਰਦੇ ਹੋਣਗੇ। ਕਥਾ ਦਾ ਮਤਲਬ ਇਹ ਪ੍ਰਚਾਰ ਕਰਦੇ ਸਨ ਨਾ, ਕੁਛ ਤੇ ਕਰਦੇ ਸਨ ਨਾ ਗੁਰੂ ਸਾਹਿਬਾਨ। ਗੁਰੂ ਸਾਹਿਬ ਦੇ ਕੋਲ ਜੋ ਸੰਗਤ ਆਂਦੀ ਸੀ, ਸ਼ਬਦ ਗਾਇਨ ਕਰਦੇ ਸਨ ਜਾਂ ਕਥਾ ਕਰਦੇ ਸਨ, ਸ਼ਬਦਾਂ ਦਾ ਉਚਾਰਨ ਕਰਦੇ ਸਨ, ਕੋਈ ਨਾ ਕੋਈ ਪੁਸਤਕ, ਕੋਈ ਨਾ ਕੋਈ ਸਕ੍ਰਿਪਚਰ ਜੋ ਉਹਨਾਂ ਕੋਲ ਹੋਏਗਾ ਨਾ। ਸੋ ਉਸ ਸਕ੍ਰਿਪਚਰ ਨੂੰ ਅਗਰ ਅਸੀਂ ਮੰਨ ਲਈਏ
ਕਿ ਉਹ ਸਕ੍ਰਿਪਚਰ ਹੀ ਉਸ ਵੇਲੇ ਸਭ ਤੋਂ ਵੱਡਾ ਸ਼ਬਦ ਗੁਰੂ ਸੀ। ਕਹਿ ਸਕਦੇ ਹਾਂ ਫਿਰ ਉਹਦੀ ਪਰਿਕਰਮਾ ਕੀਤੀ। ਇਹ ਬਾਬਾ ਬੁੱਢਾ ਜੀ ਨੇ ਪੜੀਆਂ ਸੀ ਲਾਵਾਂ ਇਹਨਾਂ ਦੀਆਂ, ਗੁਰੂ ਅਰਜਨ ਦੇਵ ਜੀ ਦੀਆਂ, ਨਹੀਂ ਮੈਂ ਪੜਿਆ ਕਿ ਜੇ ਤੂੰ ਲਾਵਾਂ ਪੜ੍ਹਿਆ ਤਾਂ ਠੀਕ ਹੋਏਗੀ, ਹਾਂ, ਨਹੀਂ ਮੈਂ ਕਿਸੇ ਨੇ ਤਾਂ ਪੜ੍ਹੀ ਹੋਣੀ ਆ, ਉਹ ਤਾਂ ਕਹਿ ਲਾ ਕਿਸੇ ਨੇ ਪੜ੍ਹੀ। ਹਾਂਜੀ ਲਿਖਿਆ। ਇਹ ਵੀ ਕਹਿ ਸਕਦੇ ਨੇ ਗੁਰੂ ਸਾਹਿਬ ਨੇ ਆਪ ਪੜ੍ਹੀਆਂ, ਇਹ ਕਹਿ ਸਕਦੇ ਬਾਬਾ ਬੁੱਢੇ ਨੇ ਪੜ੍ਹੀਆਂ, ਭਾਈ ਗੁਰਦਾਸ ਨੇ ਪੜ੍ਹੀਆਂ, ਕਿਸੇ ਨੂੰ ਕਹਿ ਲਓ। ਐਨੀਵੇ, ਸੋ ਨੈਕਸਟ ਇਜ਼ ਹੁਕਮਨਾਮਾ। ਉਹਦੇ ਬਾਅਦ ਫਿਰ ਦਰਪਨਾਂ ਦੀ ਟਾਕ ਹੈ। ਹੁਣ 3 ਹੁਕਮਨਾਮੇ ਨੇ, ਕਿਹੜੇ ਕਿਹੜੇ ਦਿੰਦੇ ਨੇ, ਪੜ੍ਹ ਲਓ ਫਟਾਫਟ। Monday, Tuesday and Friday. ਹਾਂ Monday ਹੈਗੇ ਪਰਮਜੀਤ ਭੈਣ ਜੀ, Tuesday ਵਜ਼ੀਰ ਭਾਜੀ। We were supposed to And- do something on Sangrant as well, isn't it? Sangrant Yeah. ਭਾਜੀ ਨਵਤੇਜ ਭਾਜੀ ਕਰੂਗੇ। ਚੱਲ ਨਵਤੇਜ ਤੂੰ ਪਹਿਲਾਂ ਸੰਗਰਾਂਦ ਕਰ ਲਾ, ਫਿਰ ਉਸ ਤੋਂ ਬਾਅਦ ਅਸੀਂ Okay. ਕਰਨੇ ਹੁਕਮਨਾਮੇ ਤੇ। ਹਾਂਜੀ ਤੇ ਓਕੇ, ਮੈਂ ਫਿਰ ਸੰਗਰਾਂਦ ਦਾ ਕਰ ਦਿੰਦਾ ਹੈਗਾ। ਇੱਕ ਮਿੰਟ ਮੈਂ ਲੱਭ ਲਵਾਂ। ਅੱਛਾ, ਸੋ ਸੰਗਰਾਂਦ ਦੇ ਵਿੱਚ ਜਿਹੜੀ ਵੀ ਅਸੀਂ ਚੀਜ਼ਾਂ ਜੋ ਅੱਜ ਡਿਸਕਸ ਕਰ ਚੁੱਕੇ ਹਾਂ, ਸੰਗਰਾਂਦ ਦਾ ਉਹਦੇ ਨਾਲ ਬਹੁਤ ਸਟਰੋਂਗ ਕਨੈਕਸ਼ਨ ਹੈ। ਜਿੱਦਾਂ ਹੁਣ ਡਾਕਟਰ ਜੀ ਨੇ ਅੱਗੇ ਵੀ ਦੱਸਿਆ ਹੈਗਾ ਕਿ ਐਸਾ ਕੋਈ ਸਾਡੇ ਸਿੱਖ ਕੈਲੰਡਰ ਵਿੱਚ ਕੋਈ ਸਪੈਸ਼ਲ ਦਿਨ ਨਹੀਂ ਹੈ ਜਦੋਂ ਅਸੀਂ ਵਾਹਿਗੁਰੂ ਨੂੰ ਯਾਦ ਰੱਖਣਾ ਹੈਗਾ। ਕਿ ਗੁਰਬਾਣੀ ਤਾਂ ਸਾਨੂੰ ਇਹੀ ਦੱਸਦੀ ਹੈ ਕਿ ਹਰ ਇੱਕ ਜੋ ਪਲ ਅਸੀਂ ਵਾਹਿਗੁਰੂ ਨੂੰ ਯਾਦ ਰੱਖਦੇ ਹਾਂ, ਉਹ ਸਾਨੂੰ ਇੱਕ ਮਾਰਗ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਹੋ ਸਕਦਾ ਹੈ। ਕਿ ਜਿਹੜਾ ਹੁਣ ਨਵਾਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਉਹ ਵੀ ਇੱਕ ਸਾਡੇ ਲਈ ਬਹਾਨਾ ਕਹਿ ਲਓ ਜਾਂ ਟ੍ਰੈਡੀਸ਼ਨ ਕਹਿ ਲਓ ਬਣ ਗਿਆ ਹੈ ਕਿ ਜਿਸ ਨੂੰ ਅਸੀਂ ਉਹ ਵੱਡੇ ਦਿਨ ਨੂੰ ਅਸੀਂ ਵਾਹਿਗੁਰੂ ਨੂੰ ਯਾਦ ਕਰ ਸਕਦੇ ਹਾਂ। ਤੇ ਹੁਣ 12 ਮਾਹ ਦੇ ਵਿੱਚ ਵੀ ਜਿਸ ਤਰ੍ਹਾਂ ਬਾਕੀ ਹੋਰ ਸ਼ਬਦ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਨ, ਉਹਦੇ ਵਿੱਚ ਜੀਵ ਜੋ ਅਸੀਂ ਜੀਵ ਹਾਂ, ਜੀਵ ਇਸਤਰੀ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਉਹਦੇ ਵਾਸਤੇ ਇਨਸਟਰਕਸ਼ਨਸ ਨੇ ਕਿ ਕਿਸ ਤਰ੍ਹਾਂ ਤੂੰ ਉਸ ਵਾਹਿਗੁਰੂ ਨੂੰ ਮਿਲਣਾ ਹੈ। ਤੇ ਉਹ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ। ਜਿਹੜਾ ਮਨ ਹੈ, ਜਿਹੜਾ ਸਾਡਾ ਮਨ ਹੈ, ਜਦੋਂ ਆਪਣੇ ਡਾਕਟਰ ਵਜ਼ੀਰ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਸਾਡਾ ਮਨ ਤਾਂ ਏਦਾਂ ਬਦਲਦਾ ਜਿੱਦਾਂ ਮਹੀਨੇ ਬਦਲਦੇ ਨੇ, ਤੇ ਉਹ ਮਹੀਨੇ ਜਦ ਬਦਲਦੇ ਨੇ ਉਹ ਮਨ ਵੀ ਵਾਹਿਗੁਰੂ ਤੋਂ ਵਿਛੜ ਜਾਂਦਾ ਹੈਗਾ। ਸੋ 12 ਮਾਹ ਦੀ ਪਹਿਲੀ ਲਾਈਨ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਕਿ ਵਾਹਿਗੁਰੂ ਸਾਡੇ ਕਰਮ ਕੀਤੇ ਹਨ, ਉਹਦੇ ਕਰਕੇ ਅਸੀਂ ਤੇਰੇ ਕੋਲ ਵਿਛੜ ਗਏ ਹਾਂ, ਕਿ ਸਾਡੇ ਤੇ ਕਿਰਪਾ ਕਰ ਕਿ ਸਾਨੂੰ ਤੇਰੇ ਨਾਲ ਮਿਲਾ ਦੇ। ਹੁਣ ਜਿੱਦਾਂ ਇੱਥੇ ਹੁਣ ਕਿ ਜਿਹੜੇ ਮਹੀਨਿਆਂ ਦੇ ਦੱਸੇ ਹੋਏ ਨੇ ਉਹਨਾਂ ਨੂੰ ਕੰਪੇਅਰ ਕੀਤਾ ਗਿਆ। ਜਿੱਦਾਂ ਹੁਣ ਹਾੜ ਦੀ ਗਰਮੀ ਹੈਗੀ ਹੈ, ਉਸ ਨੂੰ ਕੰਪੇਅਰ ਕੀਤਾ ਗਿਆ ਕਿ ਜਿੱਦਾਂ ਸਾਡੇ ਮਨ ਦੀ ਤ੍ਰਿਸ਼ਨਾ ਹੁੰਦੀ ਹੈ, ਕਿ ਉਹਦੇ ਕਰਕੇ ਅਸੀਂ ਵਾਹਿਗੁਰੂ ਤੋਂ ਵਿਛੜ ਜਾਂਦੇ ਹਾਂ ਤ੍ਰਿਸ਼ਨਾ ਕਰਕੇ। ਹੁਣ ਜਿਹੜਾ ਇਸ ਮਹੀਨਾ ਜੋ ਹੈ ਆਸੂ ਦਾ ਮਹੀਨਾ ਹੈ, ਉਹਨੂੰ ਡਿਸਕ੍ਰਾਈਬ ਕੀਤਾ ਗਿਆ ਜਿਸ ਤਰ੍ਹਾਂ ਬੜਾ ਪੀਸਫੁਲ ਹੁੰਦਾ ਹੈ, ਸ਼ਾਂਤ ਵਾਲਾ ਹੁੰਦਾ ਹੈ, ਮਿੱਠੀ ਰੁੱਤ ਚੱਲਦੀ ਹੈ। ਸੋ ਇੱਥੇ ਇਹ ਮਹੀਨਾ ਜੋ 12 ਮਾਹ ਦਾ ਮਹੀਨਾ ਹੈ ਆਸੂ ਦੇ ਵਿੱਚ, ਇਹਦੇ ਵਿੱਚ ਸਾਨੂੰ ਜੀਵ ਇਸਤਰੀਆਂ ਨੂੰ ਇਨਸਟਰਕਸ਼ਨਸ ਦਿੱਤੀਆਂ ਗਈਆਂ ਮਨ ਨੂੰ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਕਿ ਜੇ ਅਸੀਂ ਇਹ ਪਦਾਰਥ ਪਾਉਣੇ ਚਾਹੁੰਦੇ ਹਾਂ, ਸਾਰੇ ਸ਼ਾਂਤੀ ਦੇ, ਸੁੱਖ ਦੇ ਪਦਾਰਥ ਚਾਹੁੰਦੇ ਹਾਂ, ਪਿਆਰ ਦੇ, ਹੈਪੀਨੈਸ ਦੇ ਜੋ ਸਾਨੂੰ ਪਦਾਰਥ ਪਾਉਣੇ, ਜੇ ਅਸੀਂ ਪਾਉਣੇ ਚਾਹੁੰਦੇ ਹਾਂ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਸੋ ਇਹ ਪਹਿਲੀ ਲਾਈਨ ਦੇ ਵਿੱਚ ਇਹੀ ਕਹਿੰਦੇ ਨੇ ਕਿ ਆਸਨ ਪ੍ਰੇਮ ਉਮਾੜਾ ਕਿਉਂ ਮਿਲੀਏ ਹਰ ਜਾਏ। ਸੋ ਕਹਿੰਦੇ ਨੇ ਕਿ ਮੇਰੇ ਮਨ ਨੂੰ ਕੋਈ ਸ਼ਾਂਤੀ ਨਹੀਂ ਮਿਲ ਰਹੀ, ਮੇਰਾ ਮਨ ਤੜਫਦਾ ਹੈ। ਕਿ ਜਿੱਦਾਂ ਡਾਕਟਰ ਜੀ ਨੇ ਪਹਿਲਾਂ ਵੀ ਦੱਸਿਆ ਕਿ ਮੈਨੂੰ ਬਹੁਤ ਪ੍ਰਭੂ ਨੂੰ ਬਹੁਤ ਚਾਹ ਹੈ ਮੇਰੇ ਅੰਦਰ ਕਿ ਪ੍ਰਭੂ ਦਾ ਮੈਂ ਪਿਆਰ ਪਾ ਸਕਾਂ। ਤੇ ਫਿਰ ਕਹਿੰਦੇ ਨੇ ਕਿ ਮੈਂ ਕਿਸ ਤਰ੍ਹਾਂ ਉਸ ਵਾਹਿਗੁਰੂ ਨੂੰ ਮਿਲ ਸਕਾਂ, ਇਹ ਕੁਐਸਚਨ ਆਉਂਦਾ ਹੈਗਾ। ਸੋ ਕਹਿੰਦੇ ਹਨ ਮਨ ਤਨ ਪਿਆਸ ਦਰਸ਼ਨ ਗਣੀ ਕੋਈ ਆਣ ਮਿਲਾਵੇ ਮਾਈ। ਸੋ ਕਹਿੰਦੇ ਕਿ ਮੇਰੇ ਮਨ ਤੇ ਮੇਰਾ ਤਨ ਇਤਨੇ ਉਹਦੇ ਅੰਦਰ ਪਿਆਸ ਹੈ ਕਿ ਮੈਨੂੰ ਮੇਰੇ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਕਿ ਐਸਾ ਕੋਈ ਜੀਵ ਹੈ ਕਿ ਜੋ ਹੈ ਮੇਰੀ ਮਾਏ, ਕਿ ਐਸਾ ਕੋਈ ਜੀਵ ਹੈ ਜੋ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਸਕੇ। ਫਿਰ ਕਹਿੰਦੇ ਨੇ ਸੰਤ ਸਹਾਈ ਪ੍ਰੇਮ ਕੇ ਹੋ ਤਿੰਨ ਕੇ ਲਾਗਾਂ ਪਾਈ। ਸੋ ਕਹਿੰਦੇ ਕਿ ਇੱਥੇ ਹੁਣ ਸਾਨੂੰ ਇਨਸਟਰਕਸ਼ਨ ਦਿੱਤੀ ਜਾ ਰਹੀ ਹੈ ਕਿ ਤੂੰ ਇਹ ਜੀਵ ਤੂੰ ਇਸ ਤਰ੍ਹਾਂ ਕਰ ਕਿ ਜੋ ਤੂੰ ਇਹਨਾਂ ਦੀ ਕੰਪਨੀ ਰੱਖ, ਜੋ ਵਾਹਿਗੁਰੂ ਦੇ ਡਿਵੋਟੀ ਹਨ, ਜੋ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਗਏ ਹਨ, ਕਿ ਤੂੰ ਉਹਨਾਂ ਦੀ ਕੰਪਨੀ ਰੱਖ, ਉਹਨਾਂ ਦੇ ਨਾਲ ਤੂੰ ਉਹਨਾਂ ਨਾਲ ਆਪਣੀ ਕੰਪਨੀ ਦੇ ਵਿੱਚ ਜੁੜਿਆ ਰਹਿ, ਕਿਉਂਕਿ ਉਹੀ ਸੱਚੇ ਪ੍ਰਭੂ ਦੇ ਪ੍ਰੇਮੀ ਹਨ, ਕਿ ਉਹੀ ਤੇਰੀ ਸਹਾਇਤਾ ਕਰਨਗੇ ਵਾਹਿਗੁਰੂ ਨੂੰ ਮਿਲਣ ਦੀ। ਫਿਰ ਕਹਿੰਦੇ ਨੇ ਵਿਣ ਪ੍ਰਭ ਕੋ ਸੁਖ ਪਾਈਏ ਦੂਜੀ ਨਾਹੀ ਚਾਹੇ। ਸੋ ਕਹਿੰਦੇ ਨੇ ਕਿ ਹੇ ਜੀਵ, ਕਿ ਤੂੰ ਇਹ ਰਿਅਲਾਈਜ਼ ਕਰ ਕਿ ਪ੍ਰਭੂ ਹੀ ਸੁਖ ਹੈ, ਉਹੀ ਪਦਾਰਥ ਹੈ, ਕਿ ਹੋਰ ਕੋਈ ਥਾਂ ਨਹੀਂ ਹੈ, ਕਿ ਹੋਰ ਤੂੰ ਕਿਤੇ ਜਾਣ ਦੀ ਨਾ ਤਾਂ ਤੈਨੂੰ ਲੋੜ ਹੈ, ਕਿ ਤੂੰ ਜਾ ਵੀ ਨਹੀਂ ਸਕਦਾ। ਕਿ ਜੇ ਤੂੰ ਸੁਖ ਚਾਹੁੰਦਾ ਹੈ, ਇਹ ਪਦਾਰਥ ਚਾਹੁੰਦਾ ਹੈ, ਕਿ ਤੂੰ ਰਿਅਲਾਈਜ਼ ਕਿ ਪ੍ਰਭੂ ਤੋਂ ਬਗੈਰ ਹੋਰ ਕੁਝ ਨਹੀਂ ਹੈ।
ਫਿਰ ਕਹਿੰਦੇ ਹਨ ਜਿਨ ਹੀ ਚਾਖਿਆ ਪ੍ਰੇਮ ਰਸ ਤੇ ਤ੍ਰਿਪਤ ਰਹੇ ਅਗਾਏ। ਸੋ ਕਹਿੰਦੇ ਨੇ ਕਿ ਇਹ ਜੀਵ ਤੋਂ ਇਹ ਵੀ ਰਿਅਲਾਈਜ਼ ਕਰ, ਇਹ ਰਾਜ਼ ਮੈਂ ਤੈਨੂੰ ਦੱਸਦਾ ਪਿਆ, ਗੁਰੂ ਜੀ ਦੱਸਦੇ ਨੇ ਕਿ ਜਿਨ੍ਹਾਂ ਨੇ ਉਸ ਪ੍ਰਭੂ ਦਾ ਪ੍ਰੇਮ ਪਾਲਿਆ ਹੈ, ਜਿਨ੍ਹਾਂ ਨੇ ਉਸ ਪ੍ਰੇਮ ਨੂੰ ਚੱਖ ਲਿਆ ਹੈ, ਉਹੀ ਤ੍ਰਿਪਤ ਰਹਿੰਦੇ ਨੇ, ਉਹੀ ਤ੍ਰਿਪਤ ਦੇ ਵਿੱਚ ਰਹਿੰਦੇ ਹਨ, ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਤੇ ਉਹਨਾਂ ਨੂੰ ਸੁੱਖ ਮਿਲ ਜਾਂਦਾ, ਸ਼ਾਂਤੀ ਮਿਲ ਜਾਂਦੇ ਹਨ। ਤੇ ਉਹ ਜੋ ਵਾਹਿਗੁਰੂ ਜੋ ਮਾਇਆ ਦੇ ਪਲੇਜ਼ਰਸ ਹਨ ਉਹਨਾਂ ਨੂੰ ਛੱਡ ਦਿੰਦੇ ਨੇ, ਉਹਨਾਂ ਨੂੰ ਤਿਆਗ ਦਿੰਦੇ ਹਨ। ਫਿਰ ਕਹਿੰਦੇ ਹਨ ਉਹ ਇਹ ਜਿਹੜਾ ਕਿ ਮਾਇਆ ਨੂੰ ਭੁੱਲ ਜਾਂਦੇ ਹਨ, ਕਹਿੰਦੇ ਨੇ ਆਪ ਤਿਆਗ ਬੇਨਤੀ ਕਰੇ ਲੈ ਪ੍ਰਭੂ ਲੜ ਲਾਏ। ਤੇ ਉਹ ਫਿਰ ਜੋ ਆਪੋ ਭਾਵ ਹੁੰਦਾ ਉਸ ਨੂੰ ਤਿਆਗ ਦਿੰਦੇ ਹਨ ਤੇ ਉਹ ਉਹਨਾਂ ਦੀ ਅਰਦਾਸ ਜੋ ਵਾਹਿਗੁਰੂ ਦੇ ਨਾਮ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਉਹ ਬਸ ਇਹੀ ਅਰਦਾਸ ਕਰਦੇ ਰਹਿੰਦੇ ਹਨ ਪ੍ਰਭੂ ਦੇ ਅੱਗੇ ਕਿ ਹੇ ਪ੍ਰਭੂ ਸਾਨੂੰ ਆਪਣੇ ਲੜ ਲਾਈ ਰੱਖ। ਬਸ ਇਹੀ ਉਹਨਾਂ ਦੀ ਅਰਦਾਸ ਹੁੰਦੀ ਹੈ। ਜੋ ਹਰ ਕੰਥ ਮਿਲਾਇਆ ਸੋ ਵਿਛੜ ਕਥੋਂ ਨਾ ਜਾਏ। ਸੋ ਕਹਿੰਦੇ ਕਿ ਜਿਸ ਨੂੰ ਜੋ ਸਾਡਾ ਕੰਥ, ਜੋ ਸਾਡਾ ਖਸਮ ਹੈ, ਜੇ ਉਸ ਨਾਲ ਜੋ ਅਸੀਂ ਜਦੋਂ ਜੁੜ ਜਾਂਦੇ ਹਾਂ ਤੇ ਫਿਰ ਉਹ ਫਿਰ ਵਿਛੋੜਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ ਇਹ ਵਿਛੋੜਾ? ਫਿਰ ਅਗਲੀ ਲਾਈਨ ਦੇ ਵਿੱਚ ਸਾਨੂੰ ਦੱਸਦੇ ਹਨ ਕਿ ਪ੍ਰਭ ਵਿਨ ਦੂਜਾ ਕੋ ਨਾਹੀ ਨਾਨਕ ਹਰ ਸਰਨਾਈ। ਕਹਿੰਦੇ ਨੇ ਹੇ, ਕਿਉਂਕਿ ਉਹ ਨਾਨਕ ਕਿ ਜਿਸ ਜੀਵ ਨੂੰ ਇਹ ਸੋਝੀ ਮਿਲ ਜਾਵੇ ਕਿ ਪ੍ਰਭੂ ਤੋਂ ਬਗੈਰ ਹੋਰ ਤਾਂ ਕੋਈ ਥਾਂ ਹੈ ਨਹੀਂ, ਉਹੀ ਸੁੱਖ ਹੈ। ਜੇ ਉਹਨਾਂ ਨੂੰ ਇਹ ਸੋਝੀ ਮਿਲ ਜਾਵੇ ਫਿਰ ਉਹ ਵਿਛੜਦੇ ਨਹੀਂ ਵਾਹਿਗੁਰੂ ਤੋਂ। ਫਿਰ ਲਾਸਟਲੀ ਲਾਈਨ ਦੇ ਵਿੱਚ ਕਹਿੰਦੇ ਹਨ ਆਸੂ ਸੁਖੀ ਵਸੰਦਿਆਂ ਜਿੰਨਾ ਮਾਇਆ ਹਰ ਰਾਏ। ਸੋ ਕਹਿੰਦੇ ਹਨ ਕਿ ਆਸੂ ਦੇ ਮਹੀਨੇ ਦੇ ਵਿੱਚ ਉਹ ਸੁੱਖ ਹਾਸਲ ਕਰ ਦਿੰਦੇ ਹਨ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸੋ ਇਹ ਸੀਗਾ ਆਪਣੀ ਸੰਗਰਾਂਦ ਦੀ ਐਕਸਪਲੇਨੇਸ਼ਨ ਮੇਰੇ ਹਿਸਾਬ ਨਾਲ। ਐਕਸੀਲੈਂਟ, ਵੈਰੀ ਵੈਲ ਐਕਸਪਲੇਨਡ। ਤੇ ਮੇਰੇ ਖਿਆਲ ਹੈ ਦਰਪਨਾ ਤੋਂ ਵੀ ਸੁਣ ਲਈ ਹੈ, ਉਹਦੇ ਬਾਅਦ ਇੱਕੋ ਵਾਰੀ ਕਰੀਏ ਹੁਕਮਨਾਮੇ। ਕਰ ਲਓ। ਹਾਂਜੀ ठीक है जी। चल दर्पना 10 जी, मिनट sir. है तेरे को मैक्सिमम, Okay, प्लीज। sir, I'll time myself. Yeah. हाँ, Okay, टाइम thank का you. जरूर ख्याल रखें। 10 मिनट जो कहना कह दे। Okay. It's 10:40 right now, so roughly 10:50. Sir, I'll be speaking about the Chautha Pad today. Chautha Pad nu Turiya Avastha और Chautha Pad कहते हैं दोनों, both are synonyms of each other. किथे Turiya आंदा है, किथे Chautha Pad आंदा है. Now, both of the meaning, if you go to the etymological meanings, both mean a quarter, a foot, a footprint, jin can a step, stride, to take possessions of one's heart, or pad also means something that is fixed or stand fast, जो हमेशा है। तो जब तुरिया अवस्था के बारे क्या जानता है तो normally it is understood what exactly is तुरिया अवस्था और चौथा पद। ते चौथा मतलब तीन पहले हैगे ते तीन जो पहले अवस्था हैगियान ਉਹਨਾਂ ਨੂੰ ਮਾਇਆ ਦਾ ਉਹ ਕਿਹਾ ਜਾਂਦਾ ਹੈ according to Guru Granth Sahib, the three. But I have also found out about what exactly traditionally it means and what the Guru Granth Sahib says. So now if you see what are the three, कहते हैं कि तीन जो पद है पहले वो माया है, that is illusion, and the चौथा पद is beyond that illusion. So what exactly is those illusion? According to Kabir, rajgun, tamgun, sadgun कहिए ए तेरी सब माया, चौथे पद को जो नर चीने ਤਿੰਨ ਹੀ ਪਰਮ ਪਦ ਪਾਇਆ। ਤੇ ਉਹ ਕਹਿੰਦੇ ਕਿ ਇਹ ਜੋ ਤਿੰਨ ਗੁਣ ਹਨ ਰਜ, ਤਮ ਤੇ ਸਤੋ, ਤੇ ਇਹਨਾਂ ਦੇ ਬਾਰੇ ਕੀ ਹੈ। I read through ki where exactly this concept of chautha pad came, and I found that the first mention of chautha pad is in the Upanishads, the Mandukya Upanishad, Maitreya Upanishad, and Brihad Aranakya Upanishad. They three explain, out of which Mandukya Upanishad explains it in detail ki what exactly is chautha pad. And then after that, Maitreya Upanishad, and then it became a part of the Indian tradition, and it has found itself in many, many philosophies of Indian tradition. And then, of course, the Guru Granth Sahib explains it as well. Sanu, I will give a very chota explanation about what Maya is. Everybody is of the agreement कि पहले तीन जो है पद वो माया ही है, वो माया दा भ्रम है। जो चौथा पद है that is beyond that step of Maya according to Indian philosophy. तो जो तीन पद है what exactly is that? Normally it is understood as तीन गुण, rajogun, tamogun, and satogun. That is the explanation we get in Guru Granth Sahib. But if you go into other philosophies, Mandukya Upanishad says कि तीन states होंदियां बंदे दियां। एक तो जागृत अवस्था जो ਅਸੀਂ जाग के काम करने, जो which is common for all of us. ते what is that? What when we are awake, the things we do, that is there.
ਸੈਕੰਡ ਅਵਸਥਾ ਹੈ ਜਦ ਅਸੀਂ ਸੋ ਜਾਂਦੇ ਆ ਪਰ ਅਸੀਂ ਸੁਪਨੇ ਦੇ ਅੰਦਰ ਹੁੰਦੇ ਆ, we see dreams, these dreams could be good or bad. The waking state is outwardly cognitive, ਮਤਲਬ ਬਾਤ ਸਭ ਨੂੰ ਸਮਝ ਆਂਦੀ ਹੈ ਜਦ ਅਸੀਂ ਜਾਗ ਕੇ ਕ੍ਰਿਤ ਕੰਮ ਕਰ ਰਹੇ ਹੁੰਦੇ। ਦੂਸਰੀ ਸਟੇਟ ਹੈਗੀ ਹੈ ਜਦ ਅਸੀਂ ਸੁੱਤੇ ਹੁੰਦੇ ਆ ਪਰ ਸੁਪਨੇ ਦੇਖ ਰਹੇ ਹੁੰਦੇ, ਇਹਦਾ ਮਤਲਬ ਮਨ ਐਕਟਿਵ ਹੁੰਦਾ ਸਾਡਾ। ਤੀਸਰੀ ਸਟੇਟ ਹੈਗੀ ਹੈ ਜੋ ਡੀਪ ਸਲੀਪ ਹੁੰਦੀ ਹੈ। ਇਹ ਡੀਪ ਸਲੀਪ ਇਜ਼ according to the Upanishads when you're one with God. Halaki there is no mention of God in the Upanishads at all. They don't talk about God. Ki when you're one with that, ਕਹਿੰਦੇ ਕਿ ਸਭ ਨੂੰ ਜੋ ਕੋਈ ਕਿੰਨਾ ਵੀ ਵੱਡਾ ਕ੍ਰਿਮੀਨਲ ਹੋਏ, they all go to sleep. So they at that time they are one with that source, with that oneness. And the चौथा हैगा, that is the turiya avastha. They लेकिन to call it avastha is not the right word because avastha means a state. They say this is when you go beyond the three states. ਉਸ ਟਾਈਮ ਕੀ ਹੁੰਦਾ ਹੈ, ਆਨੰਦ ਹੁੰਦਾ ਹੈ, ਸੱਚਿਤ ਆਨੰਦ ਹੁੰਦਾ ਹੈ। ਇਟ ਇਜ਼ ਨਾਟ ਬਾਹਰੋਂ ਕਿਸੇ ਬੰਦੇ ਨੂੰ ਨਹੀਂ ਪਤਾ ਚੱਲ ਸਕਦਾ ਕਿ ਤੁਸੀਂ ਤੁਰੀ ਅਵਸਥਾ ਚੋਂ, ਤੁਹਾਨੂੰ ਅੰਦਰੋਂ ਨਹੀਂ ਪਤਾ ਚੱਲ ਸਕਦਾ ਬਿਕੋਜ਼ ਨਾਓ ਦ ਮਾਈਂਡ ਇਜ਼ ਨਾਈਦਰ ਐਕਟਿਵ nor you are in deep sleep. It is even beyond the deep sleep. That is when it is, there is no cognition, there is no experience, there is no experiencer, there is nothing. There is only that divine energy, that divine source which operates. That is chautha pad. That is what Guru Granth Sahib de andar bahut sare shabad hain which explains. There is only two shabad which actually explain what chautha pad is in Guru Granth Sahib. One is chauthe sunne, जो नर जाने तो को पाप न पुन, कट कट सुन का जाने भयो, आत पुरख निरंजन देव। पेज 943 ਤੇ ਹੁੰਦਾ ਹੈ। ਇਹਦਾ ਮਤਲਬ ਉਸ ਟਾਈਮ ਸੁਨ ਸਮਾਧ ਹੁੰਦੀ ਹੈ, ਉਸ ਟਾਈਮ ਪਾਪ ਨਹੀਂ ਹੁੰਦਾ, ਪੁੰਨ ਨਹੀਂ ਹੁੰਦਾ, ਮੀਨਸ ਆਪੋਜ਼ਿਟਸ ਨਹੀਂ ਹੁੰਦੇ, ਡੁਅਲਿਟੀ ਨਹੀਂ ਹੁੰਦੀ। ਔਰ ਕਟ ਕਟ ਸੁਨ ਕੋ ਜਾਣੇ ਮਤਲਬ ਕਟ ਕਟ ਦੇ ਅੰਦਰ ਸੁਨ ਸਮਾਧ, ਯੂ ਕੈਨ ਕਟ ਕਟ ਦੇ ਅੰਦਰ ਨਥਿੰਗਨੈਸ ਦਿਖਦੀ ਹੈ। ਔਰ ਪੁਰਖ ਨਿਰੰਜਨ ਦੇਵ, ਸਿਰਫ ਉਹ ਪੁਰਖ ਹੁੰਦਾ, ਨਿਰੰਜਨ, ਨਿਰੰਜਨ ਮੀਨਸ ਪ੍ਰਿਸਟੀਨ, ਉਹੀ ਹੁੰਦਾ ਹੈ, ਹੋਰ ਕੁਛ ਨਹੀਂ ਹੁੰਦਾ। एंड द सेकंड शब्द which explains what exactly चौथा पद is, चौथे पद में सहज है, गुरमुख पल्ले पाए, मतलब सहज अवस्था। सहज means naturalness, means what, that which is something like which a newborn baby has. It is onu kuch duality, kuch non duality, kuch oneness, kuch rab, the baby knows nothing. It is just सहज अवस्था. So that is there in the चौथा पद. ਇਹ ਦੋ ਸ਼ਬਦ which actually explain. Now if we go to see Maya, they talk about tin gun, the Upanishads talk about three states, but according to me Maya can come in varied hues. It can be completely, as far as what I have come to understand, you can say is ki the three states of Maya is when there is division in Nirakar, Akar or energy, ਜਿਹਨੂੰ ਅਸੀਂ ਓਂਕਾਰ ਕਹਿੰਦੇ ਹਾਂ। ਅਸੀਂ ਜਦ ਉਹਨਾਂ ਨੂੰ ਵੀ ਵੱਖਰਾ ਕਰ ਦਿੰਦੇ ਹਾਂ, that is Maya. ਜਦ ਅਸੀਂ ਕ੍ਰੀਏਸ਼ਨ, ਸਸਟੇਨੈਂਸ ਔਰ ਡਿਸਟਰਕਸ਼ਨ ਨੂੰ ਵੱਖਰਾ ਕਰਨੇ ਆ, that is Maya. ਜਦ ਅਸੀਂ ਜੀਵਨ, ਮਰਨ ਔਰ ਜੀਨ ਨੂੰ ਵੱਖਰਾ ਕਰ ਦਿੰਦੇ ਹਾਂ, that is Maya. ਜਦ ਅਸੀਂ ਸਤ, ਤਮ, ਰਜ, ਗੁਣ ਦੇ ਅਧੀਨ ਹੋ ਜਾਂਦੇ ਹਾਂ, that is Maya. ਜਦ ਅਸੀਂ ਜਾਗਨੇ ਆ, ਸੋਨੇ ਆ, ਉਹਨੂੰ ਵੱਖਰਾ ਕਰਨੇ ਆ, that is Maya. That is completely my personal opinion, but according to what the others have given, I have just mentioned what Mandukya Upanishad says. In Brihadaranyaka Upanishad, it has got a slightly different, that it says ki it is one-footed, which does not appear. But when I read all these Upanishads, I thought, yes, they're giving a good explanation. But there was two prayers jo ke pad ke I was really taken aback, and that was the Shiva Siddhanta of the South India, of Tamil Shaivism. They said कि एक तुरिया अतीत भी होता है, चौथे पद तो भी बियॉन्ड होता है, हाँ, and that is, और वही चीज मैंने गुरु ग्रंथ साहिब में मिली, that which Nanak speaks of Vismad. He speaks कि this चौथे अवस्था तक तुसी सुन समाध तक पहुंच गए ना, nothing तक पहुंच गए. There was a very good philosopher who says to know that you're nothing is wisdom, to know that your everything is love. And Guru Granth Sahib talks about that love, about that Turiya Atit, beyond Turiya as well. Jad sirf Vismad hunda hai. Jad it's like, wow, this thing can exist. Jad wonder, jo Guru Nanak ne bahut zyada apni poetry de andar use kita hai, Vismad, ki there is something beyond. Of course, there are four states, or this is the chautha part, but there's something beyond the fourth. That is everything, that is infinite, that is pure love. And that is what Guru Nanak speaks a lot about it. And
तुरिया ਦੇ ਅੰਦਰ of course one thing which is very, the Guru Granth Sahib is also very clear कि ਗੁਰ ਪ੍ਰਸਾਦੀ, ਲੇਕਿਨ ਇਹ ਜੋ ਤੁਰਿਆ ਜਾਂ ਤੁਸੀਂ ਇਹ ਤਿੰਨ ਮਾਇਆ ਤੋਂ ਤੁਸੀਂ ਬਿਯੋਂਡ ਜਾਂਦੇ ਹੋ ਤੁਰਿਆ ਦੇ ਅੰਦਰ ਜਾਂ ਚੌਥੇ ਪਦ ਦੇ ਅੰਦਰ, that is possible only ਗੁਰ ਪ੍ਰਸਾਦੀ ਨਾਲ। ਕੀ ਕਹਿੰਦੇ ਗੁਰ ਪ੍ਰਸਾਦੀ ਕੋ ਵਿਰਲਾ ਜਾਣੇ, ਗੁਰ ਪ੍ਰਸਾਦੀ ਕੋ ਵਿਰਲਾ ਭੂਜੇ, ਮਹਲਾ ਤੀਜਾ ਦਾ 129 ਤੇ ਹੈਗਾ। ਜਾਂ ਤ੍ਰਿਗੁਣ ਮਾਇਆ ਮੋਹ ਪਸਾਰਾ ਸਭ ਵਰਤਿਆਕਾਰੀ, ਤੁਰਿਆ ਗੁਣ ਸਤ ਸੰਗਤ ਪਾਈਏ ਨਦਰੀਏ ਪਾਰ ਉਤਾਰੀ। ਸਿਰਫ ਸਾਧ ਸੰਗਤ ਜਾਂ ਗੁਰੂ ਦੀ ਸੰਗਤ ਨਾਲ ਹੀ ਤੁਸੀਂ ਪਹੁੰਚ ਸਕਦੇ ਹੋ। ਚਾਰ ਬੇਦ ਕਥੇ ਆਕਾਰ, तीन अवस्था कहे वख्यान, तुरिया अवस्था सदगुरु ते हर जान। That is again on page 154. They, of course, you can know about this, but and it is good to know about Turiya Avastha, ki what exactly is Turiya. It's beyond the Maya. It's good to know about Chautha Pad. But I think what Nanak says, or what is there in Shiva Siddhanta about Turiya Ati, that was the most beautiful thing of it being infinite, of there being Vismad, of this oneness being a mystery. Ki how it is nothing, sun samadh hai, and at the same time, sun samadh naal naal, it is everything at the same time, at one given time. It is nothing, it is everything. It is sun samadh, it is onkar. It is nirakar, it is akar, it is onkar at one given time. That is according to me, Turiya. I think I've taken the 10-minute mark here. Thank you very, very much. Very much. Very good Thank you. talk. Very deep. Very interesting. ਹੁਣ Very much. ਅਖਤੇਰ ਜੀ ਤੁਸੀਂ ਕਰਾ ਲਓ ਹੁਕਮਨਾਮੇ ਕਿਹੜੇ ਕਿਹੜਾ ਕਰਨਾ ਹੈ। ਮੰਡੇ ਪਰਮਜੀਤ ਨੇ ਕਰਨਾ ਹੈਗਾ। डॉक्टर जी मैं पंजाबी पढ़ दूंगे प्लीज। ਮੈਂ ਪੜਾਂਗਾ ਜ਼ਰੂਰ। हाँ जी ਮੰਡੇ ਦਾ ਹਾਂਜੀ ਡਾਕਟਰ ਜੀ ਮੰਡੇ ਦਾ। ਓਕੇ। ਸੂਈ ਮਹੱਲਾ ਪਹਿਲਾ, ਜਿਨ ਕੋ ਭਾਂਡੇ ਪਾਓ ਤੇ ਨਾ ਸਵਾਰ ਸੀ, ਸੁਖੀ ਕਰੇ ਪਸਾਓ ਦੁਖ ਵਿਸਾਰ ਸੀ, ਸੈਸਾ ਮੂਲੇ ਨਾਹੇ ਸਰ ਪਰ ਤਾਰ ਸੀ। तो I read one line at a time. okay. जिनको भांडे पाओ तिना सवार सी। Those whose minds are filled with love of the Lord are blessed and exalted. सुखी करे पसाओ दुख विसार सी। They are blessed with peace and their pains are forgotten. सहसा मूले नाहे सर पर तार सी। He will undoubtedly certainly save them. तिना मिलिया गुरे आए जिनको लिखिया। The Guru comes to meet those whose destiny is preordained. अमृत हर का नाम दीवे दीखिया। He blesses them with the teachings of the ambrosial name of the Lord. चाले सतगुरु पाए भवे ना पीखिया। Those who walk in the will of the true Guru never wander begging. जाको महल हजूर दूजे निवे किस। And one who lives in the mansion of the Lord's presence, why should he bow down to any other? दर दरवानी नाहे मूले पुछ तिस। The gatekeeper at the Lord's gate shall not stop him to ask any questions. छूटे ताक के बोल साहेब नदर जिस। And one who is blessed with the Lord's glance of grace, by his words others are emancipated as well. कले आने आप जिस नाही दूजा मते कोय। The Lord himself sends out and recalls the mortal beings. No one else gives him advice. राय उसारे साध जाने सब सोए। He himself demolishes, constructs, and creates. He knows everything. नाम नानक बख्शीस नदरी कर्म होए। O Nanak, the name of the Lord is the blessing given to those who receive his mercy and his grace. Excellent, very good. हाँ जी, next. ਟਿਊਜ਼ਡੇ ਦਾ ਹੈਗਾ ਡਾਕਟਰ ਵਜ਼ੀਰ ਜੀ ਕਰਨਗੇ। ਹਾਂਜੀ, ਇਹ ਹੈਗਾ ਭਗਤ ਰਵਿਦਾਸ ਦਾ ਸ਼ਬਦ। ਮੈਂ ਪਹਿਲਾ ਸ਼ਬਦ ਪੜ੍ਹ ਦਿੰਦਾ ਸਾਰਾ, ਤੇ ਦੈਨ ਆਈ ਫਾਈਂਡ ਦਿਸ ਸ਼ਬਦ ਕਿ ਜਿਤਨੇ ਵੀ ਮੈਂ ਇਹਦੇ ਟੀਕੇ ਪੜ੍ਹੇ ਹੈ, I don't agree with them. Maybe I'm wrong. ਤੁਸੀਂ ਇਹਨੂੰ ਥੋੜਾ ਧਿਆਨ ਨਾਲ ਪੜ੍ਹ ਕੇ see whether my interpretation is
is have any meaning or I'm just talking rubbish. It's up to you to explain. जो हम बांधे मोह फास, हम प्रेम बंधन तुम बांधे, अपने छूटन को जतन करो हम, छूटे तुम आराधे। माधवे जानत हो जैसी तैसी, अब कहाँ करोगे ऐसी रहो। मीन पकड़ियो फांक्यो और काटियो, राध कियो बहुबानी, खंड खंड कर भोजन किनो, तो ना बिसरियो पानी। आपन बापे नाही किसी को, पावन को हर राजा, मोह पलट सब जगत व्याप्यो, भगत नहीं संतापा। कह रविदास भगत एक बाडी, अब एक का स्यों कहिए, जहाँ कारण हम तुम आराधे, सो दुख अजो सही है। ये तो ਜਿਹੜਾ ਪਹਿਲਾ ਸ਼ਬਦ ਆਏਗਾ ਇਹ ਉਹਦੀ ਕੰਟੀਨਿਊਏਸ਼ਨ ਹੈਗੀ। ਪਹਿਲੇ ਸ਼ਬਦ ਦੇ ਵਿੱਚ ਕੀ ਸੀ ਕਿ ਪਹਿਲੇ ਸ਼ਬਦ ਵਿੱਚ ਇਹ ਦੱਸਿਆ ਹੈ ਕਿ ਹਰੀ ਜੀਵ ਤੋਂ ਦੂਰ ਨਹੀਂ ਹੋ ਸਕਦਾ। ਮਾਇਆ ਦੇ ਮੋਹ ਵਿੱਚ ਹਰੀ ਦਾ ਵਿਛੋੜਾ ਇੱਕ ਭਰਮ ਹੈ, ਪਰ ਉਹ ਹਰੀ ਤੋਂ ਦੂਰ ਨਹੀਂ ਹੋ ਸਕਦਾ। ਜਦੋਂ ਉਹ ਮੋਹ ਦੇ ਹਾਦਸੇ ਵਿੱਚ ਆ ਜਾਂਦਾ ਹੈ, ਉਹਨੂੰ ਭਰਮ ਹੋ ਜਾਂਦਾ ਹੈ ਕਿ ਮੈਂ ਹਰੀ ਮੈਥੋਂ ਦੂਰ ਹੈ, ਕਿ ਮੈਂ ਹਰੀ ਨੇ ਮੈਨੂੰ ਵਸਾ ਦਿੱਤਾ, ਕਿ ਪਰ ਇਹ ਭਰਮ ਹੈ। ਹੁਣ ਜੇ ਅਸੀਂ ਇਹ ਸ਼ਬਦ ਨੂੰ ਉਹਦੀ ਅਗੇਨ ਕੰਟੀਨਿਊਟੀ ਵਿੱਚ ਪੜਾਂਗੇ ਤਾਂ ਇਹਦੇ ਵਿੱਚ ਜਿਹੜਾ ਮੇਨ ਲਫ਼ਜ਼ ਆਏਗਾ ਉਹ ਮੋਹ ਹੈ। ਮੋਹ ਕੀ ਹੈਗਾ? ਇਹ ਮਾਇਆ ਦਾ ਪਰਿਵਾਰ ਹੈ, ਉਹਦਾ ਅੰਗ ਹੈ। ਕਈ ਥਾਵਾਂ ਤੇ ਇਸਨੂੰ ਮਾਇਆ ਦੀ ਜਾਨੀ ਵੀ ਮੋਹ ਨੂੰ ਕਿਹਾ ਹੈਗਾ। ਮੋਹ ਮਾਇਆ ਇਹ ਦੋਵੇਂ ਇਕੱਠੇ ਸ਼ਬਦ ਵਰਤ ਹੁੰਦੇ, ਇਕੱਲਾ ਮਾਇਆ ਨਹੀਂ, ਮੋਹ ਮਾਇਆ। ਇਹ ਮਨੁੱਖੀ ਹਉਮੈ ਦਾ ਸਭ ਤੋਂ ਵੱਡਾ ਲੱਛਣ ਹੈ। ਇਸ ਨੂੰ ਹੀ ਅੰਧ ਗੁਬਾਰ ਲਿਖਿਆ ਹੈ ਪੰਜਵੇਂ ਗੁਰੂ ਨੇ। ਅੰਧ ਕੂਪ ਮਹਿ ਭਰਿਓ ਪ੍ਰਾਣੀ, ਭਰਮ ਗੁਬਾਰ ਮੋਹੇ ਬੰਧ ਭਰੇ, ਕਹੋ ਨਾਨਕ ਪ੍ਰਭ ਹੋਤ ਦਿਆਰਾ, ਗੁਰ ਭੇਟੇ ਕਾਢੇ ਬਾਹ ਫਰੇ। ਉਹਦੇ ਵਿੱਚੋਂ ਗੁਰੂ ਹੀ ਕੱਢ ਸਕਦਾ ਹੈਗਾ। ਮੋਹ ਦੇ ਭਰਮ ਦੇ ਵਿੱਚੋਂ ਆਪਣੇ ਆਪ ਤੁਸੀਂ ਨਹੀਂ ਨਿਕਲ ਸਕਦੇ। ਇਹ ਸ਼ਬਦ ਹੈ ਜਿਹੜਾ ਰਵਿਦਾਸ ਦਾ, ਉਹ ਇਸ ਨੂੰ ਦ੍ਰਿੜ ਕਰਾਉਂਦਾ ਹੈਗਾ। ਅੰਧਕੂਪ ਮੈਂ ਹੁਣ ਹਰੀ ਦੀ ਆਰਾਧਨਾ ਜਾਂ ਕਿਰਪਾ ਨਾਲ ਹੀ ਇਸ ਤੋਂ ਪਾਰ ਨਿਕਲਿਆ ਜਾ ਸਕਦਾ ਹੈ। ਸਮੁੱਚਾ ਇਹ ਸ਼ਬਦ ਦੇ ਵਿੱਚ ਇਹ ਹੈਗਾ ਕਿ ਇਹ ਸ਼ਬਦ ਵਿੱਚ ਭਗਤ ਰਵਿਦਾਸ ਮਨੁੱਖੀ ਮੋਹ ਤੇ ਹਰੀ ਪ੍ਰੇਮ, ਇਹਨਾਂ ਦੋ ਚੀਜ਼ਾਂ ਦੇ ਵਿੱਚ ਫਰਕ ਦੱਸ ਰਹੇ ਨੇ ਕਿ ਮਨੁੱਖੀ ਮੋਹ ਹੈ, ਪ੍ਰੇਮ ਹਰੀ ਦਾ ਹੈਗਾ। ਕਿ ਜਦੋਂ ਅਸੀਂ ਸੰਸਾਰਕ ਪ੍ਰਪੰਚ ਜਾਂ ਮਾਇਆ ਮੋਹ ਵਿੱਚ ਬੰਨੇ ਹੋਏ ਹਾਂ ਤਾਂ ਵੀ ਹਰੀ ਸਾਨੂੰ ਆਪਣੇ ਪ੍ਰੇਮ ਨਾਲ ਬੰਨਿਆ ਰੱਖਦਾ ਹੈ। ਅਸੀਂ ਜਦੋਂ ਮਾਇਆ 'ਚ ਫਸੇ ਹੋਏ ਤਾਂ ਵੀ ਹਰੀ ਸਾਡੇ ਨਾਲ ਉਨਾ ਹੀ ਪ੍ਰੇਮ ਕਰਦਾ ਹੈ ਜਿਤਨਾ ਮਾਇਆ ਤੋਂ ਬਾਹਰ ਨਿਕਲ ਕੇ ਵੀ ਕਰਦਾ ਹੈਗਾ। ਅਸੀਂ ਮਨੁੱਖ ਭਾਵੇਂ ਦੁਨਿਆਵੀ ਮੋਹ ਤੋਂ ਛੁੱਟਣ ਦਾ ਜਿਤਨਾ ਵੀ ਯਤਨ ਕਰੀਏ, ਪਰ ਪ੍ਰਭੂ ਦੀ ਆਰਾਧਨਾ ਬਿਨਾਂ ਇਸ ਤੋਂ ਛੁਟਕਾਰਾ ਸੰਭਵ ਨਹੀਂ। ਇਸੇ ਨੂੰ ਜਿਹੜੀ ਗੁਰਬਾਣੀ ਦੀ ਬੇਸਿਕ ਫਿਲਾਸਫੀ ਹੈ, ਉਹਦੀ ਲਾਈਟ ਦੇ ਵਿੱਚ ਇਹ ਜੇ ਸ਼ਬਦ ਨੂੰ ਪੜ੍ਹੀ, ਕਿਉਂਕਿ ਇਹ ਸ਼ਬਦ ਦਾ ਬਹੁਤ ਮਤਲਬ ਕੱਢਦੇ ਨੇ ਕਿ ਹੁਣ ਤੂੰ ਅਸੀਂ ਤਾਂ ਛੁੱਟ ਜਾਗੇ, ਤੂੰ ਕਿਵੇਂ ਛੁੱਟੇਗਾ ਸਾਡੇ ਕੋਲੋਂ। ਇਹਦਾ ਇਹ ਮਤਲਬ ਨਹੀਂ ਹੈ। ਇਹ ਹੁਣ ਤੀਜੇ ਗੁਰੂ ਵੀ ਕਹਿੰਦੇ ਨੇ ਇਹਦੇ ਵਿੱਚ, ਮੋਹ ਚਿੱਕੜ ਫਾਂਦੇ ਨਿਗਰਤ ਹਮ ਜਾਤੇ, ਹਰ ਬਾਹ ਪ੍ਰਭ ਪਕੜਿਓ ਜੀਓ, ਕਿ ਸਾਨੂੰ ਆਪਣੀ ਬਾਂਹ ਫੜ ਕੇ ਕੱਢ ਲੈ। ਹੁਣ ਜੇ ਇਹਨੂੰ ਇਹ ਲਾਈਨ 'ਚ ਪੜ੍ਹੀਏ ਤਾਂ ਇਹ ਹੋਗਾ, ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ। ਅਸੀਂ ਤਾਂ ਮੋਹ ਦੇ ਫਾਸ ਦੇ ਵਿੱਚ ਫਸੇ ਹੋਏਗੇ, ਪਰ ਤੂੰ ਸਾਨੂੰ ਆਪਣੇ ਪ੍ਰੇਮ ਦੇ ਬੰਧਨ ਦੇ ਵਿੱਚ ਬੰਨ ਕੇ ਰੱਖਿਆ ਹੋਏਗਾ। ਆਪਣੇ ਛੁੱਟਣ ਕੋ ਯਤਨ ਕਰੋ ਹਮ, ਜੇ ਅਸੀਂ ਆਪਣੇ ਯਤਨ ਕਰੀਏ ਛੁੱਟਣ ਦਾ, ਨਹੀਂ ਛੁੱਟ ਸਕਦੇ। ਕਿਵੇਂ ਛੁੱਟਾਂਗੇ ਫਿਰ? ਛੁੱਟੇ ਤੁਮ ਆਰਾਧੇ,
ਜਦੋਂ ਤੇਰੀ ਆਰਾਧਨਾ ਕਰ ਲਈ ਤਾਂ ਹੀ ਅਸੀਂ ਛੁਟਾਂਗੇ, ਕਿਉਂਕਿ ਅਸੀਂ ਆਪਣੇ ਯਤਨ ਨਾਲ ਨਹੀਂ ਛੁੱਟ ਸਕਦੇ। ਮਾਧਵੇ ਜਾਣਤ ਹੋ ਜੈਸੀ ਤੈਸੀ। ਮਾਧਵੇ ਦੇ ਗੁਰਬਾਣੀ ਚ ਦੋ ਮਤਲਬ ਆਏ ਨੇ। ਮਾਧੋ ਇੱਕ ਸ਼ਬਦ ਨੂੰ ਇਹ ਦੋ ਅਰਥਾਂ ਵਿੱਚ ਲਿਆ ਗਿਆ ਹੈਗਾ, ਮਾਇਆ ਦਾ ਪਤੀ ਕਿ ਪਰ ਬ੍ਰਹਮ ਪਰਮ ਤੱਤ। ਤੇ ਦੂਜਾ ਜਿਹੜਾ ਮਾਧੋ ਹੈ ਉਹ ਸ੍ਰੀ ਕ੍ਰਿਸ਼ਨ ਲਈ ਵੀ ਵਰਤਿਆ ਹੋਏਗਾ, ਕਿਉਂਕਿ ਇਹ ਯਦੁਵੰਸ਼ੀ ਰਾਜਾ ਮਧੂ ਦੇ ਕੁਲ ਵਿੱਚ ਪੈਦਾ ਹੋਇਆ ਹੈ। ਕ੍ਰਿਸ਼ਨ ਭਗਤੀ ਵਿੱਚ ਇਹ ਸ਼ਬਦ ਬਹੁਤ, ਮਾਧੋ ਸ਼ਬਦ ਬਹੁਤਾ ਵਰਤਿਆ ਹੋਏਗਾ। ਇਹ ਪਰ ਬਹੁਤੇ ਭਗਤਾਂ ਨੇ, ਜਿੰਨੇ ਵੀ ਗੁਰਬਾਣੀ ਚ ਭਗਤ ਹੈ, ਉਹਨਾਂ ਨੇ ਮਾਧੋ ਦੀ ਜ਼ਿਆਦਾ ਵਿਆਖਿਆ ਕਰੀ, ਜ਼ਿਆਦਾ ਵਰਤੇਗਾ ਵਾਹਿਗੁਰੂ ਨਾਲੋਂ। ਪਰ ਗੁਰਬਾਣੀ ਵਿੱਚ ਇਹਨੂੰ ਸਿਰਫ ਪਰਮਾਤਮਾ ਜਾਂ ਪਰਮ ਸੱਤ ਦੇ ਨਾਂ ਤੇ ਵਰਤਿਆ ਗਿਆ ਹੈਗਾ। ਮਾਧਵੇ जानत हो तुम ऐसी जैसी तैसी। मन जानत हो कैसी माधवे तैसी। जानत हो जैसी तैसी अब कहाँ करोगे ऐसी। ਇਹ ਮਾਧੋ, ਇਹ ਤੂੰ ਜਾਣਦਾ ਹੈ ਕਿ ਅਸੀਂ ਤੈਨੂੰ ਕਿੰਨਾ ਪ੍ਰੇਮ ਕਰਦੇ ਹਾਂ। ਹੁਣ ਇਹ ਤੋਂ ਬਾਅਦ ਅਸੀਂ ਹੋਰ ਕੀ ਕਰ ਸਕਦੇ ਹਾਂ? ਅਸੀਂ ਸਿਰਫ ਤੇਰੇ ਪ੍ਰੇਮ ਦੇ ਵਿੱਚ ਹੀ ਫਸੇ, ਇਹ ਤੋਂ ਵੱਧ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇਹੀ ਸਾਡੇ ਪ੍ਰੀਤ ਦਾ ਅੰਤ ਹੈ। ਰਹੋ ਮੀਨ ਪਕੜ। ਹੁਣ ਅੱਗੇ ਉਹ ਐਗਜ਼ਾਮਪਲ ਦਿੰਦੇ ਨੇ ਮੱਛੀ ਦੀ, ਕਿ ਮੀਨ ਪਕੜ ਫਾਂਕਿਓ ਅਰ ਕੱਟਿਓ। ਫਾਂਕਿਓ, ਜਦੋਂ ਤੁਸੀਂ ਕਿਸੇ ਨੂੰ ਇੱਕ ਧਾਰੀ 'ਚ ਕੱਟ ਦੇਂਗੇ, ਉਹ ਫਾਂਕੇ ਉਹਦੀਆਂ ਫਾਂਟਾਂ ਕਰਨੀਆਂ, ਫਾੜੀਆਂ ਕਰਨੀਆਂ, ਉਹਨੂੰ ਫਿਰ ਏਦਾਂ ਕੱਟ ਕੇ ਫਿਰ ਕੱਟਣਾ ਹੈਗਾ ਦੂਜੀ ਵਾਰ। ਇਹ ਮੀਨ ਪਕੜ ਫਾਂਕਿਓ ਅਰ ਕੱਟਿਓ। ਫਿਰ ਉਹਨੂੰ ਛੋਟਾ ਛੋਟਾ, ਜਿਵੇਂ ਉਹਦੇ ਕੀ ਕਹਿੰਦੇ ਹੈਗੇ, ਫਿਲਟਸ ਬਣਾਉਣੇ ਹੈਗੇ, ਬੋਟੀ ਬੋਟੀ ਕਰ ਦੋ। ਨਹੀਂ ਰਾਧ ਕਿਓ ਬਹੁਤ ਬਾਨੀ, ਤੇ ਉਹਨੂੰ ਰਿੰਨਿਆ ਬਹੁਤ ਤਰ੍ਹਾਂ ਨਾਲ। ਕਿਸੇ ਨੇ ਮਸਾਲੇ ਪਾ ਕੇ ਰਿੰਨਿਆ, ਕਿਸੇ ਨੂੰ ਕੁਛ ਪਾ ਕੇ ਰਿੰਨੇਗਾ। ਤੇ ਤੁਸੀਂ ਜਿੰਨਾ ਮਰਜ਼ੀ ਉਹਨੂੰ ਮਸਾਲਿਆਂ ਨਾਲ ਰਿੰਨੀ ਜਾਓ ਜਾਂ ਕਿੰਨੀ ਭਾਂਤ ਨਾਲ ਵੀ ਰਿੰਨੀ ਜਾਓ, ਖੰਡ ਖਰ ਕਰ ਭੋਜਨ ਕੀਨੋ ਤਾਂ ਉਹਨਾਂ ਵਿਸਰੇ ਪਾਣੀ। ਪਰ ਉਹ ਤੋਂ ਬਾਅਦ ਜੇ ਤੁਸੀਂ ਆਪ ਵੀ ਖਾਣਾ, ਉਹਨੂੰ ਫੇਰ ਕੱਟ ਕੇ ਖਾਣਾ ਹੈਗਾ। ਖੰਡ ਖੰਡ ਕਰਕੇ ਤੁਸੀਂ ਉਹਨੂੰ ਖਾ ਰਹੇ ਹੈਗੇ, ਪਰ ਉਹ ਫੇਰ ਵੀ ਨਹੀਂ ਵਿਸਰਿਓ ਪਾਣੀ। ਮੱਛੀ ਪਾਣੀ ਨੂੰ ਨਹੀਂ ਵਿਸਾਰਦੀ, ਚਾਹੇ ਉਹ ਰਿੰਨੀ ਵੀ ਗਈ, ਖਾਦੀ भी गई। आपन बाधे नहीं किसी को, पावन को हर राजा। आपन बांधे, आपन बाप है। है जी, आपन बाप है। अपन बापे नहीं आपन किसी बापे को। नहीं किसी को। ਇਹ ਕਿ ਵੀ ਇਹ ਜਿਹੜਾ ਆਪਨ ਬਾਪਿਓ, ਉਹ ਕਿਸੇ ਦਾ ਉਹ ਥੋੜਾ ਬਾਪ ਨਹੀਂ ਹੈ, ਉਹ ਥੋੜਾ ਬਾਪੂ। ਇਹ ਬਾਪ ਜਿਹੜੇ ਫਾਦਰ, ਆਪਨ ਬਾਪਿਓ ਆਪਨ ਬਾਪੇ ਨਹੀਂ ਕਿਸੇ ਕੋ, ਪਾਵਨ ਕੋ ਹਰ ਰਾਜਾ। ਉਹ ਤਾਂ ਪ੍ਰੇਮ ਦਾ ਰਾਜਾ ਹੈਗਾ, ਉਹ ਕਿਸੇ ਦਾ ਬਾਪ ਨਹੀਂ ਹੈ। ਕਿਸੇ ਤੁਸੀਂ ਉਹ ਤੇ ਮਲਕੀਅਤ ਨਹੀਂ ਕਰ ਸਕਦੇ, ਇਨਹੈਰੀਟੈਂਸ ਨਹੀਂ ਹੈ, ਉਹ ਤਾਂ ਪ੍ਰੇਮ ਦਾ ਬਣਿਆ ਹੋਏਗਾ। ਪਾਵਨ ਇਹ ਪ੍ਰੀਤ ਦਾ ਰਾਜਾ ਹੈਗਾ। ਮੋਹ ਪਟਲ मोह पटल सब जगत व्यापियो। ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਮੋਹ ਪਟਲ, ਮੋਹ ਦਾ ਪਰਦਾ ਜਿਹੜਾ ਪਿਆ ਹੈ, ਇਹ ਸਾਰੇ ਜਗ ਤੇ ਮੋਹ ਦਾ ਪਰਦਾ ਪਿਆ ਹੋਏਗਾ, ਪਰ ਭਗਤ ਇਹ ਤੋਂ ਬਾਹਰ ਨਿਕਲ ਗਏ। ਭਗਤਾਂ ਤੇ ਇਹਦਾ ਪਰਦਾ ਮੋਹ ਦਾ ਘਟ ਗਿਆ। क्या बता ਹੈ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪੇ। ਭਗਤਾਂ ਨੂੰ ਉਹਦਾ ਸੰਤਾਪ ਨਹੀਂ ਹੈ, ਭਗਤਾਂ ਨੂੰ ਉਹਦੀ ਚਿੰਤਾ ਨਹੀਂ ਹੈ, ਉਹਦਾ ਸਰਾਪ ਨਹੀਂ ਹੈ। ਕਹਿ ਰਵਿਦਾਸ ਭਗਤ ਇੱਕ ਬਾਢੀ, ਅਬ ਇਹ ਕਾ ਸਿਉ ਕਹੀਏ। ਹਰੀ ਦੀ ਜਿਹੜੀ ਇਹ ਭਗਤੀ ਹੈ, ਮਨ ਵਿੱਚ ਬਾਢੀ ਹੋ ਗਈ, ਬਹੁਤ ਵੱਧ ਗਈ। ਹੁਣ ਹੋਰ ਤੈਨੂੰ ਆਪਣਾ ਹਾਲ ਕੀ ਦੱਸਾਂ, ਕਿ ਮੇਰੇ ਮਨ ਵਿੱਚ ਤੇਰੀ ਭਗਤੀ ਇੰਨੀ ਵੱਧ ਗਈ ਹੈ
मैं ਇਹ ਤੋਂ ਵੱਧ ਕੀ ਤੈਨੂੰ ਦੱਸ ਸਕਦਾ ਹੈਗਾ। क्या कारण क्या कारण हम तुम आराधे सो दुख अजो रही है। ਉਹ ਵੀ ਹੁਣ ਜਿਹੜੀ ਪਹਿਲੀ ਲਾਈਨ ਹੈ ਉਹ ਫਿਰ ਇੱਥੇ ਆ ਗਈ ਵੀ ਅਸੀਂ ਤੇ ਤੈਨੂੰ ਆਰਾਧਨਾ ਕਰੀ ਸੀ ਉਹ ਤੋਂ ਛੁੱਟਣ ਵਾਸਤੇ, ਪਰ ਜਾਂ ਕਾਰਨ ਇਹ ਭਗਤ ਇੱਕ ਅਲੰਬਾ ਸਮਝ ਲਓ, ਜਾਂ ਜਿਸ ਕਾਰਨ ਜਿਸ ਕਾਰਨ ਮੋਹ ਮਾਇਆ ਤੋਂ ਛੁੱਟਣ ਲਈ ਅਸੀਂ ਉਸ ਕਰਕੇ ਤੇਰੀ ਭਗਤੀ ਆਰਾਧਨਾ ਕੀਤੀ ਸੀ, ਪਰ ਉਹ ਕੀ ਸਾਨੂੰ ਹੁਣ ਵੀ ਉਹੀ ਦੁੱਖ ਜਰਨਾ ਪਏਗਾ। ਇਹ ਕੁਐਸਚਨ ਮਾਰਕ ਛੱਡ ਕੇ रविदास जी ने ये शब्द को बता कर दिया। थैंक यू विजय जी, थैंक यू वेरी वेरी मच। हाँ जी, फ्राइडे गुरदेव जी। हाँ जी डॉक्टर साहब। सो ये आंदा जी राग धनासरी महला पंजवा जो अंग 680 ਤੇ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਤੇ ਪਰ ਸੋ ਕਿ ਜਦੋਂ ਗੁਰੂ ਸਾਹਿਬ ਆਏ they were divine beings, ਤੇ ਉਹ ਵੀ ਜਿੱਦਾਂ ਸੰਸਾਰ ਵਿੱਚ ਰਹਿ ਕੇ ਸੰਸਾਰੀ ਰੀਤ ਉਹ ਜਾਣਦੇ ਸੀਗੇ ਵੀ what does man want। ਮਨ ਵੀ ਆਪਣਾ ਜਿਹੜਾ ਇਨਸਾਨ ਚਾਹੁੰਦਾ ਕੀ ਆ, he wants ਕਿਸੇ ਦੀ ਆਪਣੀ ਨਾਮ ਇੱਜ਼ਤ ਹੋਵੇ, ਆਪਣੀ ਪੱਤ ਹੋਵੇ, ਆਪਣੀ ਜਿੱਦਾਂ ਗਾਂ ਆਪਣੇ ਸੱਚਖੰਡ ਵਿੱਚ ਆਪਾਂ ਨੂੰ ਨਿਵਾਸ ਮਿਲੇ, ਆਪਣੀ ਗਤੀ ਹੋਵੇ, ਆਪਣੀ ਪਤੀ ਹੋਵੇ, ਹੈ ਨਾ। that's what mankind wants। ਇਹਦੇ ਬਾਰੇ ਗੁਰੂ ਸਾਹਿਬ ਨੇ ਲਿਖਿਆ ਆ ਰਹਾਉ ਦੇ ਪੰਕਤੀ ਵਿੱਚ ਵੀ like man wants, you know, ਕੀ ਮਨ ਜਿਹੜਾ ਆਪਣੇ ਮਨ ਦੀ ਇੱਛਾ ਹੁੰਦੀ ਹੈ, ਕੀ ਚਾਹੁੰਦਾ ਆ। ਸੋ ਗੁਰੂ ਜੀ ਕਹਿੰਦੇ ਆ ਨਾਮ ਗੁਰ ਦਿਓ ਹੈ ਆਪਣਾ ਜਾਂ ਕੇ ਮਸਤਕ ਕਰਮਾ। ਜਿਹਨਾਂ ਮਨੁੱਖਾਂ ਦੇ ਮਸਤਕ ਤੇ ਚੰਗੇ ਕਰਮਾਂ ਦਾ ਲੇਖ ਹੋਵੇ ਅਤੇ ਜੋ ਗੁਰੂ ਦੀ ਸੇਵਕਾਂ ਦੀ ਸੇਵਾ ਕਰਦੇ ਹਨ, ਉਹਨਾਂ ਨੂੰ ਵਾਹਿਗੁਰੂ ਨਾਮ ਦੀ ਪ੍ਰਾਪਤੀ ਹੁੰਦੀ ਹੈ। ਤੇ ਗੁਰੂ ਜੀ ਕਹਿੰਦੇ ਹਨ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਂ ਕਾ ਜੁਗ ਮੈਂ ਧਰਮਾਂ। ਉਹਨਾਂ ਭਾਗਾਂ ਵਾਲਿਆਂ ਦਾ ਧਰਮ ਯਾਨੀ ਕਿ ਮਕਸਦ ਜੀਵਨ ਦਾ ਆਚਾਰ, if say the reason the reason of the being ਹੁੰਦਾ ਹੈ ਕਿ ਨਾਮ ਨੂੰ ਦ੍ਰਿੜਾ ਕੇ ਯਾਨੀ ਕਿ ਨਾਮ ਨੂੰ ਕੰਠ ਕਰਕੇ, ਨਾਮ ਦੇ ਆਸਰੇ ਅਤੇ ਸਹਾਰੇ ਲੈ ਕੇ ਜੀਵਨ ਵਿੱਚ ਨਾਮ ਨੂੰ ਰਚਾ ਕੇ, ਨਾਮ ਨੂੰ ਵੰਡ ਕੇ, ਨਾਮ ਨੂੰ ਜਪਾਉਣਾ, ਉਹਦਾ ਮਕਸਦ ਹੁੰਦਾ ਭਗਤਾਂ ਦਾ। ਫਿਰ ਆਉਂਦਾ ਜੀ ਰਹਾਉ ਦੀ ਪੰਕਤੀ ਜਨ ਕੋ ਨਾਮ ਵਡਾਈ ਸੋਭ, ਨਾਮ ਗਤ ਨਾਮੋ ਪਤ ਜਨ ਕੀ ਮਾਨੇ ਜੋ ਹੋਗ। ਰਹਾਉ ਇਹ ਕਿ ਆਪਾਂ ਵੀ ਮਨ ਕੀ ਚਾਹੁੰਦਾ ਆ, ਨਾਮ ਦਾ ਜਾਪ ਕਰਕੇ ਗੁਰੂ ਦੇ ਸੇਵਕਾਂ ਦੀ ਇਸ ਲੋਕ ਵਿੱਚ ਵਡਿਆਈ ਮਿਲਦੀ ਹੈ ਅਤੇ ਪਰਲੋਕ ਵਿੱਚ ਸੋਭਾ ਪ੍ਰਾਪਤ ਹੁੰਦੀ ਹੈ। ਸੋ ਵੀ ਵਾਂਟ ਲਾਈਕ ਆਪਣੇ ਨਾਮ ਇੱਥੇ ਹੋਵੇ, ਸਾਨੂੰ ਸਾਰੇ ਜਾਣਦੇ ਹੋਣ ਅਤੇ ਪਰਲੋਕ ਵਿੱਚ ਆਪਾਂ ਨੂੰ ਜਿੱਦਾਂ ਸਹਾਇਤਾ ਹੋਵੇ, ਉਹ ਤਾਂ ਆਪਾਂ ਨੂੰ ਨਿਵਾਸ ਬਖਸ਼ਣ। ਤੇ ਕਹਿੰਦੇ ਨਾਮ ਦੇ ਸਦਕੇ ਉਹ ਗੁਰਮੁਖ ਜਨਾਂ ਦੀ ਗਤੀ ਯਾਨੀ ਕਿ ਮੁਕਤੀ ਹੁੰਦੀ ਹੈ ਅਤੇ ਨਾਮ ਕਰਕੇ ਪੱਤ ਯਾਨੀ ਕਿ ਇੱਜ਼ਤ ਮਾਨਤਾ ਹੁੰਦੀ ਹੈ। ਸਾਰਾ ਸੰਸਾਰ ਉਸ ਗੁਰਮੁਖ ਜਨਾਂ ਨੂੰ ਭਲਾ ਮੰਨਦਾ ਹੈ। This is what mankind wants, you know. This is his ਇੱਛਾ for living in this world and in the next। ਮਹਾਰਾਜ ਕਹਿੰਦੇ ਹਨ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸ਼ਾਹ। ਜਿਸ ਗੁਰਮੁਖ ਜਨ ਦੇ ਹਿਸਾਬ ਵਿੱਚ we can say divine or spiritual account ਨਾਮ ਦਾ ਧਨ ਹੋਵੇ, ਉਹੀ ਪੂਰਨ ਸ਼ਾਹ ਗਣਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਹਨ ਨਾਮ ਬਿਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ। ਗੁਰੂ ਜੀ ਕਹਿੰਦੇ ਹਨ ਜੋ ਗੁਰਮੁਖ ਜਨ ਨਾਮ ਦਾ ਵਿਹਾਰ ਕਰਦੇ ਹਨ, ਨਾਮ ਹੀ ਉਹਨਾਂ ਦਾ ਆਧਾਰ ਯਾਨੀ ਕਿ ਆਸਰਾ, ਸਪੋਰਟ, ਸਹਾਰਾ ਹੁੰਦਾ ਹੈ ਅਤੇ ਨਾਮ ਦੇ ਸਦਕੇ ਹੀ ਉਹਨਾਂ ਨੂੰ ਆਤਮਿਕ ਲਾਭ ਮਿਲਦਾ ਹੈ। ਐਕਸੀਲੈਂਟ ਗੁਰਦੀਪ ਜੀ, ਵੈਰੀ ਵੈਲ ਡਨ। ਲਾਸਟਲੀ ਮੈਂ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਸ਼ਬਦ ਆਉਂਦੇ ਨੇ ਉਹਨਾਂ ਦੇ ਬਾਰੇ ਮੈਂ ਨਾ ਜ਼ਰੂਰ ਕਹਾਂਗਾ ਕਿ ਜਿਹੜੇ ਹੁਕਮਨਾਮੇ ਨੇ ਤੁਸੀਂ ਕਿਸੇ ਵੇਲੇ ਵੀ ਰੀਟਰੀਵ ਕਰ ਸਕਦੇ ਹੋ। ਅਗਰ ਤੁਸੀਂ ਕੋਈ ਮਿਸ ਕਰ ਜਾਂਦੇ ਹੋ ਜਾਂ ਨਵਤੇਜ ਨੇ ਤੁਹਾਨੂੰ ਭੇਜਦਾ, ਤੁਹਾਨੂੰ ਈਮੇਲ ਨਹੀਂ ਖੁੱਲਦੀ ਤੇ ਤੁਸੀਂ ਦੁਬਾਰਾ ਕਿਧਰੋਂ ਲੈਣਾ ਚਾਹੁੰਦੇ ਹੋ, ਤੁਸੀਂ ਕੰਪਿਊਟਰ ਤੋਂ ਲੱਭ ਸਕਦੇ ਹੋ। ਪਰ ਜਿਹੜੇ ਸ਼ਬਦ ਸਵੇਰੇ ਉਹ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਵੈਲਕਮ ਕਰਨ ਲਈ ਪੜ੍ਹਦੇ ਨੇ, ਮੇਰਾ ਨਹੀਂ ਉਹ ਖਿਆਲ ਕਿਧਰੇ ਰਿਕਾਰਡ ਹੁੰਦੇ ਨੇ। ਸੋ ਤੁਸੀਂ ਕਿਸਮਤ ਵਾਲੇ ਹੋ ਤਾਂ ਮੈਂ ਵੀ ਕਿਸਮਤ ਵਾਲਾ ਕਿ ਮੈਂ ਉਹਨਾਂ ਨੂੰ ਸੇਵ ਕਰ ਲੈਣਾ
ਤੇ ਮੈਂ ਤੁਹਾਡੇ ਨਾਲ ਉਹ ਸ਼ਬਦ ਸ਼ੇਅਰ ਕਰਦਾ। ਸ਼ਬਦਾਂ ਦਾ ਇੱਕੋ ਹੀ ਮਕਸਦ ਹੈ, ਤੁਸੀਂ ਪਿਆਰ ਨਾਲ ਉਸ ਅਕਾਲ ਪੁਰਖ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਹੋ, हे ਸੱਚੇ ਪਾਤਸ਼ਾਹ ਤੂੰ ਦਰਸ਼ਨ ਦੇ। ਸੋ ਸਾਰੇ ਸ਼ਬਦਾਂ ਦਾ ਇੱਕੋ ਹੀ ਇਹ ਮੇਨ ਥੀਮ ਹੈ। ਫਰਾਈਡੇ ਜਿਹੜਾ ਉਹਨਾਂ ਨੇ ਸ਼ਲੋਕ ਪੜ੍ਹਿਆ, ਸੌਰੀ, ਮਾਰੂ ਰਾਗ ਦੀ ਵਾਰ ਹੈ ਗੁਰੂ ਅਰਜਨ ਦੇਵ ਜੀ ਦੀ। ਉਹਨਾਂ ਦਾ ਸ਼ਲੋਕ ਹੈ ਇੱਕ, ਬਹੁਤ ਵਾਰੀ ਰਿਪੀਟ ਹੋ ਚੁੱਕਾ ਹੈ ਔਰ ਬਹੁਤ ਦਿਲ ਨੂੰ ਛੂੰਹਦਾ ਹੈ। ਨੈਣ ਮਹਿੰਜੇ ਤਰਸਦੇ, ਅੱਖਾਂ ਨੈਣ ਮਹਿੰਜੇ ਤਰਸਦੇ, ਕਦ ਪੱਸੀ ਦੀਦਾਰ। ਮੇਰੀ ਅੱਖਾਂ ਤਰਸ ਗਈਆਂ ਰੱਬਾ, ਕਦ ਤੇਰੇ ਦਰਸ਼ਨ ਹੋਣਗੇ। ਇਹ ਸੁਣ ਕੇ ਜਿਸ ਵੇਲੇ ਰਾਗੀ ਸਾਹਿਬ ਆਪਣੀ ਉਸ ਧੁਨ ਵਿੱਚ ਪੜ੍ਹਦੇ ਨੇ, ਔਰ ਅਗਰ ਉਹ ਰਾਗ ਵਿੱਚ ਪੜ੍ਹ ਰਹੇ ਨੇ, ਮਾਰੂ ਰਾਗ ਵਿੱਚ ਹੀ, ਤੇ ਉਹ ਤੁਹਾਡੇ ਕਿਸ ਤਰ੍ਹਾਂ ਤੁਹਾਡੇ ਅੰਦਰ ਉਤਰ ਜਾਏਗਾ, ਤੇ ਫਿਰ ਕਿਸ ਤਰ੍ਹਾਂ ਤੁਹਾਨੂੰ ਸਵਾਦ ਆਏਗਾ ਸੁਣ ਕੇ। ਇਸ ਤਰ੍ਹਾਂ ਲੱਗੇਗਾ ਜਿਸ ਤਰ੍ਹਾਂ ਪ੍ਰਤੱਖ ਗੁਰੂ ਤੁਹਾਨੂੰ ਦਰਸ਼ਨ ਦੇ ਰਹੇ ਨੇ। थर्सडे सी गौड़ी राग गुरु अर्जन देव जी का गेन, गुरु जी के दर्शन को बल जाओ, जप जप जीवा सतगुरु नाओ। मनु सिर्फ कुछ नहीं चाहिए, ਉਹਦਾ ਨਾਮ ਮੈਨੂੰ ਮਿਲ ਜਾਏ ਤੇ ਮੈਂ ਜੀਵਾਂਗਾ, ਉਹਦੇ ਦਰਸ਼ਨ ਮੈਨੂੰ ਮਿਲ ਜਾਣ ਤੇ ਮੈਂ ਜੀਵਾਂਗਾ। ਤੁਸੀਂ ਸਿਰਫ ਇਸ ਵੇਲੇ ਜਸਵੀਰ ਜੀ ਉਸ ਅਕਾਲ ਪੁਰਖ ਦੇ ਦਰਸ਼ਨ ਦੀ ਪ੍ਰਾਰਥਨਾ ਕਰ ਰਹੇ ਹੋ। ਇਹ ਸੱਚੇ ਪਾਤਸ਼ਾਹ ਤੂੰ ਮੈਨੀਫੈਸਟ ਹੋ ਤੇ ਮੈਨੂੰ ਦਰਸ਼ਨ ਦੇ। ਵੈਨਸਡੇ ਅਗੇਨ ਤੁਸੀਂ ਦੇਖੋਗੇ ਥੀਮ ਹੋਈ ਹੈ, ਅੱਖਰ ਵੱਖਰੇ ਨੇ। ਅਗੇਨ ਗੁਰੂ ਅਰਜਨ ਦੇਵ ਜੀ ਦਾ ਰਾਗ ਸੋਈਦਾ ਹੈ, ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਕੋਈ ਐਸਾ ਸੰਸਾਰ ਚ ਹੈ ਜਿਹੜੇ ਉਹਦੇ ਦਰਸ਼ਨ ਨਹੀਂ ਚਾਹੁੰਦਾ। ਪਰਮਾਤਮਾ ਦੀ ਜਿਹੜੀ ਭਾਲ ਹੈ ਇਹ ਤੇ ਸਦੀਆਂ ਤੋਂ ਹੋ ਰਹੀ ਹੈ। ਕੋਈ ਮਨੁੱਖ ਛਾਤੀ ਤੇ ਹੱਥ ਕੇ ਕਹਿ ਸਕਦਾ ਮੈਂ ਰੱਬ ਨੂੰ ਨਹੀਂ ਲੱਭ ਰਿਹਾ। ਅਸੀਂ ਸਾਰੇ ਰੱਬ ਨੂੰ ਲੱਭ ਰਹੇ ਹਾਂ। ਦਰਸ਼ਨ ਕੋ ਲੋਚੇ ਸਭ ਕੋਈ, ਪਰ ਪੂਰੇ ਭਾਗ ਪ੍ਰਾਪਤ ਹੋਈ। ਮਿਲਦਾ ਤਾਂ ਕਿਸੇ ਕਿਸੇ ਨੂੰ ਹੈ, ਕਿਸੇ ਨੂੰ ਹੈ। ਟਿਊਸਡੇ ਹੈ ਸ਼ਲੋਕ ਹੈ ਅਗੇਨ ਵਾਰ ਵਿੱਚੋਂ ਗੁਰੂ ਅਰਜਨ ਦਾ ਹੀ ਹੈ। ਸੁਣ ਸੱਜਣ ਪ੍ਰੀਤਮ ਮੇਰੇ ਆ, ਸੁਣ ਸੱਜਣ ਪ੍ਰੀਤਮ ਮੇਰੇ ਆ, ਮੈਂ ਸਤਿਗੁਰੂ ਦਿਓ ਦਿਖਾਲ। ਪਲੀਜ਼ 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 ਪਲੀਜ਼, ਅਗਰ ਤੁਹਾਡੇ ਕੋਲ ਕੋਈ ਮਿਰਕਲ ਹੈ, ਕੋਈ ਕਰਾਮਾਤ ਹੈ, ਕੋਈ ਤੁਹਾਡੇ ਕੋਲ ਰਿੱਧੀ ਸਿੱਧੀ ਹੈ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ, ਮੈਨੂੰ ਪਰਮਾਤਮਾ ਦਿਖਾ ਦਿਓ। ਸ਼ਾਇਦ ਤੁਹਾਡੇ ਵਿੱਚੋਂ ਕਿਸੇ ਵਿੱਚ ਹੋਵੇ ਹੈ, ਪਲੀਜ਼ ਸਾਨੂੰ ਮਿਲਾ ਦਿਓ। ਪਰਮਜੀਤ ਹੈ ਤੇਰੇ ਚ ਰਿੱਧੀ ਸਿੱਧੀ ਕੋਈ, ਕਲਾਸ ਨੂੰ ਮਿਲਾ ਦੇਣਾ ਇੱਕ ਦਿਨ ਪਰਮਾਤਮਾ ਨਾਲ। ਜ਼ਰੂਰ। ਕਿੰਨੀ ਭਗਤ ਹੈ। ਮੰਡੇ ਨੂੰ ਸੀ ਵਡਹੰਸ ਵਿੱਚ, ਇਹ ਵੀ ਗੁਰੂ ਅਰਜਨ ਦਾ। ਧੰਨ ਸੁਵੇਲਾ, ਬਹੁਤ ਵਾਰੀ ਤੁਸੀਂ ਸੁਣਿਆ ਹੋਣਾ, ਧੰਨ ਸੁਵੇਲਾ ਜਿਤ ਦਰਸ਼ਨ ਕਰਨਾ, ਹੋਮ ਬਲਿਹਾਰੀ ਸਤਿਗੁਰ ਚਰਨਾ। ਉਹ ਵੇਲਾ, ਉਹ ਵਕਤ, ਉਹ ਦਿਨ, ਉਹ ਮਹੀਨਾ ਕਿੰਨਾ ਭਾਗਾਂ ਵਾਲਾ ਹੋਏਗਾ ਜਿਸ ਦਿਨ ਸਾਨੂੰ ਉਸ ਅਕਾਲ ਪੁਰਖ ਦੇ ਦਰਸ਼ਨ ਹੋਣਗੇ। ਚਲੋ ਤੁਸੀਂ ਕਹਿੰਦੇ ਸੋ ਮਹਿੰਦਰ ਜੀ ਤੁਸੀਂ ਬੋਲੋਗੇ। ਡਾਕਟਰ ਜੀ ਕੁਐਸਚਨ ਹੈ, ਡਾਕਟਰ ਜੀ ਇੱਕ ਕੁਐਸਚਨ ਸੀ ਮੈਂ ਡਾਕਟਰ ਵਜ਼ੀਰ ਨੂੰ ਪੁੱਛਣਾ ਸੀ ਕਿ ਜਿਹੜਾ ਉਹ ਆਪਣੇ ਭਗਤ ਰਵਿਦਾਸ ਦਾ ਹੋਣੀ ਜਿਹੜੀ ਆਪਾਂ ਹੁਕਮਨਾਮਾ ਪੜ੍ਹਿਆ, ਜਿਹੜਾ ਇੱਕ ਪੁਆਇੰਟ ਸੀ ਜਿਹੜਾ ਉਹ ਦੱਸਦੇ ਨੇ ਕਿ ਉਹ ਮੱਛੀ ਨੂੰ ਜਿੰਨੀ ਜਿੱਦਾਂ ਤੁਸੀਂ ਉਹਨੂੰ ਕੁੱਕ ਕਰੀ ਜਾਓ ਉਹ ਫਿਰ ਵੀ ਪਾਣੀ ਨੂੰ ਨਹੀਂ ਭੁੱਲਦੀ। ਉਹ ਮੇਰੇ ਦਿਮਾਗ ਦੇ ਵਿੱਚ ਉਹ ਕੁਐਸਚਨ ਰਿਹਾ ਸੀਗਾ ਕਿ ਆਰ ਵੀ ਟਾਕਿੰਗ ਅਬਾਊਟ ਹੀਅਰ ਕਿ ਜਿਹੜਾ ਪ੍ਰਭੂ ਦਾ ਪਿਆਰ ਹੈਗਾ ਕਿ ਉਹ ਬਿਯੋਂਡ ਦਾ ਫਿਜ਼ੀਕਲ ਹੈ, ਕਿ ਉਹ ਫਿਜ਼ੀਕਲ ਚੀਜ਼ ਤੋਂ ਉਹ ਕਿੰਨੇ ਪਾਰ ਹੈ, ਜਿੱਦਾਂ ਦਰਪਨਾ ਜੀ ਨੇ ਵੀ ਐਕਸਪਲੇਨ ਕੀਤਾ ਹੈ ਚੌਥੇ ਪਦ ਬਾਰੇ। ਉਹ ਲਾਈਨ ਮੈਂ ਪੁੱਛਣੀ ਸੀਗੀ। ਨਵਤੇਜ ਜੀ ਜੇ ਮਾਈਂਡ ਨਾ ਕਰੋ, ਇਹ ਕੁਐਸਚਨ ਅਸੀਂ ਵਜ਼ੀਰ ਜੀ ਕੋਲੋਂ ਨੈਕਸਟ ਵੀਕ ਪੁੱਛਾਂਗੇ। ਠੀਕ ਹੈ, ਦੈਟਸ ਫਾਈਨ। ਇਸ ਵੇਲੇ ਟਾਈਮ ਦੀ ਹੋਂਦ ਕਰਕੇ ਵਜ਼ੀਰ ਜੀ ਇਸ ਕੁਐਸਚਨ ਦਾ ਜਵਾਬ ਤੁਸੀਂ ਨੈਕਸਟ ਵੀਕ ਦਿਓਗੇ। ਮਹਿੰਦਰ ਜੀ ਪੜ੍ਹੀ ਪੜੋ। ਆਨੰਦ ਸੁਣੋ ਵੱਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ, ਪੂਰੇ ਗੁਰ ਤੇ ਜਾਨੀ, ਸੁਣ ਤੇ ਪਨੀਤ ਤਹਿ ਕੇ ਪਨੀਤ, ਸਤਗੁਰ ਰਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦੂਰੇ, ਸੁਣ ਤੇ ਪਨੀਤ ਤਹਿ ਤੇ ਪਵਿੱਤ, ਸਤਗੁਰ ਰਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਇੰਪੋਰਟੈਂਟ ਅਨਾਉਂਸਮੈਂਟ ਹੈ ਕਿ ਯੂਨੀਵਰਸਿਟੀ ਦੀ ਗ੍ਰੈਜੂਏਸ਼ਨ ਡੇ ਹੈ 28 ਨਵੰਬਰ। ਆਪਣੀ ਨੋਟਬੁੱਕ 'ਚ ਲਿਖ ਲਓ
ਈਲਿੰਗ ਗੁਰਦੁਆਰੇ ਆ ਔਰ ਟਾਈਮਿੰਗ ਤੁਹਾਨੂੰ ਸਾਰਿਆਂ ਨੂੰ ਦੱਸਤਾ ਜਾਏਗਾ 28 ਨਵੰਬਰ। ਥੈਂਕ ਯੂ ਡਾਕਟਰ ਸਾਹਿਬ। Thank you, sir. ਦੂਰ ਨਹੀਂ ਹੈ, ਨੇੜੇ ਹੀ ਹੈ।